KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। 24 ਸਤੰਬਰ ਦਾ ਦਿਨ ਹੈ। ਬਰਾ 2020 ਦਾ ਵੀਰਵਾਰ ਹੈ। 10 ਅਸੂਨ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਤੁਹਾਨੂੰ ਸੁਣਾਉਣਾ ਤੇ ਨਾਲ ਹੀ ਸੂਬੇ ਦੀ ਇਲੈਕਸ਼ਨ ਦੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਖੁੱਲੀ ਵਿਚਾਰ ਚਰਚਾ ਹੋਏਗੀ। ਘਰ ਅਤੇ ਮਕਾਨ ਦਾ ਫਰਕ, ਹਾਊਸ ਤੇ ਹੋਮ। ਮਕਾਨ ਕਿਹਨੂੰ ਕਹਿੰਦੇ ਨੇ, ਘਰ ਕਿਹਨੂੰ ਕਹਿੰਦੇ ਨੇ, ਘਰ ਦੇ ਵਿੱਚ ਕੀ ਕੀ ਹੁੰਦਾ, ਮਕਾਨ ਦੇ ਵਿੱਚ ਕੀ ਕੀ ਨਹੀਂ ਹੁੰਦਾ। ਤੇ ਕੋਸ਼ਿਸ਼ ਕਰਾਂਗਾ ਬਾਈ ਜੱਗੀ ਗੁੱਸੇ ਦਾ ਕੋਈ ਹਾਸ ਵਿਅੰਗ ਵੀ ਅੱਜ ਤੁਹਾਨੂੰ ਸੁਣਾਈਏ। ਕੱਲ ਥੋੜੀ ਜਿਹੀ ਕਹਾਣੀ ਰੇਮ ਸੀ, ਅੱਜ ਕੱਲ ਵਾਲਾ ਭਾਂਗਾ ਕੱਢਦੇ ਆ ਤੇ ਨਾਲ ਤੁਸੀਂ ਰਹਿਣਾ ਹੈ। ਤੇ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਹੈ, ਹਰਜੀਤ ਸਿੰਘ ਗਿੱਲ ਫੈਨ ਪੇਜ ਤੇ ਸਾਰੇ ਪੋਸਟ ਹੁੰਦੀਆਂ ਨੇ ਤੇ ਦੂਜੇ ਬਿਨਾਂ ਅਕਾਊਂਟ ਤੇ ਨਹੀਂ ਗੱਲਬਾਤ ਹੁੰਦੀ। ਇੱਧਰ ਨੂੰ ਆ ਜਾਓ ਸਾਰੇ। 144 247 1550 ਔਨ 에ਅਰ ਨੰਬਰ ਹੈ। 18442471 1550 ਔਨ 에ਅਰ ਹੈ। KRPradio.com ਤੇ ਸਿੱਧਾ ਪ੍ਰਸਾਰਨ ਹੁੰਦਾ ਹੈ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ। ਕੱਲ ਦਾ ਪ੍ਰੋਗਰਾਮ ਥੋੜਾ ਜਿਹਾ ਘੱਟ ਪਿਆ, ਕਈ ਵਾਰ ਪਵਨ ਬਿਜ਼ੀ ਹੋ ਜਾਂਦਾ ਕਿਤੇ, ਪਰ ਫਿਰ ਵੀ ਕਹਾਣੀ ਤੁਹਾਨੂੰ ਪਾ ਦਿੱਤੀ ਹੈ। ਤੇ ਅੱਧਾ ਪ੍ਰੋਗਰਾਮ 45 ਮਿੰਟ ਦਾ ਹੈ, 45 ਪਹਿਲੇ 25 ਮਿੰਟ ਦਾ ਨਹੀਂ ਸ਼ਾਇਦ ਹੈ, ਤੇ ਪਾ ਦਿੱਤਾ ਹੈ। ਉਹਨੂੰ ਹਰਜੀਤ ਸਿੰਘ ਗਿੱਲ ਫੈਨ ਪੇਜ ਤੇ ਸੁਣ ਸਕਦੇ ਹੋ। ਤੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਰਹਿੰਦਾ ਕਿ ਕਾਦਨੀ ਜਿਹੜੇ ਬਾਅਦ ਸੁਣਦੇ ਨੇ ਉਹਨਾਂ ਦਾ ਖਾਸਾ ਕੰਮ ਅਟਕ ਜਾਂਦਾ ਫਿਰ। ਤੇ ਹੁਣ ਨਾਲ ਚੱਲਦਾ ਹੈ ਤੇ ਤੁਸੀਂ ਸੁਣ ਸਕਦੇ ਹੋ KRPradio.com ਤੇ ਐਪ ਜਿਹੜੇ ਨੇ ਤੁਹਾਡੇ ਡਾਊਨਲੋਡ ਕੀਤੇ ਹੋਏ ਨੇ। ਐਪ ਨਵੇਂ ਵੀ ਡਾਊਨਲੋਡ ਹੋਣਗੇ, ਆਕੋ 1-2 ਦਿਨ ਤਿਆਰੀ ਆ ਪੂਰੀ, ਤੇ ਦੱਸਾਂਗਾ ਤੁਹਾਨੂੰ ਕਿਹੜੇ ਐਪ ਡਾਊਨਲੋਡ ਹੋਣੇ ਨੇ। ਇਹ ਜਿਹੜੀ ਕਿਚਕ 6 ਸਾਲਾਂ ਦੀ ਹੁੰਦੀ ਹੈ ਨਾ, ਅਸੀਂ ਸਟੂਡੀਓ ਵਾਲੇ ਆ, ਅਸੀਂ ਸਾਡੀ ਡੀਪ ਥਰੋਟ ਆਵਾਜ਼ ਹੈ ਬਹੁਤ ਤੇ ਫਰਕ ਬਹੁਤ ਹੈ ਇਸ ਦਾ। ਇਹ ਫੁਰਕ ਵਾਲੀਆਂ ਕਹਾਣੀਆਂ ਮਨ ਦੇ ਵਿੱਚ ਵਹਿਮ ਨੇ। ਚਾਹੇ ਖੂਹ ਤੇ ਬੈਠੇ ਬੋਲੀਏ, ਜਿਹਨੇ ਸੁਣਨਾ ਉਹਨੇ ਸੁਣਨਾ ਹੀ ਹੈ। ਇਹ ਵੀ ਤੰਗੀ ਤੁਰਸ਼ੀ ਕਰ ਦਿਆਂਗੇ ਛੇਤੀ। 1844 247 1550 ਉਹਨੇ ਨੰਬਰ ਹੈ ਤੇ KRPradio.com ਚੱਲਦਾ ਤੇ 604 440 6462 ਇਹ ਦਫ਼ਤਰ ਦਾ ਨੰਬਰ ਹੈ। 604 729 1224 WhatsApp ਤੇ ਟੈਕਸਟ ਦਾ ਨੰਬਰ ਹੈ 6047291224। harjeet.g@KRPradio.com ਇਹ ਈਮੇਲ ਹੈ। ਹਰਜੀਤ ਸਿੰਘ ਗਿੱਲ ਫੈਨ ਪੇਜ, ਇਹ ਪੇਜ ਹੀ ਹੈ ਬਸ ਫਿਰ ਜਿੱਥੇ ਤੁਸੀਂ ਨਾਲ ਰਹਿੰਦੇ ਹੋ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜੋ ਆਲਸੜੇ ਦੀ ਖੇਤੀਆਂ ਨੂੰ ਚੁੰਮ ਕੇ ਉੱਡਦੀ ਹੀ ਜਾ ਰਹੀ ਹੋਵੇ ਹਵਾ। ਅਲਸੀ ਜੋ ਨੀਂਦ ਵਿੱਚ ਕੋਈ ਦਿਲ ਜਵਾਂ ਤੇ ਬਾਂਕੜਾ ਹੈ, ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ। ਜਾਂ ਜਿਉਂ ਗੁਆਰੀ ਵਿੱਚ ਚੁੱਕਿਆ ਤਾਂਦਲਾ ਹਰ ਲੰਘਦੇ ਟੱਪਦੇ ਨੂੰ ਹੋਵੇ ਚਾਹ ਰਿਹਾ। ਅੱਸੂ ਦੇ ਮੱਕੜ ਤੰਦੜੇ ਦੀ ਬਣਤਰਾਂ ਨੂੰ ਆਪਣੇ ਪੱਤਿਆਂ ਤੇ ਹੋਵੇ ਪਾ ਰਿਹਾ। ਜਿਉਂ ਸਾਵਿਆ ਘਾਹਾਂ ਦੀ ਕੂੜੀ ਸੇਜ ਤੇ ਕੋਈ ਸਾਗਬਾਨੀ ਬੂਰ ਚਿੱਟਾ ਵਿਛ ਗਿਆ। ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁੱਪ-ਚੁਪੀ ਨੂੰ ਭੰਨ ਕੇ ਦੁੱਧਾਂ ਦਾ ਰੇਸਾ ਤੇ ਦੁੱਧਾਂ ਦਾ ਟੇਪਾ ਰਿਸ ਗਿਆ। ਟੇਪਾ ਅੱਕ ਦੇ ਕਹਿੰਦੇ ਟੂਸੇ ਵਰਗਾ, ਜਿਹੜੇ ਬੰਦੇ ਨੂੰ ਕਹੇ ਵੀ ਕਿਵੇਂ ਆ, ਕਹਿੰਦਾ ਅੱਕ ਦੇ ਟੂਸੇ ਵਰਗੇ ਆ। ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ ਤੇ ਨਿੱਕੀ ਨਿੱਕੀ ਧੁੱਪੜੀ ਦਾ ਉੱਡਣਾ, ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਣ ਜਾਂ ਚੁੰਝੀਆਂ ਨਾਲ ਖੇਡਣਾ। ਜਾਂ ਨੀਲੀਆਂ ਚੁੱਪਾਂ ਨੂੰ ਭਰ ਕੇ ਅੰਜਲੀ ਹੋਵੇ ਕਿਸੇ ਨੇ ਮੇਜ਼ ਨੂੰ ਤਰਥੱਲਿਆ। ਜਾਂ ਅੱਖਰਾਂ ਨੂੰ ਹਲਦੀਆਂ ਵਿੱਚ ਗੁੰਨ ਕੇ ਜਾਂਦਾ ਹੈ ਸਾਹੇ ਚਿੱਠੀਆਂ ਨੂੰ ਘੱਲਿਆ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਨੁਕਰੇ ਹੁਸਨ ਦੇ ਜਿਉਂ ਬਲੌਰੀ ਤਖਤ ਤੇ ਨਾਗਣ ਹਵਾ ਦਾ ਇੱਕ ਸਵਈਆ ਬਹਿ ਗਿਆ। ਜਾਂ ਰੰਗਲੀ ਖੂਹੀ ਦੇ ਪਾਣੀ ਮਿੱਠੜੇ ਕੋਈ ਨੱਡੀਆਂ ਦਾ ਝੁੰਡੇ ਭਰ ਕੇ ਲੈ ਗਿਆ। ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ ਟਿੱਬਿਆਂ ਤੋਂ ਉੱਤੋਂ ਆ ਰਹੀ ਹੋਵੇ ਸਦਾ। ਜਾਂ ਗੂੰਗਿਆਂ ਖੇਤਾਂ ਦਾ ਬੰਜਰ ਟੁਕੜਾ ਬਣ ਜਣ ਰਿਹਾ ਹੋਵੇ ਕੋਈ ਗੁਲਾਬੀ ਵਾਸ਼ਨਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਕੋਈ ਵੈਦ ਝਗਲੇ ਉਗਲੇ ਜਿਹੇ ਵੇਸ ਦਾ ਅਰੋਗਤਾ ਦਾ ਏਲਚੀ ਅਖਵਾ ਰਿਹਾ। ਜਿਉਂ ਹਰੜੀਆਂ ਦੀ ਛਿੱਲ ਤਾਈ ਕਾੜ ਕੇ ਮਖਿਆਲ ਦੇ ਛੰਨੇ ਵਿੱਚ ਉਲਟਾ ਰਿਹਾ। ਜਾਂ ਕਾਲਿਆ ਤੂੰ ਤੰਦ ਸਰਬਤ ਢੂੰਡ ਕੇ, ਮਤਲਬ ਰੈਸਵੇਰੀ। ਜਾਂ ਕਾਲੇ ਤੂਤਾਂ ਦਾ ਸਰਬਤ ਢੂੰਡ ਕੇ ਹਰ ਰੁੱਖ ਦੇ
ਰੱਬ ਦੇ ਮਨੁੱਖ ਨੂੰ ਪਿਲਾ ਰਿਹਾ। ਰੋਹੀ ਦੀ ਵਾਹ ਨੂੰ ਫੱਕਦਾ ਮਸਤਾਨੜਾ, ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ, ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ। ਡੂੰਘਾ ਲਿਖਦਾ ਰਾਣੀ ਤਖਤ ਵਾਲਾ ਮੁੰਡਾ। 11:22 ਜੀ। ਸਾਰਿਆਂ ਦਾ ਧੰਨਵਾਦ। ਮੀਂਹ ਬੁਲਬੁਲੇ ਵਾਲਾ ਸੀ ਰਾਤ, ਇੰਨਾ ਤੇਜ਼ ਪੈਂਦਾ, ਕਮਾਲ ਹੋ ਗਈ ਯਾਰ। ਇੰਨਾ ਮੀਂਹ ਤਾਂ ਤੇਜ਼ ਕਦੇ ਨਹੀਂ ਵੇਖਿਆ। ਪਿੰਡਾਂ 'ਚ ਪੁਰਾਣੇ ਸਮੇਂ ਰੌ ਆਉਣ ਦੀ ਗੱਲ ਕਰਦੇ ਸੀ ਪੁਰਾਣੇ ਬਜ਼ੁਰਗ। ਰੌ ਆਇਆ ਸੀ ਭਾਈ। ਰੌ ਦਾ ਮਤਲਬ ਹੜ ਪਾਣੀ ਚਾਰੇ ਪਾਸੇ ਰੌ ਦੇ ਹੁੰਦੇ, ਗੱਲਾਂ ਕਰਦੇ। ਰਾਤ ਤਾਂ ਇਉਂ ਲੱਗਦਾ ਸੀ ਵੀ ਛੱਤ ਤੇ ਵਿੱਚ ਦੀ ਨਾ ਕਿਤੇ ਪਾਣੀ ਅੰਦਰ ਪੈ ਜਾਏ, ਇੰਨੀ ਜ਼ੋਰ ਦੇ ਨਾਲ ਮੀਂਹ ਪਿਆ। ਪਰ ਨਿਖਰ ਗਿਆ। ਹੁਣ ਆਈਲੈਂਡ ਤੇ ਬਹੁਤ ਜ਼ਿਆਦਾ ਤੇਜ਼ੀ ਕੀਤੀ ਰਾਜਧਾਨੀ 'ਚ ਨੇ। ਬਾਈ ਜਗਦੀਪ ਉਹਨਾਂ ਨੇ ਫੋਨ ਕਰਕੇ ਦੱਸਿਆ, ਪੰਧੇਰ ਉਹਨਾਂ ਨੇ, ਕਹਿੰਦੇ ਬਹੁਤ ਬਾਈ ਜੀ ਮੀਂਹ ਪਿਆ ਸਾਡੇ। ਮੈਂ ਕਿਹਾ ਤੁਹਾਡੇ ਕਿਵੇਂ ਆ? ਇੱਕ ਦੂਜੇ ਨੂੰ ਪੁੱਛਦੇ ਹੁੰਦੇ। ਦੀਵਾਲੀ ਲੰਘੀ ਤੇ ਦੂਜੇ ਦਿਨ ਪੁੱਛਦੇ ਦਰਵਾਜ਼ੇ ਖੜੇ, ਕਿਵੇਂ ਰਹੀ ਬਈ ਦੀਵਾਲੀ? ਫਿਰ ਉਹ ਕਹਿੰਦਾ ਸਾਡੀ ਦੀਵਾਲੀ ਕਾਹਦੀ ਆ, ਸਾਡੀ ਤਾਂ ਬਸ ਇਹੋ ਹੀ ਸੀ। ਉਧਰ ਤੂੜੀ ਵਾਲੇ ਬਹਿ ਗਏ। ਕਿਹੜੇ ਕਿਹੜੇ ਸੀ? ਬਸ ਜਾਗਰ ਸੀ, ਨਾਜਰ ਸੀ, ਹਰਸਿਓਂ ਦੀ ਤੇ ਮੈਂ ਸੀ ਚਾਰੇ। ਤੇ ਫੇਰ ਕੀ ਬਈ? ਫੇਰ ਕੀ? ਫੇਰ ਬਸ ਫੇਰ ਨਾ ਫਿਰ ਖੋਲ ਕੇ ਤਾਂ ਦੱਸ ਕੀ ਹੋਇਆ, ਹੋਣਾ ਕੀ ਹੈ ਬਈ, ਹੋਣਾ ਕੀ ਹੈ? ਹੈਂ ਫੇਰ ਲੋ ਚਲੇ ਜਾਂਦਾ। ਉਹ ਕਹਿੰਦਾ ਸਵਾਲ ਕਰਦਾ, ਬਹਿ ਜਾ ਹੁਣ, ਬਹਿ ਜਾ ਬਿੰਦਰ, ਦੱਸ ਕੇ ਤਾਂ ਜਾ, ਸੁਣਾ ਕੇ ਤਾਂ ਜਾ। ਲੈ ਬਹਿਣ ਨੂੰ ਬਹਿ ਜਾਂਦੇ ਆ ਆਪਾਂ, ਕਿਹੜਾ ਅਮਰੀਕਾ ਜਾਣਾ? ਪੱਲੀ ਉਹ ਹੁੰਦੀ, ਘਵਾ ਕੇ ਰੱਖ ਲੈਂਦੇ। ਫਿਰ ਗੁਰਦੁਆਰੇ ਆਪਣੇ ਬਾਹਰ ਜਿੱਥੇ ਵੀ ਬੈਠੇ ਹੁੰਦੇ, ਦਰਵਾਜ਼ੇ ਬੈਠੇ ਦੇ ਗੁਰਦੁਆਰੇ ਹੁੰਦੇ, ਚੌਂਤਰੇ ਤੇ ਪੱਲੀ ਥੱਲੇ ਰੱਖ ਕੇ ਉਹਦੇ ਉੱਪਰ ਹੀ ਬਹਿ ਜਾਂਦੇ। ਕੁਸ਼ਨ ਹੁੰਦਾ ਸੀ ਉਹ, ਕੁਸ਼ਨ। ਬਸ ਐਵੇਂ ਦਿਨ ਚੜ੍ਹਦੇ ਨੂੰ ਆਥਣੇ ਜੇ ਗਏ ਸੀ ਉੱਧਰ, ਵਿਹੜੇ ਵਾਲਿਆਂ ਨੇ ਸ਼ਿਕਾਰ ਬਣਾਇਆ ਸੀ, ਬਾ ਉਹ ਲੈ ਆਏ। ਤੇ ਸ਼ਿਕਾਰ ਪੋਰਕ ਨੂੰ ਕਹਿੰਦੇ ਆ ਉੱਥੇ। ਬਸ ਫਿਰ ਅਸੀਂ ਤੁੜਕ ਲਿਆ ਬਾਹਰਲੇ ਬੰਨੇ। ਉੱਥੇ ਤਾਂ ਬਿਜਲੀ ਹੈ ਨਹੀਂ। ਕਹਿੰਦਾ ਬਿਜਲੀ ਨੂੰ ਕਿਹੜਾ ਅੱਖਾਂ 'ਚ ਪਾਉਣਾ ਸੀ, ਮੂੰਹ 'ਚ ਪਾਉਣਾ ਸੀ। ਬੱਤੀ ਲਾ ਲਈ, ਡੰਗ ਲਿਆ ਸੀ ਦੀਵਾ, ਤੇ ਬਸ ਆਲੇ ਦੁਆਲੇ ਬਹਿ ਕੇ ਗੱਭੇ ਚੁੱਲ੍ਹਾ ਰੱਖ ਲਿਆ। ਤੇ ਬੈਠੇ ਵੀ ਜਦ ਹੁੰਦੇ ਨੇ ਚੱਪ ਮਾਰ ਕੇ ਨਹੀਂ ਬਹਿੰਦੇ। ਚੱਪ ਮਾਰ ਕੇ ਬਹਿਣ ਦਾ ਮਤਲਬ ਇਹ ਹੁੰਦਾ ਜਿਵੇਂ ਪਾਸ ਟਾਈਪ ਨਹੀਂ ਬਹਿੰਦੇ। ਉਹ ਲੱਤਾਂ ਗੋਡੇ ਇਕੱਠੇ ਕਰ ਲੈਣ, ਲੱਤਾਂ ਮੂੰਹ ਨੂੰ ਕਰਕੇ ਬਹਿੰਦੇ ਨੇ। ਫਿਰ ਜਿਹੜਾ ਹੱਥ ਹੁੱਥ ਥੋੜ੍ਹਾ ਬਹੁਤਾ ਮੁੱਛਾਂ ਤੇ ਫੇਰ ਕੇ, ਖੁੱਚਾਂ ਤੇ ਮਿਲੀ ਜਾਂਦੇ, ਦੇਸੀ ਘਿਓ ਕੋਈ ਨਿਕਲਿਆ ਹੋਵੇ, ਬੈਠੇ ਹਾਂ ਬਸ ਠੀਕ ਹੈ। ਫਿਰ ਕਦ ਤੁਰੇ? ਬਸ ਜ਼ਿਆਦਾ ਪੜਾਕੇ ਚੱਲ ਪਏ ਸੀ। ਉਹਦੇ ਬਾਅਦ ਤੁਰੇ ਫਿਰ ਅਸੀਂ। ਛੱਡ ਕੇ ਆਇਆ ਜੀ। ਹਾਂ ਉਹ ਛੱਡਣ ਆਇਆ ਸੀ, ਭਤੀਜਾ ਛੱਡ ਕੇ ਗਿਆ ਹਰਸਿਓਂ ਦਾ। ਰਾਤ ਵੱਧ ਹੋ ਗਏ ਯਾਰ, ਆਹੀ ਧੋਲੀਆਂ ਜੀ ਆਈ ਜਾਂਦੇ। ਕੀ ਹੋਊਗਾ ਹੁਣ? ਹੋਣਾ ਕੀ ਹੈ? ਨਹਾਉਣੇ ਆ ਜਾ ਕੇ, ਔਲੂ 'ਚ ਪੈਂਦੇ ਆ, ਔਲੂ 'ਚ ਪੈ ਕੇ ਮੰਜਾ ਡਾਹੁੰਦੇ ਆ ਤੇ ਮੁੜਨਾ ਆਥਣੇ ਹੀ ਮੁੜਾਂਗੇ। ਅੱਜ ਨਹੀਂ ਆਉਂਦਾ, ਅੱਜ ਨਹੀਂ ਆਉਂਦਾ, ਆਥਣੇ ਹੀ ਆਊਂ। ਫਿਰ ਕਹਿ ਕੇ ਜਿਵੇਂ ਨਾ ਹਾਊਸ ਆਫ ਕਾਮਨਸ ਜਾਣਾ ਹੁੰਦਾ। ਵੱਡੇ ਤਿਉਹਾਰਾਂ ਤੋਂ ਬਾਅਦ ਦੂਜੇ ਦਿਨ ਬਾਜੇ ਬਹਿ ਕੇ ਬਹੁਤ ਗੱਲਾਂ ਸੁਣਦੇ, ਪਿੱਛੇ ਬਹਿੰਦੇ। ਇੱਕ ਵੱਡੀ ਉਮਰ ਦੇ ਨਾ, ਜੇ ਜਵਾਕ ਬੈਠਾ ਹੋਵੇ, ਛੋਟੀ ਉਮਰ ਦਾ ਹੋਵੇ, ਉਹਦੇ ਗੱਲ ਨਾ ਕਰਦੇ। ਖੇਸੀ ਦੀ ਬੁੱਕਲ ਮਾਰ ਕੇ ਖੂੰਜੇ ਜੇ ਬਹਿ ਕੇ ਸੁਣੀ ਜਾਂਦੇ। ਹੱਸਣਾ ਨਹੀਂ ਹੁੰਦਾ। ਜੇ ਹੱਸ ਪਏ ਬਸ ਉਹ ਕਹਿੰਦੇ ਇਹ ਤਾਂ ਮੰਡੀਰ ਆ, ਹੱਸਦਾ ਇਹ ਗੱਲ ਵੀ ਨਹੀਂ ਕਰਨ ਦਿੰਦਾ ਯਾਰ, ਇਹ ਹੱਸਦਾ ਕੀ ਨਾ ਦਾ ਇਹ। ਫਿਰ ਉਹ ਪੁੱਛ ਲੈਂਦੇ ਪੂਰਾ ਸਾਰਾ ਕੁਛ। ਮਤਲਬ ਕਹਿਣ ਦਾ ਮਤਲਬ ਇਹ ਹੈ ਬਈ ਜ਼ਿੰਦਗੀ ਦਾ ਰੰਗ ਹੈ। ਉੱਥੇ ਇਹਨਾਂ ਦੁੱਖਾਂ ਸੁੱਖਾਂ ਦੇ ਵਿੱਚ ਜ਼ਿੰਦਗੀ ਲੰਘਦੀ। ਵੱਡੀਆਂ ਖਬਰਾਂ, ਛੋਟੀਆਂ ਖਬਰਾਂ ਉਹ ਸੱਥ 'ਚ ਚੱਲਦੀਆਂ। ਸੋ ਸੱਥ ਦਾ ਹੀ ਤੁਹਾਨੂੰ ਟੇਸਟ ਪੂਰਾ ਕੋਸ਼ਿਸ਼ ਕਰੀ ਦੇ ਦੇਣ ਦੀ। ਨਾਲੇ ਖਬਰ ਸੁਣਾ ਦਈਦੀ ਹੈ, ਨਾਲੇ ਹਸਾ ਲਈਦਾ, ਤੇ ਬਸ ਇਉਂ ਹੀ ਵਧੀਆ ਇਹ ਸੱਥ ਚੱਲਦੀ ਰਹੇ। ਧੰਨਵਾਦ। ਤੇ ਸਾਰੇ ਹੁਣ ਆਟਵਾ ਵੱਲ ਨੂੰ ਝਾਕਦੇ ਆ। ਤੇ ਆਟਵਾ ਦੀ ਸਵੇਰ ਦੀ ਕਹਾਣੀ ਸੁਣ ਲਈ ਹੋਣੀ ਆ ਤੁਸੀਂ। 2-3 ਘੰਟੇ ਹੋ ਗਏ, 9-10 ਘੰਟੇ ਪੂਰੀ ਕਹਾਣੀ ਕਰਦੇ ਆ। ਤੇ ਫਿਰ ਕਾਲੀ ਮਿੱਟੀ ਕੈਟਲ ਬਣਾ ਲੈਂਦੇ ਆ, ਵਿੱਚ ਸਿੱਟ ਕੇ ਤੂੜੀ ਪੂਰੀ ਮਲਦੇ ਆ। ਫਿਰ ਇੱਕ ਦੂਜੇ ਦਾ ਤੋਂ ਉੱਪਰ ਦੀ ਕਹਿੰਦੇ ਆ। ਤੇ ਕਈ ਇਹ ਕਹਿੰਦੇ ਤਾਂ ਖਬਰਾਂ ਸਾਡੀਆਂ ਸੁਣਾਈਆਂ ਹੋਈਆਂ ਨੇ। ਕਈਆਂ ਦੇ ਖਬਰਾਂ ਘਰੋਂ ਪੈਦਾ ਹੁੰਦੀਆਂ ਨੇ। ਉਹ ਕਹਿੰਦੇ ਤਾਂ ਖਬਰਾਂ ਸਾਡੀਆਂ ਸੁਣਾਈਆਂ ਨੇ, ਸਾਡੀਆਂ ਖਬਰਾਂ ਬਾਅਦ 'ਚ ਸੁਣਾਉਂਦੇ ਨੇ ਮੈਨੂੰ। ਜਾਣੀ ਇਹ ਹੈ ਬਈ ਖਬਰਾਂ ਜਿਵੇਂ ਉਹਨਾਂ ਦੇ ਆਪਣੇ ਘਰ 'ਚੋਂ ਪ੍ਰੋਡਕਸ਼ਨ ਹਾਊਸ 'ਚੋਂ ਹੁੰਦੀਆਂ ਨੇ। ਸਰਬ ਦਾ ਰੌਲਾ ਪੈ ਰਿਹਾ ਜੀ। ਹੁਣ ਸਰਬ ਦੇ ਵਿੱਚ ਕੀ ਹੋਣਾ? ਹੁਣ ਜਿਹੜਾ ਤੁਹਾਨੂੰ $2000 ਆਉਣਾ ਸੀ, ਮਿਲਦੇ ਉਨੇ ਕੀ ਰਹਿਣੇ ਨੇ, ਘਟਣਾ ਨਹੀਂ ਕੁਛ। ਤੇ ਪਰ ਐਮਪਲੋਇਮੈਂਟ ਇੰਸ਼ੋਰੈਂਸ ਤੇ ਚਲੇ ਜਾਣਾ। ਜਿਹੜੇ
ਸੈਲਫ ਇੰਪਲਾਇਡ ਨੇ ਉਹਨਾਂ ਨੂੰ ਵੀ ਕਿਹਾ ਵੀ $500 ਤੱਕ ਤੁਹਾਨੂੰ ਮਿਲ ਸਕਦਾ। 400 ਤੋਂ ਉਹਨੂੰ 500 ਕਰਤਾ ਸੈਲਫ ਇੰਪਲਾਇਡ। ਤੇ ਜੇ 26 ਵੀਕ ਲਈ 26 ਉਮੀਦ ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਇਹ ਤਾਂ ਚਾੜਨਗੇ ਸਾਲ, ਫਿਰ ਲੈ ਹੋ ਗਿਆ ਕੰਮ ਸੂਤ, ਗੱਲ ਬਣ ਗਈ। ਤੇ ਪਰ ਜਿਹੜੇ 38,000 ਤੋਂ ਵੱਧ ਬਣਾਉਣਗੇ ਉਹਨਾਂ ਨੂੰ 50% ਉੱਪਰਲੇ ਦੇਣੇ ਪੈਣੇ ਨੇ। ਮਤਲਬ ਜੇ ਕਿਸੇ ਨੇ 38,000 ਬਣਾਇਆ ਸੈਲਫ ਇੰਪਲਾਇਡ ਨੇ, 38 ਤੋਂ ਉੱਪਰ ਬਣਾਇਆ, ਉਹਨੂੰ ਡਾਲਰ ਚੋਂ 50% ਦੇਣੇ ਪੈਣੇ ਨੇ। ਇਹ ਖਿਆਲ ਰੱਖਿਓ ਜੇ ਕਿਸੇ ਨੇ ਪੈਸਾ ਧੇਲਾ ਲੈਣਾ, ਇਹਦਾ ਖਿਆਲ ਰੱਖਿਓ। ਜੇ ਨਹੀਂ ਲੈਣਾ ਫਿਰ ਚਾਹੇ ਲੱਖ ਬਣਾ ਲਿਓ, ਫਾਇਦਾ ਨਹੀਂ ਕੋਈ। ਜਿਹਨੇ 70-80,000 ਬਣਾਉਣਾ ਉਹ ਇਹਨੂੰ 500 ਲੈਣ ਦਾ ਨਹੀਂ ਫਾਇਦਾ। ਇੰਪਲਾਇਮੈਂਟ ਇੰਸ਼ੋਰੈਂਸ ਤੇ ਸਰਵੇ ਮੁੱਕਣ ਤੋਂ ਬਾਅਦ ਉੱਧਰ ਚਲੇ ਜਾਣਾ। ਜਿਹੜਾ ਕੋਈ EI ਲਈ ਐਲੀਜੀਬਲ ਹੋਇਆ, ਜਿਹੜਾ ਕੋਈ ਇੰਪਲਾਇਮੈਂਟ ਇੰਸ਼ੋਰੈਂਸ ਲਈ ਐਲੀਜੀਬਲ ਨਹੀਂ ਹੋਇਆ, ਮਤਲਬ ਉਹਦਾ ਕੰਮ ਉਹਨੇ ਘੰਟੇ ਨਹੀਂ ਕੀਤਾ ਹੋਇਆ, ਤਾਂ ਸਰਵ ਦੇ ਲਈ ਐਲੀਜੀਬਲ ਨਹੀਂ ਹੈ। ਸਰਵ ਵਾਲਾ ਜਿਹੜਾ ਸਿਸਟਮ ਇੰਪਲਾਇਮੈਂਟ ਇੰਸ਼ੋਰੈਂਸ ਤੇ ਜਾਣਾ, ਉਹ ਹੋਣ ਦੇ ਲਈ EI ਦੀਆਂ ਸ਼ਰਤਾਂ ਉਹੀ ਹੈ ਜਿੰਨੇ ਘੰਟੇ ਕੰਮ ਕੀਤਾ ਹੋਵੇ। ਇਹ ਸਰਵ ਲੈਣ ਲਈ ਤਾਂ ਸ਼ਰਤਾਂ ਨਰਮ ਸੀ ਨਾ, ਵੀ COVID-19 ਕਰਕੇ ਇਹ ਬੰਦ ਹੋ ਗਿਆ ਤਾਂ ਕੰਮ ਸਾਡਾ ਘੱਟ ਗਿਆ, $2,000 ਲਈ ਚੱਲੋ। ਪਰ ਹੁਣ ਇਹ ਜਦ 2,000 ਵਾਲਾ ਇੰਪਲਾਇਮੈਂਟ ਇੰਸ਼ੋਰੈਂਸ ਤੇ ਜਾਣ, ਇੰਪਲਾਇਮੈਂਟ ਇੰਸ਼ੋਰੈਂਸ ਤੇ ਜਾਣ ਲਈ ਇੰਪਲਾਇਮੈਂਟ ਇੰਸ਼ੋਰੈਂਸ ਲੈਣ ਲਈ ਵੀਕਾਂ, ਮਤਲਬ ਜਿਹੜੀਆਂ ਵੀਕਾਂ ਕਹਿੰਦੇ ਹੁੰਦੇ ਉਹ ਵੀਕਾਂ ਬਣੀਆਂ ਹੋਣੀਆਂ ਚਾਹੀਦੀਆਂ। ਜੇ ਵੀਕਾਂ ਨਹੀਂ ਬਣੀਆਂ ਹੋਈਆਂ ਫਿਰ ਨਹੀਂ ਮਿਲਣਾ। EI ਦੀ ਜਿਹੜੀ ਚੈੱਕ ਲਿਸਟ ਹੈ ਇੰਪਲਾਇਮੈਂਟ ਇੰਸ਼ੋਰੈਂਸ ਦੀ, ਉਹਦੇ ਹਿਸਾਬ ਨਾਲ ਪੈਸੇ ਮਿਲਣੇ। ਸੈਲਫ ਇੰਪਲਾਇਡ ਲੈ ਸਕਦੇ ਨੇ $500, ਪਰ ਜੇ ਟੋਟਲ 38,000 ਤੋਂ ਵੱਧ ਗਿਆ, ਮੰਨ ਲਓ 38 ਤੋਂ ਕਿਸੇ ਦਾ 58,000 ਹੈ, 20,000, 20 ਚੋਂ 10 ਦੇਣਾ ਪੈਣਾ, 10 ਰਹਿ ਜਾਣਾ। ਇਹ ਦੇਖਿਓ ਹੁਣ। ਹਾਂ, ਜਿਹਦਾ ਕੰਮ ਹੀ ਹੈਗਾ ਪਰ ਸੈਲਫ ਇੰਪਲਾਇਡ ਨੇ, ਪਰ ਕੰਮ ਛੁੱਟ ਗਿਆ। ਸੈਲਫ ਇੰਪਲਾਇਡ ਦੀ ਕੈਟੇਗਰੀ ਜਿਹੜੀ ਉਹ ਆਪਣੇ ਪੁੱਛਿਓ ਵੀ ਸੈਲਫ ਇੰਪਲਾਇਡ ਦੇ ਵਿੱਚ ਕੌਣ ਆਉਂਦੇ ਨੇ। ਜਿਹੜੇ ਆ ਵਰਕ ਆਪਣੇ ਠੇਕੇਦਾਰ ਨੇ, ਛੋਟੇ ਘਰਾਂ ਵਾਲੇ, ਜਿਹੜੇ ਟ੍ਰੇਡਮੈਨ ਮੁੰਡੇ ਨੇ, ਕੰਪਨੀਆਂ ਥੱਲੇ ਕੰਮ ਕਰਦੇ ਆ, ਆਪਣੇ ਅਨਐਮਪਲਾਇਮੈਂਟ ਆਪਣੇ ਅਕਾਊਂਟੈਂਟ ਨੂੰ ਪੁੱਛ ਲਓ। ਪਰ ਕਰਿਓ ਤਾਂ ਜੇ 2,000 ਚ ਸਰਦਾ ਹੋਵੇ, ਨਹੀਂ ਤਾਂ 2,000 ਤਾਂ ਤੁਹਾਡੇ ਲਈ ਕੱਖ ਨਹੀਂ। 2 ਦਿਹਾੜੀਆਂ ਲੱਗੇ ਹੁਣ 2,000 ਤੁਸੀਂ ਬਣਾ ਲੈਂਦੇ ਹੋ, ਇਹ ਪਤਾ ਤੁਹਾਡਾ। ਤੇ ਮੁੜ ਕੇ ਕੱਢਣਾ ਵੀ ਤੁਹਾਡੇ ਹੱਡਾਂ ਚੋਂ ਹੀ ਹੈ। ਇਹਨਾਂ ਨੇ ਦੇਣੇ ਕਿੱਥੋਂ ਨੇ? ਮੈਂ ਅੱਗੇ ਚੱਲੇ ਬਹੁਤ ਵਾਰ ਕਿਹਾ, ਹੜੰਬਾ ਥੋੜਾ ਚੱਲਦਾ ਕ੍ਰਿਸਟੀਆ ਫਰੀਲੈਂਡ ਦਾ, ਤੇ ਨਾ ਆਪਣੇ ਟਰੂਡੋ ਸਾਹਿਬ ਦਾ, ਨਾ ਕਿਸੇ ਹੋਰ ਪਾਰਟੀ ਦਾ, ਕੋਈ ਵੀ PM ਹੋਵੇ, ਕਿਸੇ ਦਾ ਵੀ। ਦੇਣਾ ਤਾਂ ਤੁਸੀਂ ਹੀ ਆ। ਜਿੰਨਾ ਮਰਜ਼ੀ ਕਰਜ਼ਾ ਚੜਾ ਲਓ, ਜਿੰਨਾ ਮਰਜ਼ੀ ਕਰ ਲਓ, ਪਰ ਜਿੱਥੇ ਨਿੱਜ ਆ ਜਾਂਦਾ, ਜਿੱਥੇ ਅੱਜ ਮੈਨੂੰ ਨਿੱਜ ਦਾ ਫਾਇਦਾ ਨਾ, ਉਹ ਕਹਿੰਦਾ ਕੋਈ ਨਾ ਦੇਖਾਂਗੇ ਜਾਂ ਦੇਵਾਂਗੇ, ਅੱਜ ਤਾਂ ਲਾਓ। ਉਹ ਪੰਜਾਬੀ ਸਟਾਈਲ ਆ, ਉਹ ਨਹੀਂ ਗੱਲ। ਜਿਵੇਂ ਸਟੈਟੀ ਚ ਨੂੰ ਜਾਂਦੇ ਹੁੰਦੇ ਸੀ, ਕਹਿੰਦੇ ਕਿੱਥੇ ਨੂੰ ਚੱਲੇ, ਚੈੱਕ ਬੁੱਕ ਪਤਾ ਕਿੱਡੀ ਹੁੰਦੀ ਸੀ, ਖੁਰਪੇ ਜਿੱਡੀ ਹੁੰਦੀ ਸੀ, ਕੀੜੇ ਹੁੰਦੇ। ਆਹ ਕੀ ਹੱਥ ਚ, ਇਹ ਚੈੱਕ ਬੁੱਕ ਕਹਿੰਦੇ ਨੇ। ਚੈੱਕ ਬੁੱਕ ਬਹੁਤ ਤੇਜ਼ ਬੋਲਦੇ, ਗੂਠਾ ਬਿਆਈਆਂ ਵਾਲਾ ਲਾਇਆ ਹੁੰਦਾ ਉਹਦੇ ਉੱਪਰ। ਇਹਦੇ ਤੇ ਕੀ, ਇਹਦੇ ਤੇ ਰੇਹ ਮਿਲਦਾ ਯਾਰ। ਅੱਛਾ, ਹੋਰ ਸੈਕਟਰੀ ਆ ਜਿਹੜਾ, ਉਹ ਇਹਦੇ ਤੋਂ ਪਾੜਦਾ ਆਹ ਪੇਪਰ ਤੇ ਰੇਹ ਦਿੰਦਾ। ਉਹ ਸਾਰਾ ਸਿਸਟਮ ਭੰਗ ਕਰ ਦੂ। ਮਾੜੀ ਤੇ ਆਇਆ ਹੋਇਆ ਬੈਠਾ ਗੁਜਰਾਤੀ ਬਾਣੀਆਂ ਜਿਹੜਾ ਨਾ ਦਿੱਲੀ, ਉਹ ਸਤਿਆਨਾਸ਼ ਕਰ। ਮਾਰਕੀਟਿੰਗ ਕਮੇਟੀ ਦਾ, ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਦਾ ਸਤਿਆਨਾਸ਼ ਕਰ ਦੂ ਜੇ ਆਰਡੀਨੈਂਸ ਵਾਲਾ ਕੰਮ ਕਰ ਗਿਆ। ਕੱਲ ਨੂੰ ਪੰਜਾਬ ਬੰਦ ਦਾ ਸੱਦਾ, ਤੇ 3 ਦਿਨ ਲਈ ਰੇਲਾਂ ਉਹਨਾਂ ਨੇ ਕਰਤੀਆਂ ਬੰਦ। ਪੰਜਾਬ ਸਾਰਾ ਸੜਕਾਂ ਤੇ ਹੈ, ਬਸ ਇਉਂ ਹੀ ਬਣੀ ਰਹੇ। ਉਧਰ ਬੀਬਾ ਹਰਸਿਮਰਤ ਜੀ ਬੋਲਦੇ ਸੀ ਅਨੰਦਪੁਰ ਸਾਹਿਬ, ਕਹਿੰਦੀ ਮੈਂ ਕੁਰਬਾਨੀ ਦੇਤੀ ਤੁਹਾਡੀ ਧੀ ਨੇ ਭਾਈਆਂ ਨਾਲ, ਤੁਹਾਡੀ ਭੈਣ ਆ ਕੇ ਖੜ ਗਈ, ਹੁਣ ਦੇ ਆਈ ਮੈਂ ਆਪਣੇ ਜਿਹੜੀ ਆ ਰਿਜ਼ਾਈਨ ਕਰੇ, ਮੈਂ ਹੁਣ ਤੁਹਾਡੇ 'ਚ ਖੜ ਗਈ ਆ ਕੇ। ਬੀਬਾ ਜੀ ਇਹ ਵੀ ਦੱਸ ਦਿਓ ਵੀ ਕਿੰਨੇ ਫੋਨ ਗਏ ਵੀ ਰਿਜ਼ਾਈਨ ਕਰ ਦਿਓ, ਕਿੰਨੇ ਅਕਾਲੀਆਂ ਨੇ ਕਿਹਾ ਵੀ ਸਾਡੇ ਡਲੇ ਪੈਣਗੇ, ਪਿੰਡਾਂ 'ਚ ਵੀ ਅਸੀਂ ਵੜ ਸਕਦੇ, ਉਹ ਵੀ ਦੱਸ ਦਿਓ ਗੱਲ। ਪਰ ਫੇਰ ਵੀ ਆਪਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਗੱਲ ਵੀ ਨਾਲ ਹੀ ਕਹਿਣੀ ਆ ਵੀ ਧੰਨਵਾਦ ਰਿਜ਼ਾਈਨ ਕੀਤਾ। ਕਿਉਂਕਿ ਜਿਹੜੇ ਫੋਲੋ ਕਰਨ ਵਾਲੇ ਆ, ਜਿਹੜੇ ਅਕਾਲੀ ਦਲ ਦੇ ਪਿਆਰੇ ਆ, ਉਹ ਕਹਿੰਦੇ ਜੇ ਸਾਡਾ ਬੰਦਾ ਕੰਮ ਕਰਦਾ ਤਾਂ ਵੀ ਤੁਸੀਂ ਬੋਲਦੇ ਹੋ, ਜੇ ਨਹੀਂ ਕਰਦਾ ਤਾਂ ਵੀ ਬੋਲ। ਸੋ ਹੁਣ ਇਹੀ ਬੋਲਣਾ ਵੀ ਠੀਕ ਆ ਜੀ, ਧੰਨਵਾਦ। ਤੇ ਤੋੜ ਵਿਛੋੜਾ ਬਸ ਦਿਹਾੜੀ ਖੰਡ ਹੋਰ ਹੈ। ਜਿਹੜੇ ਕੱਲ ਵਾਲਾ ਮਤਲਬ ਰਾਤ ਹੋ ਗਈ, ਜਿਹੜਾ ਅੱਜ ਵਾਲਾ ਲਸ਼ਕਰ ਕੀਤਾ ਹੈ ਮਤਲਬ ਅਨੰਦਪੁਰ ਸਾਹਿਬ, ਉਹ ਲਸ਼ਕਰ ਦੇ ਵਿੱਚੋਂ ਇਹ ਕਹਾਣੀ ਗੱਲ ਸਹੀ ਹੋ ਗਈ ਕਿ ਗੱਲ ਆਈ ਗਈ ਹੋਗੀ। ਬਸਪਾ ਨਾਲ ਪਊਗੀ ਯਾਰੀ, ਬਹੁਜਨ ਸਮਾਜ ਪਾਰਟੀ ਨਾਲ,
ਤੇ ਉਹਦੇ ਹਿਸਾਬ ਨਾਲ 22 ਵਾਲੀਆਂ ਹੋਣਗੀਆਂ ਚੋਣਾਂ। ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ, ਪ੍ਰਧਾਨ ਸਾਹਿਬ ਨੂੰ ਆਪਣੇ ਨੂੰ ਬੇਨਤੀ ਕਰੋ ਕਿ ਸਰੀਰ ਥੋੜਾ ਜਿਹਾ ਸੈੱਟ ਕਰ ਲੈ, ਢਿੱਡ ਬਾਹਲਾ ਵੱਧ ਗਿਆ, ਤੁਰਨਾ ਵੀ ਔਖਾ ਹੋਇਆ ਪਿਆ। ਹਲੇ ਕਿੱਥੇ, ਹਲੇ ਤਾਂ ਸਾਲ 50 52 55 ਵੱਧ ਤੋਂ ਵੱਧ ਹੋਣੀ ਹੈ, ਜ਼ਿੰਦਗੀ ਬਹੁਤ ਪਈ ਹੈ। ਬਾਪੂ ਦੇ ਹਿਸਾਬ ਨਾਲ ਤਾਂ 90 ਤੱਕ, ਹਲੇ ਤਾਂ ਸਾਲ ਪਏ ਨੇ 35 ਹੋਰ। ਸਰੀਰ ਭਾਰੀ ਹੋ ਗਿਆ ਬਹੁਤ, ਸਾਂਭਣ ਦੀ ਲੋੜ ਹੈ। ਕਰਨ ਵੀ ਕੀ, ਕਈ ਵਾਰ ਲੱਗਦਾ ਹੁੰਦਾ ਵੀ ਜ਼ਿੰਦਗੀ ਜਿਉਣ ਅਸੀਂ ਆਏ ਆ, ਜ਼ਿੰਦਗੀ ਜਿਉਂਦੇ ਤੇ ਜ਼ਿੰਦਗੀ ਨੂੰ ਲੱਭਦੇ ਬੰਦੇ ਇੰਨੇ ਤੇਜ਼ ਆਪਣੀ ਜ਼ਿੰਦਗੀ ਨੂੰ ਕਰ ਲੈਂਦੇ ਨੇ। ਕਿਤੇ ਤੁਸੀਂ ਪਬਲਿਕਲੀ ਬਹਿ ਨਹੀਂ ਸਕਦੇ, ਉੱਠ ਨਹੀਂ ਸਕਦੇ, ਮਰਜ਼ੀ ਨਾਲ ਜਾ ਨਹੀਂ ਸਕਦੇ। ਉਹੀ ਘੇਰਾ, ਉਹੀ ਸੁਰੱਖਿਆ, ਕੋਠੀ ਗੱਡੀ, ਮੀਟਿੰਗ ਕੋਠੀ ਗੱਡੀ, ਗੱਡੀ ਕੋਠੀ ਮੀਟਿੰਗ। ਕਿਤੇ ਜਾਣ ਬਾਹਰ ਤਾਂ ਲੋਕਾਂ 'ਚ ਆਮ ਕਿਤੇ ਖਾਣਾ ਪੀਣਾ, ਹਾਂ ਕਿਤੇ 5 ਸਟਾਰਾਂ ਦੇ ਵਿੱਚ ਕਿਤੇ ਹੋ ਜਾਣ, ਜਿਵੇਂ ਆਮ ਆਪਾਂ ਤੁਰ ਕੇ ਫਿਰ ਕੇ ਖੜ ਜਾਂਦੇ ਹਾਂ, ਇਸ ਤਰ੍ਹਾਂ ਬੜਾ ਔਖਾ ਹੈ। ਜ਼ਿੰਦਗੀ ਦਾ ਹਰ ਇੱਕ ਦਾ ਢੰਗ ਹੈ, ਜਿਵੇਂ ਉਹਨੇ ਲਿਖ ਕੇ ਭੇਜਤੀ। ਜਾਂ ਰਾਜਨੀਤਾਂ ਦੇ ਜੰਮ ਪਏ ਤਾਂ ਰਾਜਨੀਤਿਕ ਬੰਦਿਆਂ ਦੇ ਕੰਮ ਉਹੀ ਕਰਨਾ ਉਹਨਾਂ ਨੇ। ਤੇ ਪੈਸਾ, ਕਿੰਨਾ ਕੁ ਪੈਸਾ ਬੰਦੇ ਨੂੰ ਚਾਹੀਦਾ ਜ਼ਿੰਦਗੀ ਲਈ, ਕਿੰਨਾ ਕੁ ਮਨੀ ਚਾਹੀਦੀ ਹੈ ਜ਼ਿੰਦਗੀ ਲਈ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਖਰਬਾਂ ਅਰਬਾਂ ਖਰਬਾਂ ਰੁਪਈਆ, ਮਤਲਬ ਜਿਹੜੇ ਵੱਡੇ ਪਰਿਵਾਰ ਨੇ 6 ਪੰਜਾਬ ਦੇ, ਰਾਜਾ ਲਾ ਲਓ। ਰਾਜਾ ਤਾਂ 2002 ਦੇ ਵਿੱਚ ਖਲੇਪੜ ਜਿਹੜੇ ਨੇ ਪੈਲਸ ਦੇ ਡਿੱਗਦੇ ਸੀ, ਹੁਣ ਚਾਹੇ ਜਿੰਨੀਆਂ ਮਰਜ਼ੀ ਗੱਲਾਂ ਮਰਦਾ ਸਹਿ, ਉਹ 2002 ਵਾਲੇ ਕੋਈ ਦੱਸ ਸਕਦਾ ਪਟਿਆਲੇ ਵਾਲਾ ਵੀ ਕਿਹੜੇ ਹਾਲ ਸੀ। ਹਰਚਰਨ ਬਰਾੜ ਹੋਣੀ ਹੋ ਗਏ, ਹਰਚਰਨ ਬਰਾੜ ਉਹਨਾਂ ਨਾਲ ਰਿਸ਼ਤੇਦਾਰੀ ਹੈ ਕੈਰੋਂ ਦੀ, ਦੇਖ ਲਾ ਕੈਰੋਂ ਦੀ ਭਤੀਜੀ ਹਰਚਰਨ ਬਰਾੜ ਨੂੰ ਵਿਆਹੀ ਹੈ। ਹਰਚਰਨ ਬਰਾੜ ਦਾ ਮੁੰਡਾ ਜਿਹੜਾ ਹੈ ਉਹ ਅਮਰਿੰਦਰ ਦੇ ਭਾਈ ਦਾ ਸਾਢੂ ਹੈ। ਅਮਰਿੰਦਰ ਤੋਂ ਬਿਨਾਂ ਉੱਧਰ ਮਜੀਠੀਆਂ ਨਾਲ ਅਮਰਿੰਦਰ ਦੀ ਅੰਗਲੀ ਸੰਗਲੀ ਲੜਦੀ ਹੈ। ਮਜੀਠੀਆਂ ਦੀ ਧੀ ਬਾਦਲਾਂ ਦੀ ਧੀ ਕੈਰੋਂ ਦੇ, ਕੈਰੋਂ ਵੀ ਢਿੱਲੋਂ, ਬਾਦਲ ਵੀ ਢਿੱਲੋਂ, ਮਜੀਠੀਏ ਸ਼ੇਰਗਿੱਲ। ਇਹ ਜਦ ਵਿਆਹ ਹੋਏ ਨੇ ਅੱਜ ਤੋਂ 30 ਸਾਲ ਪਹਿਲਾਂ, ਜਦ ਕਹਿੰਦੇ ਸੀ 4 ਗੋਤ ਮਿਲਾਉਣੇ ਨਾਨੀ ਦਾਦੀ ਤੱਕ, ਢਿੱਲੋਂ ਦੇ ਵਿਆਹ ਤੀ। ਕਾਰਨ ਪਿੱਛੇ ਕੈਰੋਂ ਲਿਖਾ ਲਿਆ, ਬਾਦਲ ਲਿਖਾ ਲਿਆ, ਗੋਤ ਕੋਈ ਪੁੱਛਦਾ ਨਹੀਂ। ਸੋ ਇਹ 6 ਪਰਿਵਾਰ ਨੇ ਪੰਜਾਬ ਦੇ ਜਿਨ੍ਹਾਂ ਨੇ ਰਾਜ ਕੀਤਾ 47 ਤੋਂ ਲੈ ਕੇ। ਪਹਿਲਾਂ ਵੀ ਇਸ ਤਰ੍ਹਾਂ ਕਹਾਣੀ ਰਹੀ ਹੈ, ਜਿਹੜੀ ਅੱਗੇ ਤੋਂ ਅੱਗੇ ਕਿਸੇ ਦਿਨ ਇਹਨਾਂ ਪਰਿਵਾਰਾਂ ਦੀ ਗੱਲ ਅੱਗੇ ਵੀ ਬਹੁਤ ਵਾਰ ਕੀਤੀ ਹੈ, ਰਿਸ਼ਤੇਦਾਰੀਆਂ ਬਹੁਤ ਦੱਸੀਆਂ ਤੁਹਾਨੂੰ ਵੀ ਕਿਹਦੇ ਨਾਲ ਰਿਸ਼ਤੇਦਾਰੀ ਹੈ, ਕਿਹਦੇ ਨਾਲ ਰਿਸ਼ਤੇਦਾਰੀ ਹੈ। ਸੋ ਇਹ ਪਰਿਵਾਰਾਂ 'ਚ ਹੁਣ ਕਿੰਨਾ ਕੁ ਪੈਸਾ ਚਾਹੀਦਾ, ਕੀ ਕਰਨਾ ਹੈ, ਕਿਸ ਤਰ੍ਹਾਂ ਹੋਣਾ ਹੈ, ਕੀ ਅੰਤ ਹੈ ਮਨੀ ਦਾ, ਕੀ ਪੈਸਾ ਕਰ ਸਕਦਾ ਹੈ, ਫਰਕ ਕਿੰਨਾ। ਬਹੁਤ ਵੱਡੀ ਡਿਸਕਸ਼ਨ ਆ ਇਹ ਵੀ ਪੈਸੇ 'ਚ ਤਾਕਤ ਕਿੰਨੀ ਹੈ। ਇਹ ਕਹਾਣੀ ਬਾਕੀ ਆਪਣੇ ਕੱਲ੍ਹ ਨੂੰ ਜਿਹੜੀ ਹੈ ਥਰੋਨ ਸਪੀਚ ਹੋਣੀ ਹੈ ਤੇ ਉਹਦੇ ਬਾਅਦ ਆਪਣੇ ਥਰੋਨ ਸਪੀਚ ਤੋਂ ਬਾਅਦ ਥਰੋਨ ਸਪੀਚ ਹੋ ਗਈ ਅੱਜ, ਹੁਣ ਫਿਰ ਫੁੱਲ ਚੱਲਣੀਆਂ, ਗੱਲਾਂ ਬਾਤਾਂ ਚੱਲਣੀਆਂ ਨੇ। ਗੱਲ ਨਿਬੜ ਗਈ ਵਾਲਾ ਮੈਨੂੰ ਲੱਗਦਾ ਨਹੀਂ, ਵੋਟਾਂ ਨਹੀਂ ਪੈਂਦੀਆਂ, ਵੋਟਾਂ ਨਹੀਂ ਪੈਣੀਆਂ ਕਿਉਂਕਿ ਡਿਬੇਟ ਇਹ ਤੇ ਚੱਲਣੀ ਹੈ। ਜਗਮੀਤ ਸਿੰਘ ਨਾਲ ਹੈ, ਜਗਮੀਤ ਸਿੰਘ ਦੀਆਂ ਕੁਛ ਗੱਲਾਂ ਮੰਨ ਲਈਆਂ ਟਰੂਡੋ ਨੇ, ਤੇ ਬਲੋਕ ਵਾਲੇ ਤਾਂ ਵੈਸੇ ਹੀ ਨਹੀਂ ਹਿਲਦੇ, ਕੰਸਰਵੇਟਿਵ ਦੇ ਕਿਹਾ ਤੇ ਡਿੱਗਣੀ ਨਹੀਂ, ਐਰੇ ਨੂੰ ਟੂਲ ਢਿੱਲਾ, ਖਾਸੀਆਂ ਚੀਜ਼ਾਂ ਹੋਈਆਂ ਨੇ। ਤੇ ਨਾ ਵੀ ਪੈਵੇ ਹਲੇ ਇੰਨਾ ਛੇਤੀ ਵੋਟਾਂ ਪਵਾ ਕੇ ਕਰਨਾ ਕੀ ਹੈ, ਬੜਾ ਇਹ ਇਸ਼ੂ ਹੈ। ਮਹਿੰਗੀਆਂ ਪੈਂਦੀਆਂ ਵੋਟਾਂ, ਸੂਬੇ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈ ਜਾਣ। ਤੇ ਮੈਨੂੰ ਬਾਹਲਾ ਲੰਬਾ ਇਹਨਾਂ ਨੇ ਜਾਣਾ ਨਹੀਂ, ਪਰ ਤੁਹਾਨੂੰ ਜਿਹੜੀਆਂ ਦੂਸਰੀਆਂ ਵੀ ਕਰੀਏ ਗੱਲ ਨਾ, ਇਹ ਬਈ ਅਗਲਾ ਸਾਲ ਲੰਘ ਜੂ, ਅਗਲਾ ਸਾਲ ਨਹੀਂ ਲੰਘਣਾ। ਅਗਲੇ ਸਾਲ ਮੌਸਮ ਬਹਾਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵੋਟਾਂ ਫੈਡਰਲ ਵੀ ਆ ਜਾਣੀ। ਵਪਾਰਕ ਸੰਦੇਸ਼। ਦੂਜੀ, ਬੈਲਾਰੂਸ ਦੇ ਵਿੱਚ ਜਿਹੜੀ ਲਿਊਕਾਸ਼ੈਂਕੋ ਦੀ ਸਰਕਾਰ ਆ, ਉਹਦੀ ਇਨੋਗ੍ਰੇਸ਼ਨ ਹੋ ਰਹੀ ਹੈ। ਕੈਨੇਡਾ ਨੇ ਡਿਨਾਊਂਸ ਕਰ ਦਿੱਤੀ ਕਿ ਅਸੀਂ ਇਹਨੂੰ ਨਹੀਂ ਮੰਨਦੇ। ਬਹੁਤ ਧੱਕਾ ਹੋ ਰਿਹਾ, ਵਿਰੋਧੀ ਧਿਰ ਦੇ ਜਿਹੜੇ
ਬੰਦੇ ਨੇ ਮੇਨ ਜਿਹੜਾ ਉਹ ਜੇਲ੍ਹ 'ਚ ਉਹਦੀ ਘਰਵਾਲੀ ਲਿਥੂਆਨੀਆ ਦੇ ਵਿੱਚ ਹੈ। ਪਿਛਲੇ ਦਿਨੀ ਪੁਤਿਨ ਨੂੰ ਮਿਲਿਆ ਜਾ ਕੇ, ਪੁਤਿਨ ਨੇ ਕਰ ਦਿੱਤੀ, ਹੱਥ ਫੇਰ ਦਿੱਤੀ, ਮੋਹਰਾਂ ਤੇ ਹੱਥ ਫੇਰ ਦਿੱਤਾ ਤੇ ਕਾਇਮ ਹੋ ਗਿਆ ਆ ਕੇ। ਪਰ ਵਿਰੋਧ ਬਹੁਤ ਆ ਮਿੰਸਕ ਦੇ ਵਿੱਚ, ਉੱਥੇ ਦੀ ਰਾਜਧਾਨੀ ਦੇ ਵਿੱਚ, ਮਿੰਸਕ ਉਹਨੂੰ ਕਹਿੰਦੇ ਨੇ, ਤੇ ਉੱਥੇ ਬਹੁਤ ਜ਼ਿਆਦਾ ਲੋਕ ਵਿਰੋਧ ਕਰ ਰਹੇ ਨੇ। ਪਰ ਅੰਦਰ ਚੱਕ ਚੱਕ ਕੇ ਪੁਲਿਸ ਸਿੱਟੀ ਜਾਂਦੀ ਹੈ ਬਾਵਾ ਮਰੋੜ ਦੇ ਅੰਦਰ। ਇਹ ਬੜਾ ਚੱਲ ਰਿਹਾ ਕੰਮ। ਇੱਕ ਤੁਹਾਨੂੰ ਪਤਾ ਮਾਰਚ ਦੇ ਵਿੱਚ ਲੂਇਸਵਿਲ ਕੰਟਕੀ ਦੇ ਵਿੱਚ, ਜਿੱਥੇ ਜ਼ਿਆਦਾ ਨਸਲਵਾਦ ਦਾ ਬਹੁਤ ਰੌਲਾ, ਉੱਥੇ ਬ੍ਰਿਓਨਾ ਟੇਲਰ ਨਾਂ ਦੀ ਇੱਕ ਕੁੜੀ ਇੱਕ ਅਪਾਰਟਮੈਂਟ ਦੇ ਵਿੱਚ ਮਾਰੀ ਗਈ ਸੀ, ਜਿੱਥੇ ਸ਼ੱਕ ਸੀ ਵੀ ਉਹਦਾ ਜਿਹੜਾ ਮੁੰਡਾ ਪ੍ਰੇਮੀ ਹੈ ਉਹ ਡਰੱਗ ਵੇਚਦਾ। ਤੇ ਦਰਵਾਜ਼ਾ ਖੜਕਾਇਆ ਆ ਕੇ ਪੁਲਿਸ ਨੇ, ਉਹਨਾਂ ਨੇ ਖੋਲਿਆ ਤੇ ਅੰਦਰੋਂ ਮੁੰਡੇ ਨੇ ਗੋਲੀ ਚਲਾ ਦਿੱਤੀ। ਪੁਲਿਸ ਦੇ ਇੱਕ ਬੰਦੇ ਦੇ ਗੋਲੀ ਲੱਗੀ ਤਾਂ ਉਹਨਾਂ ਨੇ ਅੰਦਰ ਨੂੰ ਗੋਲੀਆਂ ਚਲਾਤੀਆਂ, ਜਿਸ 'ਚ ਬ੍ਰਿਓਨਾ ਟੇਲਰ ਮਾਰੀ ਗਈ, ਜਿਹੜੀ ਮੈਡੀਕਲ ਵਰਕਰ ਸੀ। ਸਰਕਾਰ ਨੇ, ਜਿਹੜੀ ਕੰਟਕੀ ਦੀ ਗਵਰਨਮੈਂਟ ਨੇ, ਉਹਨੂੰ $12 ਮਿਲੀਅਨ ਉਹਦੀ ਮਾਤਾ ਨੂੰ ਦਿੱਤਾ। ਮਾਤਾ ਚੁੱਪ ਕਰਕੇ ਬਹਿ ਗਈ ਤੇ ਹੁਣ ਉਹਦੇ ਜਿਹੜੇ 2 ਅਫੀਸਰ ਜਿਨ੍ਹਾਂ ਤੇ ਚਾਰਜਸ ਸੀ, ਉਹਨਾਂ ਦੇ ਉੱਪਰੋਂ ਚਾਰਜਸ ਹਟਾ ਦਿੱਤੇ ਨੇ। ਚਾਰਜਸ ਜਦ ਹਟਾ ਦਿੱਤੇ ਨੇ ਤਾਂ ਉੱਥੇ ਫੇਰ ਕਰਫਿਊ ਲੱਗ ਗਿਆ, ਸਿਵਲ ਅਨਰੈਸਟ ਹੋ ਗਈ, ਪੈਸਿਆਂ ਦੇ ਨਾਲ ਮੂੰਹ ਬੰਦ ਕਰ ਦਿੱਤਾ। ਜਿਹੜਾ ਗਲਤੀ ਸੀ, ਬਿਲਕੁਲ ਪੁਲਿਸ ਦੀ ਗਲਤੀ ਸੀ, ਜਿਨ੍ਹਾਂ ਨੇ ਨੋ ਨੌਕ ਵਾਰੰਟ ਲਏ ਤੇ ਮਤਲਬ ਸਿੱਧਾ ਹੀ ਕਬਜ਼ਿਆਂ ਤੋਂ ਪੱਟਦੇ ਦਰਵਾਜ਼ੇ ਮਾਰ ਕੇ। ਇੱਕ ਹੁੰਦਾ ਉਹਨਾਂ ਕੋਲ, ਦੇਖਿਆ ਪਾਈਪ ਜਿਹਾ ਹੁੰਦਾ ਜਿਹਦੇ ਬਹੁਤ ਸੋਲਿਡ ਹੁੰਦਾ, ਭਾਰੀ ਹੁੰਦਾ, ਉਹਨਾਂ ਜਦੋਂ ਮਾਰਦੇ ਆ ਪੈਂਡੂਲਮ ਵਾਂਗੂ ਤੇ ਬਹੁਤ ਜ਼ੋਰ ਦੇ ਨਾਲ, ਇਹ ਦਰਵਾਜ਼ਿਆਂ ਦੇ ਵਿੱਚ ਹੈ ਕੁਛ ਨਹੀਂ, ਇਹਨਾਂ ਦੇ ਵਿੱਚ ਉਹ ਜੜੋਂ ਕੱਢ ਦਿੰਦੇ ਆ। ਤੇ ਟੇਲਰ ਦੇ ਪਰਿਵਾਰ ਨੇ ਗੱਲ ਕੀਤੀ ਸੀ ਕਿ ਸਾਨੂੰ ਇਹਦਾ ਇਨਸਾਫ ਮਿਲੇ। $12 ਮਿਲੀਅਨ ਗਵਰਨਮੈਂਟ ਨੇ ਸੈਟਲ ਕਰ ਲਿਆ ਰੌਂਗਫੁਲ ਡੈਥ ਲਾਸੂਟ ਦੇ ਵਿੱਚ। ਟੇਲਰ ਦੀ ਮਾਤਾ ਨੂੰ ਮਿਲ ਗਿਆ $12 ਮਿਲੀਅਨ ਤੇ ਗੱਲ ਮੁੱਕ ਗਈ। ਮਾਰਚ 13 ਨੂੰ ਇਹ ਲੂਇਸਵਿਲ ਪੁਲਿਸ ਅਫੀਸਰ ਜਿਹੜੇ ਨੇ ਉਹ ਸਰਚ ਵਾਰੰਟ ਲੈ ਕੇ ਪਹੁੰਚੇ ਸੀ ਅਪਾਰਟਮੈਂਟ ਟੇਲਰ ਦੀ। 26 ਸਾਲ ਦੀ ਇਹ ਐਮਰਜੈਂਸੀ ਰੂਮ ਦੀ ਟੈਕਨੀਸ਼ੀਅਨ। 2 ਜਣੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਡਰੱਗ ਵੇਚਦੇ ਸੀ, ਤੇ ਇਹਨਾਂ ਨੂੰ ਇਹ ਹੋ ਗਿਆ ਕਿ ਟੇਲਰ ਦੇ ਅਪਾਰਟਮੈਂਟ ਦੇ ਵਿੱਚ ਡਰੱਗ ਆਉਂਦੀ ਹੈ। ਤੇ ਉਹਦਾ ਬॉयਫ੍ਰੈਂਡ ਕੈਨਿਥ ਵਾਕਰ ਜਿਹੜਾ ਉਹਦੇ ਨਾਲ ਸੀ ਬੈਡਰੂਮ ਦੇ ਵਿੱਚ। ਤੇ ਜਦ ਪੁਲਿਸ ਨੇ ਦਰਵਾਜ਼ੇ ਤੇ ਰੌਲਾ ਪਾਇਆ ਕਿ ਤੇ ਉਹਨੂੰ ਇਹ ਲੱਗ ਗਿਆ ਕਿ ਟੇਲਰ ਦਾ ਜਿਹੜਾ ਪੁਰਾਣਾ ਪ੍ਰੇਮੀ ਆ ਉਹ ਦਰਵਾਜ਼ੇ ਤੇ। ਤੇ ਉਹਦੇ ਬਾਅਦ ਪੁਲਿਸ ਨੇ ਦਰਵਾਜ਼ਾ ਤੋੜਤਾ। ਕੈਨੀਥ ਵਾਕਰ ਜਿਹੜਾ ਟੇਲਰ ਦਾ ਬॉयਫ੍ਰੈਂਡ ਸੀ, ਉਹਨੇ ਗੋਲੀ ਚਲਾ ਦਿੱਤੀ, ਜਿਹੜੀ ਇੱਕ ਸਰਜੈਂਟ ਮੈਟਿੰਗਲੀ ਦੇ ਪੱਟ ਤੇ ਲੱਗੀ ਤੇ ਦੂਜੇ ਪੁਲਿਸ ਵਾਲਿਆਂ ਨੇ ਗੋਲੀਆਂ ਮਾਰਤੀਆਂ ਤੇ ਉਹ ਲੱਗੀਆਂ ਅਪਾਰਟਮੈਂਟ ਦੇ ਵਿੱਚ ਨੂੰ ਚਲਾ ਦਿੱਤੀਆਂ ਤੇ ਉਹ ਲੱਗੀ ਟੇਲਰ ਦੇ ਤੇ ਟੇਲਰ ਮਰ ਗਈ। ਹੁਣ ਉਹ ਅਨਰੈਸਟ ਦੀਆਂ ਗੱਲਾਂ ਚੱਲਦੀਆਂ ਨੇ, ਪਰ ਕੀ ਚੱਲਦਾ? $12 ਮਿਲੀਅਨ ਦੇਤਾ, ਪੁਲਿਸ ਉੱਥੇ ਆ ਤੇ ਸਾੜ ਫੂਕ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਕਹਾਣੀ ਮਤਲਬ ਕੁਝ ਨਹੀਂ ਹੁੰਦੀ। ਜਦ ਮਰ ਗਏ, ਨਿਕਲ ਗਿਆ ਕੰਮ ਤੇ ਖਤਮ ਕਹਾਣੀ, ਉਹਦੇ ਬਾਅਦ ਕੁਝ ਨਹੀਂ। ਬਹੁਤ ਇਸ ਵਾਰ ਵੱਡੇ ਇਸ਼ੂ ਹੋਏ ਨੇ ਆਪਣੇ ਅਮਰੀਕਾ ਦੇ ਵਿੱਚ। ਤੇ ਜਦ ਦਾ ਲੋਇਡ ਮਾਰਿਆ ਮਿਨੀਐਪੋਲਿਸ ਦੇ ਵਿੱਚ, ਤੇ ਜਦ ਤੋਂ ਹੈ ਨਹੀਂ, ਪਹਿਲਾਂ ਵੀ ਸੀ। ਜੇ ਦੇਖਿਆ ਜਾਵੇ ਸਿਆਹ ਰੰਗ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਉੱਥੇ ਆ, ਤੁਸੀਂ ਸਿਆਹ ਰੰਗ ਦੇ ਲੋਕਾਂ ਦੀ ਗੱਲ ਕਰਦੇ ਹੋ। ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿਹੜੇ ਇੰਗਲੈਂਡ ਦੇ ਵਿੱਚੋਂ, ਫਰਾਂਸ ਦੇ ਵਿੱਚ, ਇੰਗਲੈਂਡ ਦੇ ਵਿੱਚੋਂ ਜਾਂ ਫਰਾਂਸ ਦੇ ਵਿੱਚੋਂ ਜਿਨ੍ਹਾਂ ਦੇ ਪੁਰਖੇ 2 ਸਦੀਆਂ ਮਤਲਬ 2-3 ਪੀੜ੍ਹੀਆਂ ਪਹਿਲਾਂ ਆ ਗਏ, ਉਹ ਹੋਰ ਕਿਸੇ ਨੂੰ ਬੰਦਾ ਥੋੜ੍ਹਾ ਸਮਝਦੇ ਆ। ਉਹ ਪੁੱਛਦੇ ਅੱਛਾ ਤੁਸੀਂ ਕਦ ਆਏ, ਵੀ ਕਿਵੇਂ ਰਿਹਾ ਤੈਨੂੰ ਇੱਥੇ, ਕਿਵੇਂ? ਉਹ ਆਪਣਾ ਨਹੀਂ, ਉਹਨਾਂ ਨੂੰ ਯਾਦ ਵੀ ਸਾਡੇ ਵੀ ਪੂਰਵਜ ਆਏ ਸੀ। ਉਹ ਕਿਉਂਕਿ ਵੀ ਸਾਡਾ ਰੰਗ ਸਾਫ਼ ਹੈ, ਸਾਡੀਆਂ ਅੱਖਾਂ ਨੀਲੀਆਂ, ਇਹ ਸਾਡਾ ਦੇਸ਼ ਹੈ, ਤੇ ਤੁਸੀਂ ਜਿਹੜੇ ਆ ਫਿਰਦੇ ਹੋ
रंग बिरंगे, तुसीं इत्थे बाहरले हो। वो नहीं कहाउंदे अपने आप नूं बाहरले, कदे वो इंग्लिश अमेरिकन फ्रेंच अमेरिकन नहीं कहाउंदे, वो इंडो कनेडियन इंडो इंग्लिश कनेडियन फ्रेंच कनेडियन वो नहीं कहाउंदे, वो कहते इंडो कनेडियन फिजियन कनेडियन ये वो, उन्होंने नाम बड़े वधिया आउंदे ने। तो ये जिहड़ा मैनू इशू जिहड़ा आपां नूं इत्थे शुरू च आके पता नहीं इंडो कनेडियन ये जिहड़ा शब्द है इहनूं तुसीं एक्सैप्ट क्यों करदे हो? क्यों तुहाडे मन दे विच आ भी कनेडियन पासपोर्ट लैण तो बाद भी असीं इंडो कनेडियन? हाँ, जिहड़े PR ने वो कहा लैण इंडो कनेडियन। जब तुहानूं कोई कहंदा है भी बैक कंट्री, वो कहंदा व्हाट डज मीन बाय बैक कंट्री? कहंदा बैक कंट्री, कहंदा नो दिस इज माई कंट्री। नो फ्रॉम वेयर यू आर। जद है पुछदे, तुसीं भी ना पुछो किसी नूं, असीं भी पुछदे हां। किसी दा लिबास वेख के, किसी दे मूँह ते नकाब है, कोई ट्रेडिशनल ड्रैस तो लगदा है, आपां उहनूं कहंदे आ भी कित्थों। कदे नहीं पुछण दी लोड़ है। ये कि तुसीं कहंदे हो कित्थों कनेडियन पासपोर्ट होल्डर आ मीनस कनेडियन पासपोर्ट होल्डर आ, पिछे दा की मतलब? सिटीजन असीं ये देश दे, दिखदा ही असीं कित्थों आए आ। क्योंकि ये फिर चिट्टियां रंग दे करके इन्हां नूं ये नहीं मतलब कई मान नाल दसदे, जिवें आयरिश लोग ने अपना प्रीमियर जिहड़े पहले सी हॉर्गन हुण ओह लीडर ने, वो कहंदे माई पेरेंट्स मूव फ्रॉम आयरिश, डबलिन तो आया मैं, आयरिश मैन आ मैं। मान नाल कहंदे आयरिश वैल्यूज बहुत सिखां दे नाल बड़ियां मिलदियां ने। गोल्डन कैंपल वर्गे वो कहंदे भी मैं असीं इंग्लिश, साडियां अखां ने विल्किंसन दी भी कई बार इउं लगदा है विल्किंसन दी अखां ते विल्किंसन ते गोल्डन कैंपल दी फोटो एक जगह सैट कर लो ते दोनां दा इक्को ही रूप लगदा। इन्ना कि अपने दे विच गोल्डन कैंपल आउंदा सी, इन्ना ही विल्किंसन होनी आए ने। चलते हैं इस बारे अगे जाके विचार करते हैं। अमनदीप सिंह जी लाइन नंबर 2 तुसीं एयर ते हो। सत श्री अकाल सर। सत श्री अकाल वीर जी। अज जिवें कि तुसीं हुण गल छेड़ ही दित्ती है जी इंडो कनेडियन दी, ਇਹ ਜਿਹੜਾ ਸ਼ਬਦ NRI ਹੈ ਤੇ ਇੰਡੋ ਕੈਨੇਡੀਅਨ ਆ ਜੀ, ਇਹ ਸ਼ਬਦ ਆਪਾਂ ਆਪਦੇ ਆਪ ਹੀ ਆਪਦੇ ਮੂੰਹ 'ਚ ਪਾਇਆ ਵਾ। ਸਭ ਤੋਂ ਪਹਿਲਾਂ ਆਪਾਂ ਆਪਦੇ ਮੂੰਹ 'ਚ ਪਾਇਆ ਤੇ ਫਿਰ ਉਹਦੇ ਨਾਲ ਫਿਰ ਆਪਾਂ ਕਹਿੰਦੇ ਆ ਕਿ ਜੀ ਸਾਡੇ ਨਾਲ ਰੇਸਿਜ਼ਮ ਹੁੰਦਾ। ਰੇਸਿਜ਼ਮ ਹੋਣਾ ਹੀ ਹੈ ਭਾਈ, ਤੁਸੀਂ ਕੈਨੇਡੀਅਨ ਵੀ ਬਣ ਗਏ, ਤੁਸੀਂ ਅਜੇ ਵੀ ਆਪਦੇ ਆਪ ਨੂੰ ਇੰਡੀਅਨ ਖਵਾਈ ਜਾਂਦੇ ਹੋ, ਤੁਹਾਡੇ ਨਾਲ ਰੇਸਿਜ਼ਮ ਹੋਊਗਾ ਹੀ ਹੋਊਗਾ, 100% ਹੋਊਗਾ। ਕਿਉਂਕਿ ਤੁਸੀਂ ਖੁਦ ਆਪਦੇ ਆਪ ਨੂੰ ਕੈਨੇਡੀਅਨ ਨਹੀਂ ਮੰਨ ਰਹੇ, ਤੁਸੀਂ ਖੁਦ ਆਪਦੇ ਆਪ ਨੂੰ ਅਮਰੀਕਨ ਨਹੀਂ ਮੰਨ ਰਹੇ, ਤੁਸੀਂ ਖੁਦ ਆਪਦੇ ਆਪ ਨੂੰ ਬ੍ਰਿਟਿਸ਼ ਨਹੀਂ ਮੰਨ ਰਹੇ, ਤੁਸੀਂ ਪਾਸਪੋਰਟ ਵੀ ਉਹਦਾ ਲੈ ਲਿਆ, ਤੁਸੀਂ ਸਾਰੀਆਂ ਸਹੂਲਤਾਂ ਇੱਥੋਂ ਲੈ ਰਹੇ ਹੋ, ਇਲਾਜ ਵੀ ਇੱਥੋਂ ਕਰਾ ਰਹੇ ਹੋ, ਸਾਰਾ ਕੁਝ ਇੱਥੋਂ ਕਰਾ ਰਹੇ ਹੋ। ਤੁਸੀਂ ਆਪਦੇ ਆਪ ਨੂੰ ਅਜੇ ਵੀ ਨਾਨ ਰਿਲਾਇਬਲ ਇੰਡੀਅਨ ਦੱਸ ਰਹੇ ਹੋ, ਆਪਦੇ ਆਪ ਨੂੰ ਇੰਡੋ ਕੈਨੇਡੀਅਨ ਦੱਸ ਰਹੇ ਹੋ, ਇੰਡੀਅਨ ਕਲਚਰਲ ਸੁਸਾਇਟੀਆਂ ਖੋਲੀ ਬੈਠੇ ਹੋ। ਤੁਸੀਂ ਤਾਂ ਰੇਸ਼ਮ ਦੇ ਖੁਦ ਜ਼ਿੰਮੇਵਾਰ ਹੋ, 100% ਆਪ ਜ਼ਿੰਮੇਵਾਰ ਆ ਆਪਾਂ। ਤੇ ਖਾਸ ਕਰ ਜ਼ਿੰਮੇਵਾਰ ਹੈਗੇ ਜੀ ਉਹ ਰੇਡੀਓ ਵਾਲੇ, ਉਹ ਹੋਸਟ ਜਿਹੜੇ ਅਜੇ ਵੀ ਆਪਦੇ ਆਪ ਨੂੰ ਇੰਡੀਅਨ ਕਹਾਉਂਦੇ, ਉਹਨਾਂ ਦਾ ਇੰਡੀਆ ਵਾਲਿਆਂ ਨੇ ਤਾਂ ਪਾਉਣਾ ਹੀ ਆ ਤੁਹਾਡੇ ਮੂੰਹ 'ਚ ਇੰਡੀਅਨ, ਕਿਉਂਕਿ ਉੱਥੋਂ ਤੋਂ ਪੈਸੇ ਭਾਲਦੇ ਆ। ਉਹ ਕਹਿੰਦੇ ਇੰਡੀਅਨ ਕਹਾਵਾਂਗੇ ਤਾਂ ਹੀ ਫੰਡ ਇੱਥੋਂ ਉੱਧਰ ਨੂੰ ਭੇਜੋਗੇ ਤੁਸੀਂ। ਇਹਨੇ ਹੀ ਕਹਿਣੇ। ਧੰਨਵਾਦ ਜੀ ਤੁਹਾਡਾ ਬਹੁਤ। ਧੰਨਵਾਦ ਜੀ, ਧੰਨਵਾਦ। ਅਮਨਦੀਪ ਸਿੰਘ ਹੋਣੀ ਗੱਲ ਬੜੀ ਖੜਕਾ ਕੇ ਕਰਦੇ ਆ। ਧੰਨਵਾਦ, ਫੋਨ ਕਰਦੇ ਰਿਹਾ ਕਰੋ। ਅੱਛਾ, ਹੁਣ ਇੱਕ ਸੁਣਿਓ ਹੋਰ ਸੁਨੇਹਾ ਤੁਹਾਨੂੰ। टॉप ऑफ खबर दिना 12 बजे तो बाद दिना ਤੁਹਾਨੂੰ एक खुशी की बहुत खबर देनी है, सुन लियो सवार के। 12 बजे तो बाद दिना 6 कोर्स 7 कोर्स 5 कोर्स डिनर ये कहते हैं ना, ये फर्क जिहा ही हुंदा है। मतलब रेस्टोरेंटां दे विच 5 कोर्स 6 कोर्स एक चीज़ 6 किस्म के खाने रोटी ते मतलब मेहनते। हुण अपने भी 6 किस्म के होंदे ने, प्रशादा हो गया, सब्जी हो गई, दाल हो गई, हरी मिर्च हो गई, नाल मिठे प्याज हो गए जिहड़े रात नूं सिरके च डुबो के चंडदे आ, रात नूं छकिया करो ना। ते चटनी हो गई ते नाल अचार हो गया, ते नाल फिर बंदा जिहड़ा कोई मीट का शकीन है वो भी थोड़ा बहुता नाल, जल तोरी वाले कई शकीन ने, प्रसादा हो गया नाल। फिर 6 कोर्स साडे हो गए, साडे खाने वर्गा खाने। अच्छा भी देसी घ्यो आ 2 जिहड़ा
ਧਾਰ ਬੰਨ ਕੇ ਸਿੱਟਣਾ ਛੰਨੇ ਦੇ ਵਿੱਚੋਂ, ਉਹ ਹੈ। ਨਾਲ ਫਿਰ ਬੀਬੀਆਂ ਛੰਨੇ ਦੇ ਨਾਲ ਜਿਹੜਾ ਤੁਪਕਾ ਜਿਹਾ ਹੁੰਦਾ ਉਹਦੇ ਤੇ ਹੱਥ ਫੇਰ ਕੇ ਫਿਰ ਉਹ ਨਾਲ ਜਿਹੜਾ ਸਬਜ਼ੀ ਦੇ ਨਾਲ ਦੇਸੀ ਘਿਓ ਜਾਣੀ ਤਾਰੀਆਂ ਲਾਉਂਦਾ ਚਾਹੀਦਾ। ਸਾਗ ਤੇ ਦੇਸੀ ਘਿਓ, ਮੋਰਨੀ ਵਰਗੀ ਸਾਗ ਤੇ ਦੇਸੀ ਘਿਓ ਜਾਂ ਤਾਰੀਆਂ ਲਾਉਂਦਾ ਨਾ, ਫਿਰ ਖੁੱਚਾ ਮਲ ਕੇ ਬੰਦਾ ਬਈ ਸਵਾਦ ਆ ਗਿਆ, ਤੈਨੂੰ ਨਾਲ ਸਵਾਦ ਹੀ ਆ ਗਿਆ। ਸ਼ਰਾਬੀ ਬਾਹਰ ਜਦ ਖੂਹ ਤੇ ਬੈਠ ਕੇ ਛਕਦਾ ਨਾ, ਜਦ ਦੂਰੋਂ ਕਿਤੇ, ਹੁਣ ਤਾਂ ਸਮਾਂ ਲੰਘ ਗਿਆ, ਜਦ ਦੂਰੋਂ ਸਰਦਾਰ ਦੀ ਰੋਟੀ ਲੈ ਕੇ ਆਉਂਦੀ ਹੂ ਬੰਦਾ ਕਿਹੋ ਜਿਹਾ ਹੂ ਹਲ ਬਹੁੰਦਾ, ਫਿਰ ਦੇਖਦਾ ਲੈ ਵੀ ਮਿੱਤਰਾ ਆ ਗਈ, ਹੁਣ ਅਸੀਂ ਘੰਟਾ ਬੈਠਾਂਗੇ। ਚੱਕ ਦਿੰਦਾ ਡੜਿਆਂ ਡੁੜਿਆਂ ਚੋਂ ਆ ਪ੍ਰੈਸ਼ਰ ਪੂਸ਼ਰ ਜਿਹੜਾ ਇੱਕ ਪ੍ਰੈਸ਼ਰ ਇੱਥੇ $100 ਦੇ ਕੇ ਦਿੰਦੇ ਹੋ, ਸਭ ਢਕਵੰਜ ਹੈ, ਕੱਖ ਨਹੀਂ ਹੈ ਇਹਦੇ 'ਚ। ਇੱਕ ਆ ਸੂਈਆਂ ਸਾਈਆਂ ਜਿਹੀਆਂ ਲਾਉਂਦੇ ਨੇ, ਕੱਖ ਨਹੀਂ, ਦਵਾਈਆਂ ਦੱਲਿਆਂ ਨਾਲ ਹੀ ਬੰਦੇ ਠੀਕ ਹੁੰਦੇ ਨੇ, ਕੁਛ ਨਹੀਂ ਹੈ, ਖੂਨ ਖਾਨ ਮੋੜ ਕੇ ਕੁਛ ਨਹੀਂ ਹੈ, ਇੱਕ ਕੱਖ ਨਹੀਂ ਹੈ ਇਹਦੇ 'ਚ। ਐਵੇਂ ਧੌੜੀ ਨਾ ਲਹਾਇਆ ਕਰੋ। ਤੇ ਉਹਦੇ ਬਾਅਦ ਫਿਰ ਅਗਲਾ ਕਹਿੰਦਾ ਵੀ ਥੰਮ ਦੇ ਹਲ ਖੜਾ ਦਿੰਦੇ ਉੱਥੇ ਕਈਆਂ ਨੂੰ, ਬਲਦਾਂ ਨੂੰ ਰੋਕ ਕੇ, ਤੇ ਫਿਰ ਟਰੈਕਟ ਆ ਗਏ, ਟਰੈਕਟ ਦੀ ਲੰਬ ਨਿਕਲਦੀ ਦੂਰੋਂ, ਜਦ ਅੰਦਰਲਾ ਬ੍ਰੇਕ ਦੱਬ ਕੇ ਮੈਸੀ ਮੋੜਦਾ ਤੇ ਪਿੱਛੋਂ ਹਲ ਚੱਕ ਕੇ ਪੈਰ ਤੇ ਹੀ ਮੁੜ ਆਉਂਦਾ, ਪੈਰ ਤੇ। ਫਿਰ ਜਦ ਸਰਦਾਰ ਨਹੀਂ ਕਿਤੇ ਆਉਂਦੀ, ਅਗਲਾ ਕਹਿੰਦਾ ਰਹੀ ਆ ਗਈ, ਉਹ ਤਾਂ ਰਾਮੂ ਹੀ ਲੈ ਕੇ ਆਉਂਦਾ। ਫਿਰ ਬਹਿ ਜਾਂਦੇ, ਫਿਰ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਘਰੇ ਬੇਬੇ ਬਾਪੂ ਜੀ ਕੋਲ ਨਾ ਹੁੰਦੀ। ਉੱਥੇ ਫਿਰ ਉਹ ਦੁੱਖ ਸੁੱਖ ਕਰਦੀ ਜੀ, ਮੈਂ ਫਿਰ ਜਾਇਆ ਵਾਂ ਬੇਬੇ ਬਾਪੂ ਜੀ ਨੂੰ ਦੇਖ ਆਵਾਂ, ਉਹ ਬੀਜ ਲੈਣ ਦੇ, ਚੱਲਾਂਗੇ ਟਰੈਕਟ ਤੇ ਚੱਲਾਂਗੇ। ਫਿਰ ਟਰੈਕਟ ਧੋ ਕੇ ਇਹ ਸਾਡਾ ਆਵਾਜਾਈ ਦਾ ਸਾਧਨ ਕਿਵੇਂ ਬਣਦਾ ਹੈ। ਕੱਲ ਨੂੰ ਨਾ ਤੋਰੀਏ ਇਹਦੀ ਗੱਲ ਟਰੈਕਟ ਦੀ, ਲੈ ਕੱਲ ਨੂੰ ਕਰਦੇ ਆ, ਕੱਲ ਨੂੰ ਬਿਠਾਵਾਂਗੇ ਮਡਗਾੜ ਤੇ, ਮਡਗਾੜ ਤੇ ਮਡਗਾੜ ਹੀ ਕਹੀ ਜਾਂਦੇ। ਮੈਸੀ ਦੇ ਮਡਗਾੜ ਨਾ ਹੁੰਦੇ, ਉਹਦੇ ਪਿੱਛੇ ਫੱਟਾ ਹੁੰਦਾ, ਫੱਟੇ ਤੇ ਬਿਠਾ ਲੈਂਦਾ ਬੰਦਾ। ਫਿਰ ਉੱਪਰ ਬਹੁਤ ਘੱਟ ਉਹਦੀ ਛਤਰੀ ਹੁੰਦੀ, ਫੱਟੇ ਤੇ ਮਤਲਬ ਬੈਠੀ ਸਰਦਾਰ ਨਹੀਂ, ਮਤਲਬ ਤੁਹਾਡੇ ਬਰਾਬਰ ਹੀ ਬੈਠੀ ਆ ਪਿੱਛੇ। ਤੇ ਪਿੰਡ ਚੋਂ ਨਿਕਲਦੇ ਉਹਦਾ ਸਿਰ ਪੂਰਾ ਢੱਕਿਆ ਹੋਣਾ ਚਾਹੀਦਾ, ਮੂੰਹ ਤੇ ਵੀ ਕੱਪੜਾ ਚਾਹੀਦਾ। ਪਿੰਡ ਚੋਂ ਨਿਕਲ ਕੇ ਤਾਂ ਭਰਾਂ ਕਿਤੇ ਚੁੰਨੀ ਭੋਰਾ ਹਵਾ ਨਾਲ ਉੱਡ ਜਾਵੇ, ਅਗਲੇ ਪਿੰਡ ਫਿਰ ਸਿਰ ਢੱਕਣਾ। ਮਿੱਟੀ ਮੁੱਟੀ ਵੀ ਪੈ ਜਾਂਦੀ, ਪਰ ਟਰੈਕਟ ਤੇ ਸਹੁਰੇ ਜਾਣ ਦਾ ਸਵਾਦ ਬਹੁਤ ਹੈ, ਇਹਦਾ ਫਰਕ ਬਹੁਤ ਹੈ। ਸਰ ਪ੍ਰਿੰਸੀਪਲ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ। ਸਤਿ ਸ਼੍ਰੀ ਅਕਾਲ ਹਰਜੀਤ ਜੀ, ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਚੀਜ਼ ਤੁਹਾਡੇ ਸਰੋਤਿਆਂ ਨੂੰ ਇੱਕ ਜਾਗਰਿਤ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਇੰਡੋ ਕੈਨੇਡੀਅਨ ਵਰਡ ਹੈਗਾ, ਇਹਨੂੰ ਆਪਣੀ ਜਿਹੜੀ ਵੋਕੈਬਲਰੀ ਹੈਗੀ ਜਾਂ ਸਾਡੀ ਕੋਈ ਡਿਕਸ਼ਨਰੀ ਦੇ ਵਿੱਚ ਕਿਤੇ ਅਸੀਂ ਰੱਖਿਆ, ਉਹਨੂੰ ਖਤਮ ਕਰ ਦਈਏ। ਕਿਉਂਕਿ ਜਦੋਂ ਅਸੀਂ ਕੈਨੇਡੀਅਨ ਹੋ ਗਏ ਤਾਂ ਇਟ ਮੀਨ ਵੀ ਆਰ ਕੈਨੇਡੀਅਨ। ਤਾਂ ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ, ਕਿਉਂਕਿ ਮੈਂ 2015 ਤੋਂ ਤਕਰੀਬਨ ਸਾਰੇ ਰੇਡੀਓ ਹੋਸਟ ਨੂੰ ਬੇਨਤੀ ਕਰਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਇੰਡੋ ਕੈਨੇਡੀਅਨ ਵਰਡ ਕਦੀ ਵੀ ਤੁਸੀਂ ਆਪਣੀ ਕਮਿਊਨੀਕੇਸ਼ਨ 'ਚ ਨਾ ਯੂਜ਼ ਕਰਿਆ ਕਰੋ। ਕਿਉਂਕਿ 15 ਤੋਂ ਪਹਿਲਾਂ ਮੋਸਟ ਆਫ ਰੇਡੀਓ ਹੋਸਟ ਜਦੋਂ ਵੀ ਸਾਨੂੰ ਐਜ਼ ਏ ਕਮਿਊਨਿਟੀ ਸੰਬੋਧਨ ਕਰਦੇ ਸਨ ਤਾਂ ਇੰਡੋ ਕੈਨੇਡੀਅਨ ਵਰਡ ਨਾਲ ਯੂਜ਼ ਕੀਤਾ ਜਾਂਦਾ ਸੀਗਾ। ਈਵਨ ਤੁਸੀਂ ਦੇਖੋ ਕਿ ਸਾਡੀ ਕੋਈ ਚੈਰਿਟੀਜ਼ ਹੈਗੀਆਂ ਨੇ, ਕੁਛ ਆਰਗੇਨਾਈਜੇਸ਼ਨ, ਬਿਜ਼ਨਸ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਜੇ ਵੀ ਇੰਡੋ ਕੈਨੇਡੀਅਨ ਵਰਡ ਯੂਜ਼ ਕੀਤਾ ਜਾਂਦਾ ਹੈ। ਤੇ ਉਹ ਮੈਂ ਸਮਝਦਾ ਕਿ ਇਸ ਵੇਲੇ ਇਸ ਚੀਜ਼ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਉਹੋ ਜਿਹੀਆਂ ਐਸੋਸੀਏਸ਼ਨਾਂ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ। ਔਰ ਕੁਛ ਮਾਰਕੀਟਾਂ ਵੀ ਅਜੇ ਇੰਡੋ ਕੈਨੇਡੀਅਨ ਨਾਂ ਦੇ ਉੱਤੇ ਘਵਾਉਂਦੀਆਂ ਨੇ ਜਦੋਂ ਤੁਸੀਂ ਕੈਨੇਡਾ ਦੇ ਰਿਮੋਟ ਏਰੀਆ ਦੇ ਵਿੱਚ ਕਿਤੇ ਜਾਂਦੇ ਹੈਗੇ ਹੋ, ਔਰ ਉੱਥੇ ਇਹ ਵਰਡ ਅਜੇ ਬਹੁਤ ਪ੍ਰਚਲਿਤ ਹੈਗਾ। ਔਰ ਇਸ ਚੀਜ਼ ਤੋਂ ਤੁਹਾਨੂੰ, ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਕੈਨੇਡੀਅਨ ਨਹੀਂ ਮੰਨੋਗੇ, ਉਦੋਂ ਤੱਕ ਤੁਹਾਡੀ ਰੈਕਗਨਾਈਜੇਸ਼ਨ ਪੋਲੀਟੀਕਲ ਹਲਕਿਆਂ ਦੇ ਵਿੱਚ ਤੇ ਮੇਨ ਸਟ੍ਰੀਮ 'ਚ ਨਹੀਂ ਹੋਵੇਗੀ। ਕਿਉਂਕਿ ਸਰਦਾਰ ਬੱਕਨ ਸਿੰਘ ਨੂੰ ਸਟੈਬਲਿਸ਼ ਕਰਨਾ, ਉਹਨਾਂ ਦੀ ਕਬਰ ਦਾ ਲੱਭਣਾ, ਇਹ ਸਾਰਾ ਜਿਹੜਾ ਮਤਲਬ ਕਿ ਲੋਕ ਉਪਰਾਲੇ ਕਰ ਰਹੇ ਨੇ, ਇਹ ਸਿਰਫ ਸਟੈਬਲਿਸ਼ ਕਰਨ ਲਈ ਕਰ ਰਹੇ ਹਾਂ ਕਿ ਵੀ ਅਸੀਂ ਵੀ ਸੇਮ ਲੈਵਲ ਤੇ ਹਾਂ ਜਿਸ ਲੈਵਲ ਤੇ ਬਾਕੀ ਇਮੀਗ੍ਰੈਂਟਸ ਹੈਗੇ ਨੇ। ਤੇ ਇਸ ਕਰਕੇ ਅਸੀਂ ਵੀ ਓਨਾ ਹੀ ਹੱਕ ਰੱਖਦੇ ਇਸ ਮੁੱਖ ਦੇ ਉੱਤੇ, ਓਨਾ ਹੀ ਸਾਡੇ ਅਧਿਕਾਰ ਨੇ। ਤੇ ਇਹ ਉਦੋਂ ਸਟੈਬਲਿਸ਼ ਹੋਣਗੇ ਜਦੋਂ ਅਸੀਂ ਸਮਝ ਜਾਵਾਂਗੇ ਕਿ ਵੀ ਆਰ ਕੈਨੇਡੀਅਨ ਐਂਡ ਵੀ ਹੈਵ ਟੂ ਬੀ ਟੇਕ ਕੇਅਰ ਆਫ ਦਿਸ ਕੰਟਰੀ, ਐਂਡ ਸਾਨੂੰ ਇਸ ਕੰਟਰੀ ਦਾ ਆਪਣੇ ਆਪ ਨੂੰ ਹਿੱਸਾ ਮੰਨ ਕੇ ਆਪਣੀ ਬਣਦਾ ਦਾ ਯੋਗਦਾਨ ਪਾਉਣਾ ਚਾਹੀਦਾ ਔਰ ਪਾਉਂਦੇ ਰਹਿਣਾ ਚਾਹੀਦਾ। ਔਰ ਮੈਂ ਬੇਨਤੀ ਕਰਦਾ ਜਿਹੜੀਆਂ ਐਸੋਸੀਏਸ਼ਨਸ ਜਾਂ ਜਿਹੜੇ ਕੁਛ ਚੈਰਿਟੀਜ਼ ਇੰਡੋ ਕੈਨੇਡੀਅਨ ਨਾਂ 'ਤੇ ਚੱਲਦੀਆਂ ਨੇ, ਉਹ ਆਪਣੇ ਨਾਂ ਬਦਲ ਦੇਣ, ਕਿਉਂਕਿ ਅਸੀਂ ਸਾਰੇ ਕੈਨੇਡੀਅਨ ਹੈਗੇ ਹਾਂ।
ਔਰ ਐਜ਼ ਏ ਕੈਨੇਡੀਅਨ ਅਸੀਂ ਐਕਟ ਕਰੀਏ, ਐਜ਼ ਏ ਕੈਨੇਡੀਅਨ ਅਸੀਂ ਥਿੰਕ ਕਰੀਏ। ਔਰ ਕਦੀ ਵੀ ਇੰਡੋ ਕੈਨੇਡੀਅਨ ਵਰਡ ਜੇ ਕੋਈ ਯੂਜ਼ ਕਰਦਾ ਹੈ ਤਾਂ ਉਹਨੂੰ ਅਸੀਂ ਟੋਕਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਮੈਨੂੰ ਪਤਾ ਹੈ ਸੀਨੀਅਰ ਹੋਮ ਸੀਗਾ, ਉਹ ਵੀ ਇੰਡੋ ਕੈਨੇਡੀਅਨ ਵਰਡ ਉੱਥੇ ਯੂਜ਼ ਕੀਤਾ ਜਾਂਦਾ ਸੀਗਾ। ਉਹ ਸੀਨੀਅਰ ਹੋਮ ਦਾ ਨਾਂ ਵੀ ਇੰਡੋ ਕੈਨੇਡੀਅਨ ਵਰਡ ਤੋਂ ਹੀ ਸਟਾਰਟ ਕੀਤਾ ਗਿਆ ਸੀ, ਜਿਹੜਾ ਕਿ ਹੁਣ ਚੇਂਜ ਕਰ ਦਿੱਤਾ ਗਿਆ। ਇੱਕ ਸਾਡੀ ਆਰਗੇਨਾਈਜੇਸ਼ਨ ਹੈ, ਉੱਥੇ ਵੀ ਇੰਡੋ ਕੈਨੇਡੀਅਨ ਨਾਂ ਤੇ ਸਟਾਰਟ ਹੋਈ ਸੀਗੀ, ਜਿਹਦਾ ਨਾਂ ਹੁਣ ਕੁਛ ਹੋਰ ਹੈਗਾ। ਤਾਂ ਇਹ ਚੀਜ਼ ਮੈਂ ਸਭ ਨੂੰ ਬੇਨਤੀ ਕਰਕੇ ਕਹਿਣਾ ਕਿ ਵੀ ਆਰ ਕੈਨੇਡੀਅਨ ਔਰ ਅਸੀਂ ਕੈਨੇਡੀਅਨ ਹੈਗੇ ਹਾਂ। ਸਾਡੇ ਤੇ ਹੋਰ ਤਰ੍ਹਾਂ ਦੇ ਕੋਈ ਥੱਪੇ ਨਹੀਂ ਲੱਗਣੇ ਚਾਹੀਦੇ ਕਿ ਇੰਡੋ ਕੈਨੇਡੀਅਨ ਹੈ ਜੀ, ਇਹ ਅਫਰੀਕਨ ਹੈ ਜੀ, ਇਹ ਪਾਕਿਸਤਾਨੀ, ਇਹ ਫੋਗਟ। ਜਦੋਂ ਅਸੀਂ ਕੈਨੇਡੀਅਨ ਪਾਸਪੋਰਟ ਲੈ ਲਿਆ, ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲਈ, ਅਸੀਂ ਕੈਨੇਡੀਅਨ ਹੈਗੇ ਹਾਂ। ਬਸ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ। ਜੇ ਕੋਈ ਰੇਡੀਓ ਹੋਸਟ ਇੰਡੋ ਕੈਨੇਡੀਅਨ ਵਰਡ ਯੂਜ਼ ਕਰਦਾ ਸਾਡੇ ਪ੍ਰਤੀ, ਖਾਸ ਕਰਕੇ ਜਿਹੜੀ ਹਿੰਦੁਸਤਾਨ ਤੋਂ ਇੱਕ ਕਮਿਊਨਿਟੀ ਹੈਗੀ ਆ, ਤਾਂ ਮੈਂ ਸਮਝਦਾ ਕਿ ਵੀ ਉਹ ਗਲਤ ਵਰਡ ਯੂਜ਼ ਕਰ ਰਿਹਾ, ਕਿਉਂਕਿ ਅਸੀਂ ਜਦੋਂ ਇੱਥੇ ਆ ਗਏ ਉਸ ਤੋਂ ਬਾਅਦ ਇੱਥੇ ਦੇ ਸੰਵਿਧਾਨ ਨੂੰ ਅਸੀਂ ਸਵੀਕਾਰ ਕਰ ਲਿਆ, ਅਸੀਂ ਸਿਟੀਜ਼ਨਸ਼ਿਪ ਐਕਸੈਪਟ ਕਰ ਲਈ, ਤਾਂ ਅਸੀਂ ਕੈਨੇਡੀਅਨ ਹੈਗੇ। ਬਸ ਇਹੀ ਮੇਰਾ ਮੰਨਣਾ ਹੈਗਾ ਜੀ। ਥੈਂਕ ਯੂ ਜੀ। ਅੱਛਾ, ਜਿਹੜੀ ਖੁਸ਼ਖਬਰੀ ਇੱਕ ਹੋਰ ਕਾਲਰ ਲੈ ਲਈ ਸਰ, ਕਰਮਜੀਤ ਲਾਈਨ ਨੰਬਰ 2। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਹਰਜੀਤ ਸਿੰਘ ਗਿੱਲ ਵੱਡੇ ਭਾਈ, ਇੱਕ ਛੋਟੇ ਭਾਈ ਕਹਾਂ। ਹੁਣ ਮੈਨੂੰ ਪਤਾ ਨਹੀਂ ਤੇਰੀ ਉਮਰ ਕਿੰਨੀ ਆ, ਪਰ ਜੱਟਾ ਮੈਂ 1900 ਆਇਆ ਸੀ 12 ਚ ਤੇ ਇੱਥੇ ਆ ਕੇ ਮੈਨੂੰ ਲੱਗਦਾ ਮੈਂ ਉਦੋਂ ਹੀ ਮੁੜ ਜਾਂਦਾ ਜੇ ਤੁਹਾਡਾ ਨਾਂ ਰੇਡੀਓ ਸੁਣਨ ਲੱਗਦੇ। ਬਸ ਜਿੰਨਾ ਕਿ ਜੀ ਲੱਗ ਗਿਆ। ਕਿਹੜੇ ਸਾਲ ਚ ਆਏ ਜੀ ਤੁਸੀਂ? 2012 ਚ 2012। ਹਾਂਜੀ ਹਾਂਜੀ ਜੀ। 6-7 ਸਾਲ ਹੋ ਗਏ ਤੇ ਰਿਹਾ ਮੈਂ ਇੱਥੇ ਥੋੜਾ ਹੀ, ਬਾਹਲਾ ਨਹੀਂ ਰਿਹਾ, ਪਰ ਜਿੰਨਾ ਕੁ ਰਿਹਾ ਉਹ ਤੇਰੇ ਕਰਕੇ ਹੀ ਰਹਿ ਗਿਆ। ਹੁਣ ਮੇਰੇ ਕੋਲੇ ਸ਼ਬਦ ਨਹੀਂ ਜਿਹੜਿਆਂ ਨਾਲ ਮੈਂ ਤੁਹਾਡੀ ਪ੍ਰਸ਼ੰਸਾ ਕਰਾਂ। ਤੇ ਜਿੰਨਾ ਕਿ ਜੀ ਲੱਗ ਗਿਆ ਤੁਸੀਂ ਲਵਾਤਾ। ਪਰਮਾਤਮਾ ਨੇ ਇਹੀ ਜੀ ਤੁਹਾਨੂੰ ਇਹ ਬਖਸ਼ੀ ਆ ਬੁੱਧੀ, ਜਿਹੜਾ ਤੁਹਾਡੇ ਅੰਦਰ ਪੰਜਾਬੀ ਬੈਠਾ, ਪੁਰਾਣਾ ਪੰਜਾਬੀ ਬੈਠਾ। ਮੈਂ ਤਾਂ ਕਦੇ ਕਦੇ ਸੋਚਦਾ ਹੁੰਦਾ ਹਾਂ, ਦੇਖਿਆ ਤਾਂ ਅਸੀਂ ਵੀ ਸਾਰਾ ਕੁਛ ਆ, ਪਰ ਸਾਡੇ ਉਹ ਗੱਲਾਂ ਯਾਦ ਨਹੀਂ। ਯਾਦ ਉਹ ਜਦੋਂ ਭਾਈ ਹਰਜੀਤ ਗਿੱਲ ਕਰਦਾ ਉਦੋਂ ਸਾਰੀਆਂ ਯਾਦ ਆਉਂਦੀਆਂ ਨੇ। ਤੇ ਪਰਮਾਤਮਾ ਮਿਹਰ ਕਰੇ, ਜਿਵੇਂ ਤੁਹਾਡੇ ਸਿਰ ਤੇ ਮਿਹਰ ਦਾ ਹੱਥ ਰੱਖੇ, ਚੜ੍ਹਦੀ ਕਲਾ 'ਚ ਰਹੋ। ਬਹੁਤ ਵੱਡਾ ਯੋਗਦਾਨ ਆ ਜੱਟਾ ਤੇਰਾ, ਬਹੁਤ ਵੱਡਾ। ਸਾਡੇ ਵਰਗੇ ਬੰਦਿਆਂ ਦਾ ਇੱਥੇ ਦਿਨ ਟੁੱਟਦੇ ਨੇ ਤਾਂ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ 2-3 ਘੰਟੇ ਤੁਹਾਡੇ ਨਾਲ ਜੁੜ ਕੇ ਟੁੱਟ ਜਾਂਦੇ ਆ। ਇੱਕ ਪੈਲ ਕਰਕੇ ਤੁਹਾਡਾ ਪੈਲ ਪਿੰਡ ਆ ਜਾਂ ਕੋਲੇ ਆ, ਸਾਡੀ ਦੀਪੇ ਨਾਲ ਯਾਰੀ ਸੀ, ਬਹੁਤ ਜ਼ਿਆਦਾ ਭਰਾ ਸੀ ਅਸੀਂ। ਬਸ ਉਹਦਾ ਕਰਕੇ ਮੈਨੂੰ ਯੋਧੇ ਦਾ ਨਾਮ ਲਿਆ ਰਹਿੰਦੀ ਆ। ਯੋਧੇ ਦਾ ਨਾਮ ਲਿਆ। ਵਾਹ ਯਾਰ ਬਾਈ, ਯੋਧੇ ਦਾ ਨਾਮ ਲਿਆ। ਬਹੁਤ ਯਾਰ ਸੀ ਬਾਈ। ਸੁਣਾਊਂ ਗੱਲ ਕਿਸੇ ਦਿਨ, ਸੁਣਾਊਂਗਾ ਯੋਧੇ ਦੀ ਗੱਲ ਕਿਸੇ ਦਿਨ, ਸੁਣਾਊਂਗਾ ਯੋਧੇ ਦੀ ਗੱਲ। ਅਸੀਂ ਬਰਨਾਲਾ ਬਾਈ, ਮੇਰਾ ਪਿੰਡ ਸਾਡੇ ਕੋਲੇ ਰਿਹਾ ਬਹੁਤ। ਉਹ ਜਿਉਂਦੇ ਰਹੋ ਬਰਨਾਲੇ ਜੀ, ਖੂਨ ਕਿਲੋ ਵਧਾਤਾ, ਸ਼ੇਰ ਖੂਨ ਵਧਾਤਾ ਮੇਰਾ। ਜਿਉਂਦੇ ਰਹੋ। ਹਾਂਜੀ ਬਾਈ, ਥੈਂਕ ਯੂ, ਬਹੁਤ ਧੰਨਵਾਦ ਵੱਡੇ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ। ਆਊਂਗਾ ਮੈਂ ਗੱਲ। ਮੇਰੇ ਤੋਂ ਤਾਂ ਵੱਡੇ ਤੁਸੀਂ, ਮੇਰੇ ਤੋਂ ਵੱਡੇ ਹੋ, ਦੀਪੇ ਦੇ ਜਹਾਨ ਦੇ ਹੋ, ਤਾਂ ਵੱਡੇ ਭਾਈ ਹੋ ਤੁਸੀਂ ਮੇਰੇ। ਤੇ ਦੀਪੇ ਦੀ ਗੱਲ, ਪਹਿਲਾ ਮੁਕਾਬਲਾ ਪੰਜਾਬ ਦੇ ਵਿੱਚ ਬੇਦੀ ਦੁਸ਼ਟ ਨੇ SHO ਪੈਲ ਨੇ ਕੀਤਾ ਸੀ ਦੀਪੇ ਦਾ। 3 ਭਾਈ ਨਾਲ 2 ਹੋਰ ਸੀ। ਯੋਧੇ ਨੇ ਦੀ ਗੱਲ ਹੈ, ਉਹ ਸੁਣਾਊਂਗਾ ਕਿਸੇ। ਹੁਣ ਖੁਸ਼ਖਬਰੀ ਸੁਣ ਲਿਓ ਬਈ। ਖੁਸ਼ਖਬਰੀ ਇਹ ਹੈ, ਇੱਕ ਵਪਾਰਕ ਸੰਦੇਸ਼ ਲੈ ਲਓ, ਮੈਨੂੰ ਫਿਰ ਲੰਮੀ ਹੋ ਜਾਣੀ ਖੁਸ਼ਖਬਰੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸੁਣਾਉਣਾ। ਧੰਨਵਾਦ ਸਾਰਿਆਂ ਦਾ। ਖੁਸ਼ਖਬਰੀ ਇਹ ਹੈ ਜੀ ਕਿ 600 AM ਸ਼ੇਰੇ ਪੰਜਾਬ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਜੀ। ਸੋਮਵਾਰ ਤੋਂ 28 ਸਤੰਬਰ ਤੋਂ ਤੁਹਾਨੂੰ 600 AM ਟਿਊਨ ਇਨ ਕਰਕੇ, ਜਿਵੇਂ 1550 AM ਟਿਊਨ ਇਨ ਕੀਤਾ, 600 AM ਜਿਹੜਾ ਉਹ ਚੱਲਣਾ ਹੈ ਸੋਮਵਾਰ ਨੂੰ। 2016 ਦਾ ਰੇਡੀਓ ਇਹ ਮਿਲਿਆ ਹੈ। 4 ਵਰ੍ਹੇ ਲਾਗੇ, ਬਹੁਤ ਓਬਲੀਗੇਸ਼ਨਸ ਹੁੰਦੀਆਂ AM ਰੇਡੀਓ ਲਈ। ਬਾਅਦ ਪਰਿਵਾਰ ਨੇ ਅਪਲਾਈ, ਗੁਰਦਿਆਲ ਸਿੰਘ ਬਾਅਦ ਉਹਨਾਂ ਨੇ ਕੀਤਾ ਸੀ। ਜਦ ਪਹਿਲਾ ਮੇਨ ਫ੍ਰੀਕੁਐਂਸੀ ਦਾ ਰੇਡੀਓ ਖਰੀਦ ਕੇ ਬਾਅਦ ਪਰਿਵਾਰ ਨੇ, ਜਿੱਥੇ ਤੁਸੀਂ ਬੈਠੇ ਸੁਣਦੇ ਹੋ, ਇਹਦਾ 9 ਸ਼ੇਰੇ ਪੰਜਾਬ ਰੇਡੀਓ ਸੀ 1550 AM। ਜਦ ਬਾਅਦ ਪਰਿਵਾਰ ਨੇ ਕਿਹਾ ਵੀ ਸਾਨੂੰ ਕੈਨੇਡੀਅਨ ਰੇਡੀਓ ਦਿਓ, ਉਹ ਕਹਿੰਦੇ ਵੀ ਤੁਸੀਂ ਅਮਰੀਕਨ ਰੇਡੀਓ ਲਈ ਬੈਠੋ, ਪਹਿਲਾਂ ਇਹ ਦਿਓ। ਫਿਰ 2014 ਦਸੰਬਰ 'ਚ
ਤੇ ਨਾਲ ਹੀ ਇਸ ਦੀ ਸ਼ਿਕਾਇਤ ਕਰ ਦਿੱਤੀ ਸੀ ਕਿ ਅਮਰੀਕਨ ਫ੍ਰੀਕੁਐਂਸੀ ਦਾ ਰੇਡੀਓ ਪਰਸਨਲੀ ਨਹੀਂ ਬੈਠ ਸਕਦਾ, ਨੈਟਵਰਕਿੰਗ ਕਰ ਸਕਦੇ। ਲੋਕਲ ਰੇਡੀਓ ਜਿਹੜੇ ਸੀ ਜਿਨ੍ਹਾਂ ਨੂੰ ਕੈਨੇਡੀਅਨ CRTC ਨੇ ਲਾਇਸੈਂਸ ਦਿੱਤੇ, ਪਹਿਲਾਂ ਚੱਲਦਾ ਸੀ ਇਹ, ਕੋਈ ਫਿਕਰ ਨਹੀਂ ਸੀ। ਪਰ ਜਦ ਉਹਨਾਂ ਨੇ ਦੇਖਿਆ ਵੀ ਸਾਡੀ ਐਡਵਰਟਾਈਜ਼ਮੈਂਟ ਦਾ ਫਰਕ ਪੈਂਦਾ ਤਾਂ ਸਾਨੂੰ ਕੈਨੇਡਾ ਤੋਂ ਬਾਹਰ ਕਰ ਦਿੱਤਾ। ਤੇ ਪਿਛਲੇ 6 ਸਾਲ ਅਸੀਂ ਮਤਲਬ ਮੈਂ ਕੈਨੇਡਾ ਤੋਂ ਬਾਹਰ ਹਾਂ, ਫਰਨਡੇਲ ਦੇ ਵਿੱਚ ਆਪਣੇ ਸਟੂਡੀਓ ਹੈ, ਪਰ ਅਸੀਂ ਘਰਾਂ ਤੋਂ ਪ੍ਰੋਗਰਾਮ 6 ਸਾਲ ਕਰਦੇ ਰਹੇ। ਜਦ ਅਸੀਂ ਘਰਾਂ ਤੋਂ ਆਏ ਤੇ ਫਿਰ ਇਹ ਵੱਡਿਆਂ ਰੇਡੀਓ ਵਾਲਿਆਂ ਦੇ ਵੱਡਿਆਂ ਹੋਸਟਾਂ ਨੇ ਇਹ ਕਹਿਣਾ ਸੀ, ਦੇਖੋ ਘਰੇ ਬੈਠੇ ਕਿਤੇ ਰੇਡੀਓ ਚੱਲਦੇ ਨੇ, ਕਿਤੇ ਘਰੇ ਬੈਠੇ। ਪਰ ਫਲਾ ਗੱਡ ਕੇ ਰੱਖਿਆ ਬਰਾਬਰ 6 ਵਰੇ। ਕਿਹਦੇ ਕਰਕੇ? ਤੁਹਾਡੇ ਕਰਕੇ। ਐਡਵਰਟਾਈਜ਼ਮੈਂਟ ਡਬਲ ਹੋ ਗਈ 1550 AM ਦੀ ਪਿਛਲੇ 6 ਸਾਲਾਂ 'ਚ, ਖਾਸ ਤੌਰ ਤੇ ਗੁਰੂ ਕਿਰਪਾ ਨਾਲ ਲੋਕ ਸੱਥ ਦੇ ਵਿੱਚ ਥਈਆਂ ਲਾਤੀਆਂ, ਨੋਟਾਂ ਦੀਆਂ ਥਈਆਂ। ਜਦ ਇੱਕ ਵਾਰ ਕਹਿੰਦੇ ਸੀ ਬਈ ਕਰਿਓ ਮਾੜੀ ਜੀ ਐਡਵਰਟਾਈਜ਼ਮੈਂਟ, 2 ਨੂੰ ਕਹਿੰਦਾ ਸੀ 12 ਆਉਂਦੇ ਸੀ, ਔਰ ਇਹ ਪ੍ਰੂਵਨ ਹੈ। ਤੇ ਹੁਣ ਉਹ ਸ਼ੇਰੇ ਪੰਜਾਬ ਸ਼ੁਰੂ ਹੋ ਰਿਹਾ, ਜਿਹਦੇ ਕਰਕੇ ਸਾਨੂੰ ਬਾਹਰ ਕੱਢਿਆ। ਤੇ ਹੁਣ ਉਹ 1550 ਵਾਲਾ ਰੇਡੀਓ 600 AM ਤੇ ਚੱਲਣਾ, 50,000 ਵਾਟ ਤੇ ਚੱਲਣਾ ਉਹਨੇ, 50,000 ਵਾਟ ਤੇ, ਮਤਲਬ 980 ਤੇ 1130 AM ਰੇਡੀਓ ਜਿੰਨੀ ਪਾਵਰ ਆ ਉਹਦੀ। ਸਾਰੀ ਆਈਲੈਂਡ ਤੇ ਸਾਰਾ ਓਕਨਾਗਨ, ਵਿਸਲਰ ਤੋਂ ਲੈ ਕੇ ਸਿਆਟਲ ਤੱਕ ਟਿਊਨ ਇਨ ਕਰਕੇ ਤੁਸੀਂ ਉਹਨੂੰ ਸੁਣੋਗੇ 600 AM ਟਿਊਨ ਇਨ ਕਰਕੇ ਰੇਡੀਓ ਤੇ। ਮਤਲਬ ਘੁਮਾ ਕੇ ਟ੍ਰੈਡੀਸ਼ਨਲ ਰੇਡੀਓ ਵਾਂਗੂ ਤੁਹਾਨੂੰ ਲੋੜ ਨਹੀਂ ਹੈ ਕਿਸੇ ਵੀ ਡੇਟੇ ਦੀ। ਤੇ ਬਾਕੀ ਨਾਲ ਐਪ ਉਹਦਾ ਡਾਊਨਲੋਡ ਕਰ ਲਿਓ, ਉਹ ਵੀ ਹੋਣਾ ਸ਼ੇਰੇ ਪੰਜਾਬ radio.ca ਉਹਦੀ ਵੈਬਸਾਈਟ ਹੈ। 600 AM ਸ਼ੇਰੇ ਪੰਜਾਬ ਰੇਡੀਓ ਉਹਦੀ ਫੇਸਬੁੱਕ ਪੇਜ ਹੈ, ਤੇ ਉਹ ਮੈਂ ਤੁਹਾਨੂੰ ਭੇਜਿਆ, ਮੈਂ ਸਾਂਝੀ ਕੀਤੀ ਹੋਈ ਆਪਣੀ ਪੇਜ ਤੇ, ਹਰਜੀਤ ਸਿੰਘ ਗਿੱਲ ਫੈਨ ਪੇਜ ਤੇ, ਉੱਥੇ ਦੇਖ ਲਿਓ। ਨਾਲ ਉਸਨੇ ਚੱਲਣਾ ਹੈ ਲਾਈਵ ਫੇਸਬੁੱਕ ਤੇ ਲਾਈਵ YouTube ਤੇ, ਉਸੇ ਸਮੇਂ ਸਾਰੇ ਸ਼ੋਅ ਲਾਈਵ ਤੁਸੀਂ ਵੇਖ ਸਕੋਗੇ ਫੇਸਬੁੱਕ ਤੇ, ਸਾਨੂੰ ਲਾਈਵ YouTube ਤੇ। ਦੁਨੀਆ 'ਚ ਜਿੱਥੇ ਬੈਠੇ ਹੋ, ਚਾਹੇ ਵੈਬਸਾਈਟ ਤੇ ਜਾ ਕੇ ਸੁਣ ਲਓ ਸ਼ੇਰੇ ਪੰਜਾਬ ਰੇਡੀਓ ਤੇ, ਚਾਹੇ AM 600 ਸ਼ੇਰੇ ਪੰਜਾਬ ਜਿਹੜੀ ਫੇਸਬੁੱਕ ਤੇ ਡਾਇਰੈਕਟ ਸੁਣ ਲਓ, ਜਾਂ YouTube ਤੇ ਚਲੇ ਜਾਓ ਸ਼ੇਰੇ ਪੰਜਾਬ ਰੇਡੀਓ ਤੇ। YouTube ਤੇ ਤੁਸੀਂ ਮੰਨ ਲਓ ਜਿੱਥੇ ਬੈਠੇ ਹੋ ਦੁਨੀਆ 'ਚ, ਚਿਹਰੇ ਨਾਲ ਦੇਖ ਕੇ ਐਪ ਮੈਂ ਤੁਹਾਨੂੰ ਸਭ ਦੱਸਦਾ ਜੀ, ਐਪ ਤੁਹਾਨੂੰ ਦੱਸਦਾ ਮੈਂ ਹੁਣੇ। ਸ਼ੇਰੇ ਪੰਜਾਬ ਰੇਡੀਓ ਦੇ ਥੱਲੇ ਹੀ ਐਪ ਹੋਣੀ ਹੈ, ਐਪ ਵੀ ਹੋ ਜਾਣੀ ਹੈ। ਪਰ ਤੁਸੀਂ ਜਿਹੜੇ ਸਿਆਟਲ ਤੋਂ ਉਰੇ ਤੁਹਾਨੂੰ ਲੋੜ ਨਹੀਂ, ਜੇ ਤੁਸੀਂ ਬਾਹਰ ਨਿਕਲਣਾ ਤਾਂ ਲੋੜ ਹੈ, ਨਹੀਂ ਤੁਹਾਡੇ ਟਰੱਕਾਂ ਦੇ ਵਿੱਚ ਕੰਮਾਂ ਤੇ 600 AM ਚੱਲਣਾ। 50,000 ਵਾਟ ਮੀਨਸ 1130 980 ਦੀ ਫ੍ਰੀਕੁਐਂਸੀ ਹੈ, ਤੇ 4 ਵਰੇ ਲੱਗੇ। ਮਤਲਬ ਬਹੁਤ ਮਿਹਨਤ ਜਿਹੜੀ ਪਰਿਵਾਰ ਨੇ ਕੀਤੀ ਹੈ। ਬਾਅਦ ਪਰਿਵਾਰ ਨੇ ਬਾਦ ਸਾਹਿਬ ਵੱਡੇ ਉਹ ਦਫ਼ਤਰ ਦੇ ਵਿੱਚੋਂ 2016-14 ਦੇ ਵਿੱਚ ਗਏ ਬਜ਼ੁਰਗ, ਜਿੱਥੇ ਬੈਠ ਕੇ ਅਸੀਂ ਧੀਆਂ ਪੁੱਤਾਂ ਵਾਂਗੂ ਕੰਮ ਕਰਦੇ। ਜਦ ਅਸੀਂ ਉਹ ਦਫ਼ਤਰ ਛੱਡ ਕੇ, ਜਦ ਉਹ ਸਟੂਡੀਓ ਛੱਡ ਕੇ ਅਸੀਂ ਘਰਾਂ 'ਚ ਆਏ, ਸਾਡਾ ਕੱਖ ਨਾ ਸਾਡੇ ਕੋਲ ਰਿਹਾ। ਘਰਾਂ ਦੇ ਵਿੱਚ ਇੱਕ ਮਾਈਕ, ਸਾਡਾ ਘਰ ਦੇ ਇੱਕ ਖੂੰਜੇ ਦੇ ਵਿੱਚ ਸਾਰਿਆਂ ਨੇ ਟੇਬਲ ਲਾਏ, ਕਿਉਂਕਿ ਸਾਨੂੰ ਵੀ ਰੋਟੀ ਅਸੀਂ ਚਲਾਉਣੀ ਸੀ ਤੇ ਰੇਡੀਓ ਤੁਹਾਡੇ ਤੱਕ ਚੱਲਦਾ ਰੱਖਣਾ ਸੀ। ਸਾਰੇ ਘਰਾਂ ਦੇ ਵਿੱਚ, ਕੋਈ ਸਾਡਾ ਹੋਸਟ ਉਸ ਸਮੇਂ ਬੇਸਮੈਂਟ ਦੇ ਵਿੱਚ ਵੀ ਸੀ, ਕਿਸੇ ਦੇ ਘਰ ਦੇ ਵਿੱਚ ਉਨੀ ਜਗ੍ਹਾ ਨਹੀਂ ਸੀ ਵੀ ਟੇਬਲ ਕਿੱਥੇ ਲੱਗੇ। ਗੁਰੂ ਕਿਰਪਾ ਨਾਲ ਕਈਆਂ ਨੂੰ ਜਗ੍ਹਾ ਸੀ, ਜਿਨ੍ਹਾਂ ਦੇ ਅਲੱਗ ਕਮਰੇ ਸੀ, ਤੇ ਉਹਨਾਂ ਦੇ ਵਿੱਚ ਉਹਨਾਂ ਨੇ ਸਟੂਡੀਓ ਬਣਾ ਦੇ। ਤੇ ਉਹਨਾਂ ਸਟੂਡੀਓ ਦੇ ਵਿੱਚ ਤੁਸੀਂ ਸਾਰੇ ਮਹਿਮਾਨ ਸਾਡੇ ਘਰਾਂ 'ਚ ਆਉਂਦੇ ਰਹੇ, ਸਾਰੇ ਬ੍ਰਿਜ ਮੋਹਨ ਜੀ, ਪਰਮਿੰਦਰ ਸਿੰਘ ਹੋਣੀ, ਜਿੰਨੇ ਵੀ ਤੁਸੀਂ ਸਾਰੇ ਆਉਂਦੇ ਰਹੇ। ਉਹ ਬਹੁਤ ਤੁਹਾਡਾ ਮਾਣ ਹੈ ਜਿਹੜੇ ਤੁਸੀਂ ਸਾਡੇ ਘਰਾਂ 'ਚ ਆਉਂਦੇ ਰਹੇ। ਸਾਡੀ ਚਾਹੇ ਆਪਣੀ ਘਰਾਂ ਦੀ ਪ੍ਰਾਈਵੇਸੀ ਸੀ, ਪਰ ਸਾਨੂੰ ਇਹ ਸੀ ਕਿਸੇ ਦੇ ਘਰ 'ਚ ਜਾ ਕੇ ਬੈਠ ਕੇ ਬੋਲਣਾ ਬਹੁਤ ਔਖਾ ਹੈ। ਸਾਨੂੰ ਸਾਡੇ ਪਰਿਵਾਰਾਂ ਦੇ ਕੋਲ ਫਿਰਦਿਆਂ ਬੋਲ ਕੇ, ਕੋਲ ਮਾਪੇ ਨੇ, ਕੋਲ ਪਰਿਵਾਰ ਹੈ, ਸਾਨੂੰ ਉਸ ਸਮੇਂ ਹੋਸਟ ਬਣ ਕੇ ਵਿਚਰਨਾ ਬਹੁਤ ਔਖਾ ਸੀ। ਵੀ ਮਾਪੇ ਸਾਡੇ ਕੋਲ ਬੈਠੇ ਨੇ, ਕਈ ਵਾਰ ਸਾਡੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਇਉਂ ਲੱਗਦਾ ਮਾਪਿਆਂ ਦੇ ਮੂੰਹ ਤੇ ਬੈਠੇ ਅਸੀਂ ਨਹੀਂ ਕਰ ਸਕਦੇ, ਤੇ ਮਾਪੇ ਰੇਡੀਓ ਤੇ ਸੁਣ ਲੈਣਾ ਤਾਂ ਸਾਨੂੰ ਕੋਈ ਦੂਰ ਬੈਠੇ, ਹੁਣ ਸਟੂਡੀਓ ਤੋਂ ਬੈਠੇ ਬੋਲੋ ਤਾਂ ਕੋਈ ਤੰਗੇ ਨਹੀਂ। ਪਰ ਗੁਰੂ ਕਿਰਪਾ ਦੇ ਨਾਲ ਉਹ ਅਸੀਂ 6 ਸਾਲ ਕੱਢੇ ਨੇ। ਇਹਦੇ ਕਰਕੇ ਕੱਢੇ ਸਾਹਿਬ ਦਾ ਸਿਰ ਤੇ ਹੱਥ, ਤੇ ਤੁਸੀਂ ਜਿਹੜੇ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ, ਜਿਹੜਾ ਵੰਝ ਅਸੀਂ ਗੱਡ ਕੇ ਰੱਖਿਆ 6 ਸਾਲਾਂ 'ਚ। ਜਿਹੜੇ ਕਹਿੰਦੇ ਸੀ ਨਾ ਅਸੀਂ ਸੁਪਰ ਹੋਸਟ ਆ, ਸੁਪਰ ਸਾਡੇ ਸਟੂਡੀਓ ਨੇ, ਇੱਟ ਕੋਈ ਨਹੀਂ ਰੱਖਣ ਦਿੱਤੀ, ਚੱਕ ਕੇ ਖੂਹ 'ਚ ਸਿੱਟਦੀ। ਚਾਹੇ ਵੋਟਾਂ ਸੀ, ਚਾਹੇ ਸਮਾਜਿਕ ਇਕੱਠ ਸੀ, ਚਾਹੇ ਕੋਈ ਵਿਸ਼ਾ ਸੀ,
ਲਾਈਨ ਖਿੱਚ ਕੇ ਲਲਕਰ ਕੇ ਖੜੇ ਆ ਵੀ ਆ ਕੇ ਕਰੋ ਗੱਲ। ਤੁਹਾਡੇ ਸਟੂਡੀਓ ਜਿਹੜੇ ਨੇ, ਕਿਹੜਾ ਪੁੱਛਦਾ ਤੁਹਾਡੇ ਸਟੂਡੀਓ ਨੂੰ? ਅਸੀਂ ਘਰਾਂ 'ਚ ਬੈਠ ਕੇ ਗੱਲ ਕਰਦੇ। ਜਿਹੜਾ ਸੁਨੇਹਾ ਦਿੱਤਾ, ਚਾਹੇ ਵੋਟਾਂ 'ਚ ਦਿੱਤਾ, ਚਾਹੇ ਕਿਸੇ ਦਿੱਤਾ, ਤੁਸੀਂ ਮਾਣ ਕੀਤਾ। ਉਹੀ ਕਿਹੜਾ ਜਿਹੜੀ ਨਿੱਜੀ ਤੌਰ ਤੇ ਆਪਣੀਆਂ ਵੋਟਾਂ 'ਚ, ਮੇਰੀਆਂ ਵੋਟਾਂ 'ਚ ਅਗਲਿਆਂ ਨੇ ਕੱਢੀ ਹੈ, ਉਹ ਵੀ ਤੁਹਾਡੇ ਸਾਹਮਣੇ। ਪਰ ਸਦਾ ਦਿਨ ਉਹ ਜਿਹੇ ਨਹੀਂ ਰਹਿੰਦੇ। 12 ਵਾਲੀ ਸੂਈ 6 ਤੇ ਆਉਂਦੇ। ਤੁਸੀਂ ਇੱਕ ਦੇਖੋ ਵੀ ਰਿਟਾਇਰਮੈਂਟ ਏਜ 'ਚ ਇੱਕ ਬਜ਼ੁਰਗ, ਉਹਨਾਂ ਨੂੰ ਉਹਨਾਂ ਦੇ ਦਫ਼ਤਰ 'ਚ ਜਿੱਥੇ ਧੀ ਪੁੱਤ, ਜਿੱਥੇ ਉਹ MD ਸਨ ਸ਼ੇਰੇ ਪੰਜਾਬ ਰੇਡੀਓ ਦੇ, ਉੱਥੇ ਅਸੀਂ ਤੁਰੇ ਫਿਰਦੇ, ਉਹਨਾਂ ਦੀ ਕੁਰਸੀ ਵਿੱਚ ਲੱਗੀ ਹੁੰਦੀ, ਅਸੀਂ ਆਲੇ ਦੁਆਲੇ ਬਹਿ ਕੇ ਬਾਪੂ ਜੀ ਹੱਸਦੇ ਖੇਡਦੇ ਉਹਨਾਂ ਨਾਲ ਗੱਲਾਂ ਕਰਦੇ। ਬਜ਼ੁਰਗਾਂ ਨੂੰ ਜਾਂ ਸਟੂਡੀਓ ਦੇ ਵਿੱਚੋਂ, ਉਹ ਦਫ਼ਤਰ ਦੇ ਵਿੱਚੋਂ ਜਾਣਾ ਪਿਆ, 6 ਵਰੇ ਕੱਢਣੇ ਪਏ, ਬਹੁਤ ਔਖਾ। ਪਰ ਇੱਕ ਉਹਦੇ ਵਿੱਚ ਰੱਖੀ ਬਾਦ ਪਰਿਵਾਰ ਨੇ, ਉਹ ਸ਼ੇਰੇ ਪੰਜਾਬ ਰੇਡੀਓ ਦਾ ਜਿਹੜਾ ਲੋਗੋ ਸੀ, ਸ਼ੇਰੇ ਪੰਜਾਬ ਰੇਡੀਓ ਲਿਖਿਆ ਸੀ ਪਿੱਤਲ ਦੇ ਅੱਖਰਾਂ ਨਾਲ ਲਾਲ ਬਿਲਡਿੰਗ ਤੇ ਵੈਸਟਮਿੰਸਟਰ ਸੇਵਿੰਗ ਤੇ, ਉਹ ਲਾਇਆ ਨਹੀਂ। ਉਸੇ ਸਟੂਡੀਓ ਦੇ ਵਿੱਚ ਹੁਣ ਸੋਮਵਾਰ ਨੂੰ ਸ਼ੇਰੇ ਪੰਜਾਬ ਰੇਡੀਓ ਚੱਲਣਾ। ਉਸੇ ਰੇਡੀਓ ਸਟੇਸ਼ਨ ਤੇ ਅੱਜ ਤੋਂ 20 ਵਰੇ ਪਹਿਲਾਂ ਜਿਹੜੇ ਸਿੱਖ ਕੇ ਭਗੌੜੇ ਹੋ ਕੇ ਭੱਜ ਕੇ ਇੱਧਰ ਉੱਧਰ ਆਏ, ਉਹਨਾਂ ਨੂੰ ਇਹ ਸੀ ਵੀ ਅਸੀਂ ਜਦ ਚੱਲ ਗਏ ਰੇਡੀਓ ਇਹ ਬੰਦ ਹੋ ਜਾਣਾ। ਜਦ ਇਹਨਾਂ ਦਾ ਸਟੂਡੀਓ ਮੂਵ ਕਰਤਾ ਤਾਂ ਰੇਡੀਓ ਬੰਦ ਹੋ ਜਾਣਾ। ਬੰਦ ਨਹੀਂ ਹੁੰਦੇ ਰੇਡੀਓ ਕਦੇ। ਸਟੂਡੀਓ ਆ ਜਿਹੜਾ ਮਾਈਕ ਆ, ਹੋਸਟ ਬਣਾਉਂਦਾ। ਹੋਸਟ ਨੂੰ ਲੋਕ ਪਿਆਰ ਕਰਦੇ ਨੇ। ਮਾਈਕ ਤੋਂ ਹੋਸਟ ਬਣਦਾ, ਹੋਸਟ ਦੇ ਨਾਲ ਮਾਈਕ ਆ, ਹੋਸਟ ਦੇ ਨਾਲ ਸਟੂਡੀਓ ਆ, ਸਟੂਡੀਓ ਨਾਲ ਹੋਸਟ ਆ। ਪੂਰਕਾਂ ਅਸੀਂ 50-50। ਹੁਣ ਉਹ 50,000 ਵਾਟ ਦਾ ਜਿਹੜਾ ਟਿਊਨ ਇਨ ਕਰਕੇ ਰੇਡੀਓ ਤੁਹਾਨੂੰ ਸੁਣੂਗਾ, ਜਿਹਦੇ ਚੈੱਕ ਹੋ ਰਿਹਾ ਪਿਛਲੇ ਦਿਨਾਂ ਦਾ, ਆਈਲੈਂਡ ਤੇ ਕਿਤੇ ਹੋ ਤੁਸੀਂ, ਨਨੈਬੋ ਤੋਂ ਲੈ ਕੇ ਵਿਕਟੋਰੀਆ ਤੱਕ, ਡੰਕਨ ਤੱਕ, ਸਿਆਟਲ ਤੋਂ ਲੈ ਕੇ ਸਾਰੀ ਓਕਨਾਗਨ ਤੱਕ, ਤੁਸੀਂ ਗੁਰੂ ਕਿਰਪਾ ਦੇ ਨਾਲ ਆ ਵੀ ਉੱਥੇ ਹੁਣ ਜਿਹੜਾ ਓਕਨਾਗਨ 'ਚ ਤਾਂ ਆ 1550 ਵੀ ਚੱਲਦਾ, 600 AM ਚੱਲੇਗਾ। ਤੇ ਉਹਦੇ ਤੇ ਪ੍ਰੋਗਰਾਮ ਜਿਹੜੇ ਸਵੇਰੇ ਮੇਨ ਜਿਹੜੇ ਪ੍ਰੋਗਰਾਮ ਨੇ ਸਵੇਰੇ ਸ਼ੁਰੂ ਹੋਣੇ ਨੇ 6 ਵਜੇ। 6 ਵਜੇ ਪਹਿਲੇ ਪ੍ਰੋਗਰਾਮ 'ਚ 6 ਤੋਂ 9 ਦੇ ਵਿੱਚ ਡਾਕਟਰ ਸ਼ਿੰਦਰ ਪੁਰੇਵਾਲ ਪ੍ਰੋਗਰਾਮ ਕਰਨਗੇ। ਡਾਕਟਰ ਸ਼ਿੰਦਰ ਪੁਰੇਵਾਲ ਨੂੰ ਤੁਸੀਂ ਜਾਣਦੇ ਹੋ, ਇਮੀਗ੍ਰੇਸ਼ਨ ਦੇ ਜੱਜ ਰਹੇ ਨੇ, ਸਿਟੀਜ਼ਨਸ਼ਿਪ ਦੇ PhD ਨੇ, ਪੋਲੀਟੀਕਲ ਸਾਇੰਸ ਦੇ, ਤੇ ਪ੍ਰੋਫੈਸਰ ਨੇ ਕੁਆਂਟਲ ਯੂਨੀਵਰਸਿਟੀ ਦੇ ਵਿੱਚ। 6 ਤੋਂ 9 ਵਜੇ ਤੱਕ ਪਹਿਲਾ ਪ੍ਰੋਗਰਾਮ 3 ਘੰਟੇ ਦਾ ਉਹਨਾਂ ਨੇ ਕਰਨਾ, ਜਿਹੜਾ ਕਰੰਟ ਅਫੇਅਰਸ ਤੇ ਸਾਰੀ ਦੁਨੀਆ ਦੀਆਂ ਖਬਰਾਂ ਤੇ ਸਵੇਰ ਦਾ ਜਿਹੜਾ ਮਾਰਨਿੰਗ ਸ਼ੋਅ ਹੋਏਗਾ ਉਹ ਹੋਏਗਾ 6 ਤੋਂ 9 ਵਜੇ। 9 ਤੋਂ 11 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਮੈਂ 600 AM ਤੇ ਹੋਵਾਂਗਾ 2 ਘੰਟੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ 9 to 11 9 ਤੋਂ 11 ਵਜੇ ਤੱਕ 2 ਘੰਟੇ, ਜਿਹੜਾ ਲਾਈਵ ਵੀ ਹੋਏਗਾ, ਫੇਸਬੁੱਕ ਤੇ ਵੀ ਲਾਈਵ ਹੋਏਗਾ, YouTube ਤੇ ਵੀ ਹੋਏਗਾ। ਸਟੂਡੀਓ ਸਟੇਟ ਆਫ ਆਰਟ ਬਣਾਇਆ $1 ਮਿਲੀਅਨ ਲਾ ਕੇ, 2500 ਸਕੁਅਰ ਫੁੱਟ ਦਾ ਸਟੂਡੀਓ। ਆ ਕੇ ਦੇਖਿਓ ਕਦੇ, ਤੁਹਾਨੂੰ ਸੱਦਾਂਗੇ ਸਾਰੇ, ਤੁਸੀਂ ਆ ਕੇ ਵੇਖਿਓ। 9 ਤੋਂ 11 ਵਜੇ ਤੱਕ। ਆ ਤਾਂ ਹੁਣ ਕੋਵਿਡ ਕਰਕੇ ਹੋ ਗਿਆ, ਨਹੀਂ ਬਹੁਤ ਬਿਗ ਸੈਲੀਬ੍ਰੇਸ਼ਨ ਅਸੀਂ ਬੈਂਕੁਏਟ ਹਾਲ ਦੇ ਵਿੱਚ ਕਰਨੀ ਸੀ, ਪਰ ਮਜਬੂਰੀ ਹੋ ਗਈ, ਪਰ ਕਰਾਂਗੇ। ਤੁਸੀਂ ਵੀ ਇੱਥੇ ਹੋ, ਅਸੀਂ ਵੀ। 11 ਤੋਂ 1 ਵਜੇ ਤੱਕ ਨਿੰਮੀ ਡੌਲਾ ਜੀ ਦੇਸੀ ਗੱਲਾਂ, ਦੇਸੀ ਗਾਣੇ, ਦੇਸੀ ਗੱਲਾਂ ਤੇ ਦੇਸੀ ਗੀਤ, ਜਿਹੜਾ ਮਤਲਬ ਸਭ ਤੋਂ ਵਧੀਆ ਸਿਰੇ ਦਾ ਪ੍ਰੋਗਰਾਮ ਸੀ, ਜਿਹਦੀ ਟਿਊਨ ਚੱਲਦੀ ਹੁੰਦੀ 4 ਦਿਨ ਖੇਡ ਲਾ, ਮੌਜਾਂ ਮਾਣ ਲਾ, ਤੈਂ ਭੱਜ ਜਾਵਣਾ, ਕੰਗਣਾ ਕੱਚ ਲਿਆ, ਜਸਵੀਰ ਜੱਸੀ ਦੇ ਮਿਰਜ਼ੇ ਦੇ ਨਾਲ। ਨਿੰਮੀ ਡੌਲਾ ਜੀ 11 ਤੋਂ 1 ਤੁਹਾਡੇ ਸਨਮੁਖ ਹੋਇਆ ਕਰਨਗੇ। 1 ਤੋਂ 3 ਵਜੇ ਤੱਕ ਨਵਜੋਤ ਢਿੱਲੋਂ ਜੀ ਰੌਸ਼ਨੀ ਵਾਲੇ ਉਹ ਪ੍ਰੋਗਰਾਮ ਪੇਸ਼ ਕਰਿਆ ਕਰਨਗੇ। 1 ਤੋਂ 3 ਵਜੇ ਤੱਕ 2 ਘੰਟੇ ਰੌਸ਼ਨੀ। 1 ਤੋਂ 3 ਵਜੇ ਤੋਂ ਲੈ ਕੇ 5 ਵਜੇ ਤੱਕ ਡਾਕਟਰ ਜਸਵੀਰ ਰਮਾਣਾ ਤੁਹਾਡੇ ਸਨਮੁਖ ਹੋਇਆ ਕਰਨਗੇ। ਸਵੇਰ ਦਾ ਵੀ ਪ੍ਰੋਗਰਾਮ ਕਰਿਆ ਕਰਨਗੇ ਉਹ 1550 AM ਤੇ, ਜਿਹੜਾ ਸਵੇਰੇ 8 ਤੋਂ 11 ਉਹਨਾਂ ਦਾ, ਤੇ 3 ਤੋਂ 5 ਉਹ 2 ਘੰਟੇ ਆਇਆ ਕਰਨਗੇ 600 AM ਤੇ। ਪੌਲ ਬਰਾੜ 5 ਤੋਂ 8 ਤੱਕ ਪ੍ਰੋਗਰਾਮ ਪੇਸ਼ ਕਰਿਆ ਕਰਨਗੇ। ਪੌਲ ਬਰਾੜ ਜਿਹੜੇ ਕਿਸੇ ਸਮੇਂ 1550 ਤੇ ਕੰਮ ਕਰਦੇ ਸੀ, ਸ਼ੁਰੂਆਤ ਉਹਨਾਂ ਦੀ 50-50 ਤੇ ਹੋਈ ਹੈ, ਉੱਥੇ ਹੀ ਵਾਪਸ ਆ ਰਹੇ ਨੇ ਪੌਲ ਬਰਾੜ। 5 ਤੋਂ 8 ਉਹ ਕਰਿਆ ਕਰਨਗੇ। ਤੇ ਮੈਂ 9 ਤੋਂ 11 ਤੁਹਾਡੇ ਸਨਮੁਖ ਹੋਇਆ ਕਰਾਂਗਾ 600 AM ਤੇ। ਤੇ ਫਿਰ ਲੋਕ ਸੱਥ ਜਿਹੜੀ ਆਹ ਹੈ, ਇਹ ਮੇਬੀ ਟੇਸਟ ਉਹਦੇ 'ਚ ਮੇਰਾ ਨਾਂ ਹੋਵੇ, CRTC ਦੇ ਕਾਇਦੇ ਕਾਨੂੰਨ ਬਹੁਤ ਨੇ, ਹੋ ਸਕਦਾ ਥੋੜਾ ਜਿਹਾ ਅਲੱਗ ਹੋਵੇ, ਉੱਥੇ ਮੇਰੀ ਵੰਨਗੀ ਅਲੱਗ ਹੋਵੇ, ਕਿਉਂਕਿ ਉਹਦੇ ਵਿੱਚ ਖਬਰਾਂ ਵੀ ਚੱਲਣੀਆਂ ਨੇ, ਉਹਦੇ 'ਚ ਵੈਦਰ ਟ੍ਰੈਫਿਕ ਵੀ ਚੱਲਣਾ ਹੈ, ਉਹਦੇ 'ਚ ਸਮਾਂ ਘੰਟੇ ਦੇ ਵਿੱਚੋਂ 30-35 ਮਿੰਟ ਤੇ ਮਿਲਣਾ। ਤੇ ਫਿਰ ਮੈਂ 12 ਵਜੇ ਤੁਹਾਡੇ ਸੇਵਾ ਦੇ ਵਿੱਚ ਲੋਕ ਸੱਥ ਫਿਰ 1550 ਤੇ ਆਇਆ ਕਰਾਂਗਾ 12 ਤੋਂ 2। ਸੋ ਹੁਣ ਮੈਂ 3 ਘੰਟੇ ਤੁਹਾਡੇ ਕੋਲ 11 ਤੋਂ 2 ਆਉਣਾ,
ਫਿਰ ਮੈਂ 4 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਕਰਾਂਗਾ, 9 ਤੋਂ 11, 12 ਤੋਂ 2, ਫਿਰ 12 ਵਜੇ ਤੁਸੀਂ 1550 ਤੇ ਇੱਧਰ ਮੈਨੂੰ ਸੁਣ ਸਕਦੇ। ਸੋ ਇਸ ਤਰ੍ਹਾਂ ਦੀ ਸਮਾਂ ਸਾਰਨੀ ਹੋਣੀ ਹੈ। 600 AM ਚੱਲੂ। ਜਸਵੀਰ ਸਿੰਘ ਗਰੇਵਾਲ ਜੀ, ਤੁਹਾਡੇ ਕੈਮਲੂਪਸ ਦੇ ਵਿੱਚ ਰੱਬ ਕਰੇ ਉੱਥੇ ਟਿਊਨ ਇਨ ਦੇ ਵਿੱਚ ਚੱਲੇ, ਕੁਝ ਪਹਾੜੀਆਂ ਕਰਕੇ ਮੇ ਵੀ ਇਸ਼ੂ ਹੋ ਸਕਦਾ, ਪਰ ਜਿਹੜੇ ਘਰੇ ਬੈਠੇ ਨੇ ਉਹ ਫੇਸਬੁੱਕ ਤੇ ਲਾਈਵ ਦੇਖ ਸਕਦੇ ਨੇ, ਸੁਣ ਸਕਦੇ ਨੇ, YouTube ਤੇ ਲਾਈਵ ਸੁਣ ਸਕਦੇ ਨੇ। ਤੇ ਉਹਦੇ ਬਾਅਦ ਐਪ ਸ਼ੇਰੇ ਪੰਜਾਬ ਰੇਡੀਓ ਦਾ ਜਿਹੜਾ ਮੈਂ ਤੁਹਾਨੂੰ ਐਗਜ਼ੈਕਟ ਦੱਸਾਂਗਾ ਅੱਜ ਈਵਨਿੰਗ ਜਾਂ ਕੱਲ੍ਹ ਨੂੰ ਵੀ ਸ਼ੇਰੇ ਪੰਜਾਬ ਦਾ ਐਪ ਕਿਹੜਾ ਹੋਊਗਾ। ਐਪ ਲਈ ਬਹੁਤ ਮੈਸੇਜ ਆ ਰਹੇ ਨੇ ਵੀ ਐਪ ਦੱਸੋ। ਤੇ 600 AM ਸ਼ੇਰੇ ਪੰਜਾਬ ਰੇਡੀਓ ਫੇਸਬੁੱਕ ਦਾ ਪੇਜ ਆ ਜਿਹੜਾ ਹਰਜੀਤ ਸਿੰਘ ਗਿੱਲ ਲਾਈਵ, ਹਰਜੀਤ ਸਿੰਘ ਗਿੱਲ ਫੈਨ ਪੇਜ ਤੇ ਮੈਂ ਸ਼ੇਅਰ ਕੀਤਾ, ਉਹਨੂੰ ਲਾਈਕ ਕਰ ਲਿਓ, ਫੋਲੋ ਕਰ ਲਿਓ। ਸੋ ਇਹ ਪ੍ਰੋਗਰਾਮ ਹੋਣੇ ਨੇ ਸ਼ੇਰੇ ਪੰਜਾਬ ਤੇ। ਸਟੇਟ ਆਫ ਆਰਟ ਫੈਸਿਲਿਟੀ ਆ, ਪ੍ਰੋਡਿਊਸਰ ਨੇ ਟੌਪ ਦੇ, ਜਿਨ੍ਹਾਂ ਨੇ ਵਰਲਡ ਦੇ ਨੋਨ ਪੰਜਾਬੀ ਤੇ ਹਿੰਦੀ ਦੇ ਪ੍ਰੋਡਿਊਸਰ ਨੇ ਇਸ ਸ਼ੋਅ ਦੇ, ਰਿਚਰਡ ਸ਼ਰਮਾ ਜੀ, ਜਿਨ੍ਹਾਂ ਨੇ ਭਾਰਤ ਦੇ ਵਿੱਚ ਬਹੁਤ ਕੰਮ ਕੀਤਾ ਤੇ ਇੱਥੇ ਆ ਕੇ ਕੰਮ ਕੀਤਾ। ਵੱਡੇ ਵੱਡੇ ਸਟੇਸ਼ਨ ਉਹਨਾਂ ਨੇ ਦਿੱਲੀ ਦੇ ਵਿੱਚ ਦੂਰਦਰਸ਼ਨ ਦੇ ਵਿੱਚ ਕਰਾਏ ਨੇ, ਬਹੁਤ ਸੀਨੀਅਰ ਜਰਨਲਿਸਟ ਨੇ। ਉਹਨਾਂ ਨੇ ਇਹਨਾਂ ਸਾਰੇ ਟੀਮ ਨੂੰ ਸਾਂਭਣਾ, ਨਵੇਂ ਮੁੰਡੇ ਹੋਰ ਬਹੁਤ ਨੇ। ਸੋ ਇਹ ਪ੍ਰੋਗਰਾਮ ਹੋਣੇ ਨੇ 6 ਤੋਂ 9 ਵਜੇ ਤੱਕ। ਡਾਕਟਰ ਪੁਰੇਵਾਲ ਹੋਣਗੇ ਤੁਹਾਡੇ ਲਈ। 9 ਤੋਂ 11 ਵਜੇ ਤੱਕ ਮੇਰਾ ਸ਼ੋਅ ਹੋਏਗਾ। 11 ਤੋਂ 1 ਤੱਕ ਨਿੰਮੀ ਡੌਲਾ ਜੀ ਹੋਣਗੇ। 1 ਤੋਂ 3 ਤੱਕ ਨਵਜੋਤ ਢਿੱਲੋਂ ਜੀ ਰੋਸ਼ਨੀ ਤੇ, ਜਸਵੀਰ ਰਮਾਣਾ ਜੀ 3 ਤੋਂ 5 ਵਜੇ ਤੱਕ, ਪੌਲ ਬਰਾੜ 5 ਤੋਂ 8 ਵਜੇ ਤੱਕ। 6 ਤੋਂ 8 ਵਜੇ ਤੱਕ 14 ਘੰਟੇ ਲਾਈਵ ਟਾਕ ਸ਼ੋਅ ਹੋਣੇ ਨੇ ਤੁਹਾਡੇ ਲਈ, ਪੂਰੇ 14 ਘੰਟੇ, ਔਰ ਚੜ੍ਹਦੇ ਤੋਂ ਚੜ੍ਹਦਾ, ਕਮੀ ਕਿਸੇ ਚੀਜ਼ ਦੀ ਨਹੀਂ ਹੋਣੀ। ਇਹਨੂੰ ਵੀ ਸਾਡੇ ਕਹਿੰਦੇ ਉਹ ਇਹ ਰੇਡੀਓ ਨੂੰ ਕਿਹੜਾ ਸੁਣਦਾ, ਇਹ ਅਕਸਰ ਕਹਿੰਦੇ ਹੁੰਦੇ ਜਿਹੜੇ ਸਾਡੇ ਵਿਰੋਧੀ ਨਾ ਬਾਹਰ, ਉਹ ਇਹਨਾਂ ਨੂੰ ਕਿਹੜਾ ਸੁਣਦਾ। ਪਰ ਕਦੇ ਬੈਠੋ ਤਾਂ ਸਹੀ ਨਾਲ ਆ ਕੇ ਤੇ ਫਿਰ ਪਤਾ ਲੱਗੂ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਵੱਡੇ ਹੋ, ਗੁਰੂ ਪਾਤਸ਼ਾਹ ਵੱਡੇ ਨੇ, ਫਿਰ ਤੁਸੀਂ ਵੱਡੇ ਹੋ ਜਿਨ੍ਹਾਂ ਨੇ ਪਿਆਰ ਕੀਤਾ, ਇਹਨੂੰ ਐਡਵਰਟਾਈਜ਼ਮੈਂਟ ਕੀਤਾ। 1550 ਇਸ ਤਰ੍ਹਾਂ ਹੀ ਚੱਲਣਾ, ਇਹਦੇ ਸ਼ੋਅ ਵੀ ਇਸ ਤਰ੍ਹਾਂ ਹੀ ਚੱਲਣੇ ਨੇ। ਸਵੇਰੇ ਰਮਾਣਾ ਆਉਣੀ ਪ੍ਰੋਗਰਾਮ ਕਰਨਗੇ, ਫਿਰ 11 ਤੋਂ 12 ਵਜੇ ਤੱਕ ਮੇ ਵੀ ਕੋਈ ਗੀਤ ਜਾਂ ਵਗੈਰਾ ਇਹੋ ਜਿਹੇ ਸੁਣਾਉਣਗੇ। ਮੈਂ ਘੰਟਾ ਦਮ ਲੈ ਕੇ 12 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਕਰਾਂਗਾ। ਮੇਰੇ ਹੁਣ 3 ਤੋਂ 4 ਘੰਟੇ ਹੋ ਜਾਣੇ ਨੇ। ਸੋ ਇੱਧਰ ਵੀ ਇਹ ਲੋਕ ਸੱਥ ਇਸ ਤਰ੍ਹਾਂ ਹੀ ਸੱਜਣੀ ਆ। ਹੰਗੂਰਾ ਜਿਹੜਾ ਖੰਗੂਰਾ ਇੱਥੇ ਉਸ ਤਰ੍ਹਾਂ ਹੀ ਵੱਜਦਾ ਰਹਿਣਾ, ਉੱਧਰ ਫਿਰ ਟੋਟਲ 4 ਘੰਟੇ ਮੇਰੇ ਹੋਇਆ ਕਰਨਗੇ। ਇਸ ਤਰ੍ਹਾਂ ਦਾ ਜਿਹੜਾ ਸੋਮਵਾਰ ਤੋਂ ਜਿਹੜੇ ਪ੍ਰੋਗਰਾਮ ਸ਼ੁਰੂ ਹੋਣਾ ਹੈ। ਸੋ ਇਹ ਇੱਕ ਮੇਰੀ ਖੁਸ਼ਖਬਰੀ ਸੀ ਜਿਹੜੀ ਮੈਂ ਤੁਹਾਨੂੰ ਦਿੰਦਾ। ਭਾਵਕ ਵੀ ਹੋ ਰਿਹਾ। ਜ਼ਿੰਦਗੀ ਦੇ ਜਿੰਨਾ ਕੁ ਸਮਾਂ ਹੋਰ ਆਪਾਂ ਕੰਮ ਕਰਨਾ, ਮੈਨੂੰ 11 ਵਰ੍ਹੇ ਹੋ ਗਏ, ਤੇ ਜਿੰਨਾ ਕੁ ਸਮਾਂ ਹੋਰ ਆਪਾਂ ਰੇਡੀਓ ਤੇ ਕੰਮ ਕਰਨਾ। ਸੋ ਇਹੀ ਰੇਡੀਓ ਹੈ, ਇੱਥੇ ਹੀ ਸ਼ੁਰੂ ਕੀਤਾ ਹੈ ਤੇ ਇੱਥੇ ਹੀ ਕੰਮ ਕਰਨਾ। ਬਸ ਇਹ ਨਹੀਂ ਹੈ ਕਦੇ ਉੱਧਰ ਚਲੇ ਜਾਓ, ਕਦੇ ਇੱਧਰ ਚਲੇ ਜਾਓ ਤੇ ਮੁੱਲ ਪਵਾ ਲਓ। ਅੱਜ ਮੈਨੂੰ ਤੁਸੀਂ ਇੰਨੇ ਦੇ ਦਿਓ, ਮੈਂ ਉੱਥੇ ਚਲੇ ਜਾਊਂ, ਮੈਨੂੰ ਤੁਸੀਂ ਇੰਨੇ ਦੇ ਦਿਓ, ਮੈਂ ਇੱਥੇ ਆ ਜਾਊਂ। ਇਸ ਤਰ੍ਹਾਂ ਨਹੀਂ ਹੈ। ਚੈੱਕ ਦਿਖਾ ਕੇ ਅਸੀਂ ਆਪਣੇ ਰੇਟ ਨਹੀਂ ਬਣਾਉਂਦੇ। ਅਸੀਂ ਇੱਕ ਜਗ੍ਹਾ ਤੇ ਰਹਿੰਦੇ ਹਾਂ ਤੇ ਵਫਾ ਕਰਦੇ ਹਾਂ ਆਪਣੇ ਵਰਕ ਜਿੱਥੇ ਕੰਮ ਕਰਦੇ ਹਾਂ ਐਮਪਲਾਇਰ ਨਾਲ। ਤੇ ਸਾਨੂੰ ਵੀ ਮਾਣ, ਮੈਂ ਜਿਸ ਸਟਾਈਲ ਦੇ ਵਿੱਚ ਆਪਣੀ ਬ੍ਰੌਡਕਾਸਟਿੰਗ ਕੀਤੀ, ਜਿਸ ਸਟਾਈਲ ਦੇ ਵਿੱਚ ਮੈਨੂੰ ਖੁੱਲੀ ਮਿਲਿਆ ਪੂਰੀ ਸਟੇਜ, ਮੈਨੂੰ ਕਿਤੇ ਫਿੱਟ ਹੀ ਨਹੀਂ ਮੇਰਾ ਕੰਮ ਆ ਸਕਦਾ। ਜਿੱਥੇ ਬੰਨਣਗਿਰੀ, ਜਿੱਥੇ ਮਾਲਕ ਬਿਠਾ ਕੇ ਸਵੇਰੇ ਕਹੇ ਆਹ ਕਹਿਣਾ, ਆਹ ਕਹਿਣਾ, ਆਹ ਕਹਿਣਾ, ਉੱਥੇ ਕਾਹਦੀ ਤੁਸੀਂ ਗੱਲ ਕਰਨੀ ਹੈ? ਕੀ ਗੱਲ ਕਰ ਲਓਗੇ? ਇੱਕ ਦਿਨ ਨਹੀਂ 11 ਵਰ੍ਹੇ ਹੋ ਗਏ ਵੀ ਸਾਨੂੰ ਬਾਦ ਸਾਹਿਬ ਨੇ ਆ ਕੇ ਜਾਂ ਆਹ 6 ਵਰ੍ਹਿਆਂ ਦੇ ਵਿੱਚ ਖੇਲਾ ਪਰਿਵਾਰ ਨੇ ਕਿਹਾ ਵੀ ਤੁਸੀਂ ਆਹ ਕਰ ਦਿਓ ਤੇ ਆਹ ਕਰ ਦਿਓ। ਨੋ ਨੈਵਰ। ਤੁਹਾਡਾ ਆਪਣਾ ਸਟੇਸ਼ਨ ਆ ਪੁੱਤ, ਤੁਸੀਂ ਚਲਾਓ। ਬਾਦ ਸਾਹਿਬ ਅਕਸਰ ਇਹ ਕਹਿੰਦੇ। ਗੁਰੂ ਪਾਤਸ਼ਾਹ ਕਿਰਪਾ ਕਰੇ, ਤੁਸੀਂ ਅਰਦਾਸ ਕਰਿਓ ਪਰਿਵਾਰ ਲਈ, ਅਸੀਂ ਤੁਹਾਨੂੰ ਸਰਵ ਕਰ ਸਕੀਏ। ਬਸ ਕਮਿਊਨਿਟੀ ਸਰਵ ਕਰਨੀ ਆ ਐਂਡ ਠੋਕ ਕੇ ਕਰਨੀ ਹੈ। 1550 ਦੇ ਪ੍ਰੋਗਰਾਮ ਜਿਸ ਤਰ੍ਹਾਂ ਚੱਲ ਰਹੇ ਨੇ ਉਸ ਤਰ੍ਹਾਂ ਹੀ ਚੱਲਣੇ ਨੇ। ਪਲੀਜ਼, ਉਹਨਾਂ 'ਚ ਕੋਈ ਫਰਕ ਨਹੀਂ ਹੈ। ਉਹਨੂੰ ਤੁਸੀਂ ਇੰਟਰਵੀਨ ਨਾ ਕਰੋ ਇਹਦੇ ਨਾਲ, ਸ਼ੇਰੇ ਪੰਜਾਬ ਨਾਲ। 1550 ਖੇਲਾ ਪਰਿਵਾਰ ਦਾ KRPA ਰੇਡੀਓ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਸਿਰਫ ਮੇਰਾ 1 ਘੰਟਾ ਘਟਿਆ ਲੋਕ ਸੱਤ ਦਾ। ਵੀਕਐਂਡ ਦੇ ਪ੍ਰੋਗਰਾਮ ਕੁਲਦੀਪ ਸਿੰਘ ਉਹਨਾਂ ਦੇ, ਗੁਰਵਾਜ ਸਿੰਘ ਉਹਨਾਂ ਦੇ, ਉਹ ਇਸ ਤਰ੍ਹਾਂ ਹੀ ਚੱਲਣੇ ਆ। ਸਮਝੋ ਪਲੀਜ਼। ਗਰੇਵਾਲ ਸਾਹਿਬ ਪੁੱਛ ਰਹੇ ਨੇ ਫਰਿਜਨੋ ਤੋਂ। ਨਹੀਂ, ਉਹਦਾ ਕੋਈ ਫਰਕ ਨਹੀਂ। ਲੋਕ ਸੱਤ ਦਾ 1 ਘੰਟਾ ਘਟਿਆ। ਮੈਂ 12 ਤੋਂ 2 ਤੱਕ ਜਿਹੜਾ ਉਧਰਲੇ ਬੰਨੇ ਜਿਹੜਾ
ਆਪਣੇ 1550 ਦਾ ਵੀ ਸੁਣ ਲਿਓ। ਹੁਣ ਸਵੇਰੇ 8 ਤੋਂ 10 ਰਮਾਣਾ ਸਾਹਿਬ ਪ੍ਰੋਗਰਾਮ ਕਰਨਗੇ, ਇਹਦੇ 'ਚ ਆਪਣੇ 1550 ਤੇ 10 ਤੋਂ 12 ਵਜੇ ਤੱਕ ਗੁਰਵਾਜ ਬਰਾੜ ਹੁਣੀ ਪ੍ਰੋਗਰਾਮ ਕਰਨਗੇ 1550 ਤੇ 12 ਤੋਂ 2 ਵਜੇ ਤੱਕ ਲੋਕ ਸੱਥ ਉਸ ਤਰ੍ਹਾਂ ਹੀ ਸਜੇਗੀ, ਘੰਟਾ ਲੇਟ ਸਜੇਗੀ, ਮਤਲਬ 10 ਤੋਂ 12 ਗੁਰਵਾਜ ਹੁਣੀ ਹੋਣਗੇ। 2 ਤੋਂ 5 ਕਿਰਨ ਔਲਖ ਕਰਨਗੇ ਪ੍ਰੋਗਰਾਮ। 5:30 ਤੋਂ 8 ਵਜੇ ਤੱਕ ਡਾਕਟਰ ਕੰਗ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਕਰਦੇ ਆ 1550 ਤੇ ਉਸ ਤਰ੍ਹਾਂ ਹੀ ਚੱਲੇਗਾ। ਵੀਕਐਂਡ ਵਾਲੇ ਪ੍ਰੋਗਰਾਮ ਵੀ ਉਸ ਤਰ੍ਹਾਂ ਹੀ ਚੱਲਣਗੇ। ਵੀਕਐਂਡ ਤੇ ਜਿਸ ਤਰ੍ਹਾਂ ਕੁਲਦੀਪ ਸਿੰਘ ਹੁਣੀ ਆਉਂਦੇ ਨੇ ਉਸ ਤਰ੍ਹਾਂ ਹੀ ਆਉਣਗੇ। ਸੋ 8 ਤੋਂ 10 ਰਮਾਣਾ ਹੋਣੀ, 10 ਤੋਂ 12 ਤੱਕ ਗੁਰਵਾਜ ਬਰਾੜ, 12 ਤੋਂ 2 ਵਜੇ ਤੱਕ ਆਪਾਂ ਲੋਕ ਸੱਥ 'ਚ ਤੁਹਾਡੀ ਸੇਵਾ 'ਚ ਹਾਜ਼ਰ ਹੋਊਗੇ। 2 ਤੋਂ 5 ਵਜੇ ਤੱਕ ਕਿਰਨੌਲ ਖੋਣਾ ਨੇ ਆਉਣਾ। 5 ਤੋਂ 5:30 ਤੋਂ 8 ਵਜੇ ਤੱਕ ਮਹਿੰਦਰਪਾਲ ਕੰਗ ਹੋਣੀ ਆਉਣਗੇ ਤੇ 8 ਤੋਂ 11 ਤੱਕ ਕੁਲਦੀਪ ਸਿੰਘ ਜਿਹੜਾ ਪ੍ਰੋਗਰਾਮ ਕਰਿਆ ਕਰਨਗੇ ਵੀਕਐਂਡ ਤੇ। ਉਹ ਸਵੇਰੋਂ ਜਿਹੜਾ ਪ੍ਰੋਗਰਾਮ ਕਰਦੇ ਨੇ ਉਹ ਤਾਂ ਕਰਦੇ ਹੀ ਆ 8 ਤੋਂ 11 ਵੀਕਐਂਡ ਤੇ। ਵੀਕਐਂਡ ਦੇ ਪ੍ਰੋਗਰਾਮ 8 ਤੋਂ 11 ਕੁਲਦੀਪ ਸਿੰਘ, 11 ਤੋਂ 2 ਵਜੇ ਤੱਕ ਮਿਊਜ਼ਿਕ ਹੋਇਆ ਕਰੇਗਾ। 2 ਤੋਂ 4 ਵਜੇ ਤੱਕ ਉਸ ਤਰ੍ਹਾਂ ਹੀ ਰੀਨਾ ਸ਼ੋਅ, ਜਿਹੜਾ ਰੀਨਾ ਚਾਵਲਾ ਸ਼ੋਅ ਹੁੰਦਾ ਉਸ ਤਰ੍ਹਾਂ ਹੋਇਆ ਕਰੇਗਾ। ਇਹ ਵੀਕਐਂਡ ਤੇ ਕੁਲਦੀਪ ਸਿੰਘ ਉਹਨਾਂ ਦੇ ਦਿਲਾਂ ਦੀ ਸਾਂਝ 8 ਤੋਂ 11 ਤੱਕ ਵੀਕਐਂਡ ਤੇ ਉਸ ਤਰ੍ਹਾਂ ਹੀ ਹੋਇਆ ਕਰੇਗਾ। 11 ਤੋਂ 2 ਵਜੇ ਤੱਕ ਗੀਤ ਸੰਗੀਤ ਹੋਇਆ ਕਰਨਗੇ। 2 ਤੋਂ 4 ਰੀਨਾ ਚਾਵਲਾ, ਕਿਉਂਕਿ ਗੁਰਵਾਜ ਬਰਾੜ ਉਹਨਾਂ ਨੇ 5 ਦਿਨ ਜਿਹੜਾ ਹੁਣ 1550 ਤੇ ਪ੍ਰੋਗਰਾਮ ਕਰਨਾ 10 ਤੋਂ 12 ਵਜੇ ਤੱਕ। 12 ਤੋਂ 2 ਤੱਕ ਮੈਂ, 2 ਤੋਂ 5 ਤੱਕ ਕਿਰਨ ਔਲਖ। ਸਵੇਰੇ 8 ਤੋਂ 11 ਵਾਲਾ 8 ਤੋਂ 2 ਘੰਟੇ ਕਰ ਦਿੱਤਾ। ਰਮਾਣਾ ਉਹਨਾਂ ਦਾ ਸ਼ੋਅ 2 ਘੰਟੇ ਹੈ। 10 ਤੋਂ 12 ਗੁਰਵਾਜ ਬਰਾੜ, 12 ਤੋਂ 2 ਆਪਣੀ ਸੇਵਾ ਤੁਹਾਡੀ ਹਾਜ਼ਰ ਹੋਏ। ਤੋ ਇਹ ਹੈ। ਬਾਕੀ ਹੈ ਬਈ ਇੱਥੇ ਹੀ ਰਹਿਣਾ, ਹੋਰ ਪੁੱਛੀ ਜਾਇਓ। ਸਰਦਾਰ ਮਨਦੀਪ ਸਿੰਘ ਜੀ, ਲਾਈਨ ਨੰਬਰ 2। ਜੀ ਮਨਦੀਪ ਸਿੰਘ ਜੀ। ਹੈਲੋ, ਹਾਂਜੀ, ਮੁਬਾਰਕਾਂ ਗਿੱਲ ਸਾਹਿਬ ਤੁਹਾਨੂੰ ਬਹੁਤ ਬਹੁਤ ਜੀ। ਧੰਨਵਾਦ ਵੀਰ ਜੀ, ਧੰਨਵਾਦ ਬਹੁਤ ਬਹੁਤ। ਗਿੱਲ ਸਾਹਿਬ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਚੀਥਾਂ ਬੰਦ ਕਰਤੀਆਂ ਹੈ, ਬਹਿ ਜਾ ਕਰਦੇ। ਬਹੁਤ ਵਧੀਆ ਜੀ, ਵੈਰੀ ਗੁੱਡ, ਥੈਂਕ ਯੂ। ਡਾਕਟਰ ਪੁਰੇਵਾਲ ਉਹਨਾਂ ਦਾ ਇੱਕ ਨਵਾਂ ਤਜਰਬਾ ਸਾਡੇ ਗੈਸਟ ਬਣ ਕੇ ਆਉਂਦੇ ਰਹੇ ਨੇ। ਬਹੁਤ ਬੇਬਾਕ ਬੋਲੀ, ਪੰਜਾਬੀ ਤੇ ਅੰਗਰੇਜ਼ੀ ਦੀ ਪਕੜ। ਜੱਜ ਰਿਟਾਇਰ ਹੋਏ ਨੇ, PhD ਕਰਕੇ ਪ੍ਰੋਫੈਸਰ ਲੱਗੇ ਹੋਏ ਨੇ, ਡਾਕਟਰ ਸ਼ਿੰਦਰ ਪੁਰੇਵਾਲ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। 8 ਤੋਂ 11 ਵਜੇ ਤੱਕ 6 ਤੋਂ 9 ਵਜੇ ਤੱਕ ਟੌਪ ਦਾ ਜਿਹੜਾ ਸਵੇਰ ਦਾ ਪ੍ਰੋਗਰਾਮ ਹੋਇਆ ਕਰੇਗਾ ਤੇ 9 ਤੋਂ 11 ਵਜੇ ਤੱਕ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਕਰਾਂਗਾ। ਫਿਰ ਨਿਮੀ ਡੌਲਾ ਜੀ, ਫਿਰ ਰੌਸ਼ਨੀ ਤੇ ਉਸ ਤੋਂ ਬਾਅਦ ਰਮਾਣਾ ਆਉਣੀ ਤੇ ਪਾਲ ਬਰਾੜ। ਸਵੇਰੇ 6 ਤੋਂ 8 ਵਜੇ ਤੱਕ 14 ਘੰਟੇ ਢੱਡ ਖੜਕੂ ਪੂਰੀ 600 AM ਤੇ ਨਾਲੇ ਜਿਹੜੀ ਜਗ੍ਹਾ ਮਰਜ਼ੀ ਜਾ ਵੜਿਓ। ਇਹ ਨਹੀਂ ਵੀ ਚੱਲੂ ਨਹੀਂ, ਬਈ ਆਵਾਜ਼ ਨਹੀਂ ਆਉਂਦੀ। ਇਹਦੇ 'ਚ ਆਪਾਂ ਔਖਾ ਸੌਖਾ ਟਾਈਮ ਕੱਢਿਆ। ਸਾਹਿਬ ਪਰਮਜੀਤ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਨਾਲੇ ਵਧਾਈਆਂ ਤੁਹਾਨੂੰ, ਕੰਗ੍ਰੈਚੁਲੇਸ਼ਨ। ਤੇ ਧੰਨਵਾਦ ਜੀ। ਸ਼ੇਰੇ ਪੰਜਾਬ ਨੇ ਆਪਣੇ ਪਹਿਲੇ ਰੂਪ ਦੇ ਵਿੱਚ ਮੁੜ ਕੇ ਵਾਪਸੀ ਕਰਨੀ ਹੈ। ਤੇ ਬਾਕੀ ਡਾਕਟਰ ਸਾਹਿਬ ਹੋਣੀ ਆ, ਚੰਦਰਪਾਲ ਪੁਰਿਆ ਨੂੰ ਨਹੀਂ, ਉਹਨਾਂ ਨੂੰ ਵੀ ਅਸੀਂ ਉਹਦਾ ਮਿਸ ਕਰਦੇ ਸੀ। ਉਹਨਾਂ ਦਾ ਕਾਫੀ ਟਾਈਮ ਤੋਂ ਤੁਹਾਡੇ ਪ੍ਰੋਗਰਾਮ 'ਚ ਵੀ ਨਹੀਂ ਆਏ ਹੁਣ ਉਹਦਾ ਕਾਫੀ ਟਾਈਮ ਤੋਂ। ਹਾਂਜੀ ਹਾਂ, ਉਹ ਬਿਜ਼ੀ ਹੋ ਗਏ ਥੋੜੇ ਜਿਹੇ ਜੀ, ਬਿਜ਼ੀ ਹੋ ਗਏ ਸੀ, ਇਲੈਕਸ਼ਨ ਵਗੈਰਾ ਲੱਗ ਗਏ ਤੇ ਬਿਜ਼ੀ ਹੋ ਗਏ। ਹਾਂਜੀ, ਤਾਂ ਉਹ ਉਹਨਾਂ ਦੇ ਵੀ ਟੱਚ ਨੂੰ ਅਸੀਂ ਮਿਸ ਕਰਦੇ। ਉਹਨਾਂ ਦੀ ਵੀ ਹਰ ਮੁੱਦੇ ਦੇ ਉੱਪਰ ਜਿਹੜੀ ਪਕੜ ਆ ਜਾਂ ਉਹਨਾਂ ਦਾ ਜਿਹੜਾ ਰਿਵਿਊ ਆ ਉਹਨਾਂ ਦਾ ਬਾਕੀ ਮੈਚ ਨਹੀਂ ਕਰਦਾ ਕਿਸੇ ਨਾਲ। ਇਹ ਬਹੁਤ ਵਧੀਆ ਗੱਲ ਆ। ਉਹਨਾਂ ਨੇ ਆਪਣਾ ਪ੍ਰੋਗਰਾਮ ਲੈ ਕੇ ਉਹਨਾਂ ਨੇ ਆਉਣਾ ਹੈ। ਇਹਦਾ ਤੁਹਾਨੂੰ ਪੁੱਛਣਾ ਸੀਗਾ ਗਿੱਲ ਸਾਹਿਬ ਇੱਕ ਦਿਨ ਵੀ ਉਹਨਾਂ ਨੂੰ ਲੈ ਆਓ ਕਿਸ ਦਿਨ, ਇੱਕ ਅੱਧੇ ਦਿਨ ਲਈ। ਤੇ ਬਸ ਇਹ ਤਿਆਰੀ ਹੋ ਰਹੀ ਸੀ ਜੀ ਪਿਛਲੇ 2 ਮਹੀਨੇ ਤੋਂ ਹੁਣ। ਤੇ ਉਹਨਾਂ ਨੇ 6 ਤੋਂ 9 ਵਜੇ ਤੱਕ ਸਾਰੇ ਦੁਨੀਆ ਦੀਆਂ ਖਬਰਾਂ, ਕੈਨੇਡਾ ਦੀਆਂ, ਭਾਰਤ ਦੀਆਂ ਖਬਰਾਂ ਤੇ ਭਾਰਤ ਤੋਂ ਗੈਸਟ, ਇੱਥੋਂ ਗੈਸਟ ਆਟਵਾ ਤੋਂ, ਵਿਕਟੋਰੀਆ ਤੋਂ ਲੋਕਲ, ਕਿਉਂਕਿ ਪੋਲੀਟੀਕਲ ਸਾਇੰਸ ਦੀ ਉਹਨਾਂ ਨੇ PhD ਕੀਤੀ ਆ, ਡਾਕਟਰ ਨੇ, ਪੜ੍ਹਾਉਂਦੇ ਨੇ। ਬੱਚਿਆਂ ਦੇ ਇਸ਼ੂ, ਪਰਿਵਾਰਾਂ ਦੇ ਸਾਰੇ ਪਾਸਿਓਂ ਉਹਨਾਂ ਨੇ ਉਹ ਐਕਸਪਰਟ ਨੇ। ਉਹ ਤਾਂ ਸਾਨੂੰ ਐਕਸਪਰਟ ਓਪੀਨੀਅਨ ਦਿੰਦੇ ਰਹੇ, ਤੁਸੀਂ ਸੁਣਦੇ ਰਹੇ ਹੋ। ਪਰਮਜੀਤ ਧੰਨਵਾਦ ਬਹੁਤ ਬਹੁਤ, ਤੁਸੀਂ ਬਹੁਤ ਪਸੰਦ ਕਰਦੇ ਹੋ ਉਹਨਾਂ ਨੂੰ। ਹਾਂਜੀ, ਮੈਂ ਬਹੁਤ ਵਧੀਆ ਗੱਲ ਆ। ਉਹਨਾਂ ਨੇ ਵੀ ਜਿੱਦਾਂ ਇੱਕ ਉਹਨਾਂ ਦਾ ਟੱਚ ਹੈ ਜਿਹੜਾ ਉਹ ਡਿਫਰੈਂਟ ਹੈ, ਉਹ ਵੀ ਬਹੁਤ ਵਧੀਆ ਲੱਗਦਾ ਐਕਸੈਂਟ ਉਹਨਾਂ ਦਾ ਕਿਸੇ ਵੀ ਮੁੱਦੇ ਦੇ ਬਾਰੇ, ਉਹਨਾਂ ਦੀ ਰਾਏ ਆ ਜਿਹੜੀ।
ਤੇ ਵਧਾਈਆਂ ਤੁਹਾਨੂੰ ਗਿੱਲ ਸਾਹਿਬ। ਫਿਰ ਬਾਕੀ ਗਿੱਲ ਸਾਹਿਬ ਰੇਡੀਓ ਕਰਕੇ ਨਹੀਂ ਕਿਸੇ ਨੂੰ ਬੰਦੇ ਨੂੰ ਸੁਣਦੇ, ਮੈਨੂੰ ਲੱਗਦਾ ਹੋਸਟਾਂ ਕਰਕੇ ਰੇਡੀਓ ਸੁਣਿਆ ਜਾਂਦਾ, ਕਿਉਂਕਿ ਤੁਹਾਡਾ ਇੱਕ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ, ਉਹਨਾਂ ਕਰਕੇ ਲੋਕੀ ਉਹਨਾਂ ਨੂੰ ਸੁਣਦੇ ਆ। ਜੇ ਉਹਨਾਂ ਦੇ ਵਿੱਚ ਉਹ ਜਿਹੜੀ ਰੂਹ ਆ ਜਿਹੜੀ ਉਹ ਜਿੰਨਾ ਚਿਰ ਬਰਕਰਾਰ ਰਹਿੰਦੀ ਹੈ, ਉਹ ਜਿੱਥੇ ਮਰਜ਼ੀ ਚੱਲ ਜਾਣ ਉਹਨਾਂ ਨੂੰ ਸੁਣਨਾ ਹੀ ਆ ਲੋਕਾਂ ਨੇ। ਧੰਨਵਾਦ ਗਿੱਲ ਸਾਹਿਬ, ਤੁਸੀਂ ਵੀ ਮੈਂ ਰੀਅਲੀ ਥੈਂਕ ਯੂ ਕਰਦੇ ਹਾਂ, ਤੁਹਾਡਾ ਬਹੁਤ ਵਧੀਆ ਬਾਕੀ ਨਾਲ ਤੁਸੀਂ ਪ੍ਰੋਗਰਾਮ ਜਿਹੜਾ ਪੇਸ਼ ਕਰਦੇ ਆ, ਤੇ ਹੋਪਫੁਲੀ ਇਹ ਵੀ ਇਹ ਪ੍ਰੋਗਰਾਮ ਜਿਹੜੇ ਮੈਨੂੰ ਲੱਗਦਾ ਲੋਕੀ ਇੰਜੋਏ ਕਰੂਗੇ। ਥੈਂਕ ਯੂ ਗਿੱਲ। ਬਿਲਕੁਲ ਜੀ, ਧੰਨਵਾਦ ਬਹੁਤ ਬਹੁਤ। ਤੇ ਆਪਣੇ 604 ਇੱਕ ਨੰਬਰ ਹੋਰ ਵੀ ਨੋਟ ਕਰ ਲਿਓ ਔਨ 에ਅਰ ਉਧਰਲਾ 604 285 3600 6042853600 ਔਨ 에ਅਰ ਨੰਬਰ ਹੋਏਗਾ 600 AM। ਸਾਹਿਬ ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 5। ਹਾਂਜੀ ਬਾਈ ਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਹੁਤ ਖੁਸ਼ੀ ਦੀ ਖਬਰ। ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ। ਖੁਸ਼ੀ ਦੀ ਖਬਰ ਹੈ ਗਿੱਲ ਸਾਹਿਬ, ਜਦੋਂ ਤੁਸੀਂ ਕਿਹਾ ਨਾ ਖੁਸ਼ੀ ਦੀ ਖਬਰ ਸੁਣਾਉਣਾ, ਮੈਨੂੰ ਉਦੋਂ ਹੀ ਪਤਾ ਲੱਗ ਗਿਆ। ਮੈਂ ਕਿਹਾ ਲਓ ਜੀ ਮੋਰਚਾ ਫਤਿਹ ਹੋ ਗਿਆ। ਗਿੱਲ ਸਾਹਿਬ ਸਾਨੂੰ ਇਹ ਆ ਚਲੋ ਸੁਖੀ ਸਾਂਦੀ ਤੁਸੀਂ ਆਪਣੇ ਵਾਪਸ ਘਰ ਨੂੰ ਚਲੇ ਗਏ। ਗਿੱਲ ਸਾਹਿਬ ਬੜੀ ਖੁਸ਼ੀ ਦੀ ਗੱਲ ਆ, ਪਰ ਤੁਸੀਂ ਗਿੱਲ ਸਾਹਿਬ ਤੁਹਾਡੀ ਸੱਚਾਈ ਨੂੰ ਸਿਰ ਝੁਕਦਾ, ਸਲੂਟ ਯੂ। ਤੁਸੀਂ ਕਦੇ ਵੀ ਅੱਜ ਤੱਕ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕਿੱਥੇ ਬੈਠੇ ਹਾਂ ਕਿੱਥੇ ਨਹੀਂ। ਤੁਸੀਂ ਹਮੇਸ਼ਾ ਸੱਚ ਬੋਲਿਆ, ਸੱਚ ਤੇ ਰਹੇ ਹੋ, ਔਰ ਇਹੀ ਤੁਹਾਡੇ ਤੇ ਸਾਨੂੰ ਆਸ ਹੈ, ਹੈਗੀ ਵੀ ਹੈ। ਗਿੱਲ ਸਾਹਿਬ ਸਾਨੂੰ ਸਾਰਾ ਪਤਾ ਹੈ ਕਿਹੜੇ ਹੋਸਟ ਕੋ ਛੋਟਾ ਪੱਪੀ ਹੈ, ਕਿਹਦੇ ਕੋ ਵੱਡਾ ਹੈ, ਕਿਹਦੇ ਕੋ ਕੀ ਹੈ, ਕਿਹਦੇ ਕੀ ਹੈ। ਤੁਸੀਂ ਕਦੇ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਨਹੀਂ। 1 ਘੰਟਾ ਗਿੱਲ ਸਾਹਿਬ ਤੁਹਾਡਾ ਬਲੀ ਚੜ ਗਿਆ, ਕੋਈ ਗੱਲ ਨਹੀਂ, ਤੁਸੀਂ ਆਪਣੇ ਦੋਸਤ ਨੂੰ ਦਿੱਤਾ, ਪਰ ਬਹੁਤ ਵਧੀਆ। ਹੁਣ ਤੁਹਾਨੂੰ ਉੱਤਰ ਦੀ ਸਾਰ ਗਿੱਲ ਸਾਹਿਬ 2020 ਖੇਲਣੀ ਪੈਣੀ ਹੈ IPL। ਉੱਤਰ ਦੀ ਸਾਰ ਚੌਕੇ ਨਾ ਉਹ ਤਾਂ ਆਪਾਂ ਤਾਂ ਘੰਟਾ ਵਧਾ ਦਿੱਤਾ, 4 ਕਰ ਦਿੱਤੇ ਆਪਾਂ ਤਾਂ, 2 ਉਧਰ ਵੀ ਉਧਰ ਵੀ ਸੁਣਿਆ ਕਰਨਾ ਨਾ, ਉਹ 4 ਕਰਤੇ ਮੈਂ ਤਾਂ। ਉਹ ਤਾਂ ਹੈਗਾ ਹੀ ਹੈ ਗਿੱਲ ਸਾਹਿਬ, ਉਹ ਤਾਂ ਹੈਗਾ ਹੀ ਆ। ਹਾਂ, ਪਰ ਲੋਕ ਸੱਥ ਤਾਂ ਇਹਦੇ 'ਚ ਸੱਜਣੀ ਆ, ਇਹ ਗੱਲ ਠੀਕ ਹੈ। ਹਾਂ, ਇਹ ਤਾਂ ਗਿੱਲ ਸਾਹਿਬ ਹੋਸਟ ਨੂੰ ਪਿਆਰ ਆ, ਬਾਕੀ ਉਹ ਤਾਂ ਠੀਕ ਆ। ਸਾਡੇ ਕੋਲ ਤਾਂ ਐਪ ਅੱਜ ਤੱਕ ਸ਼ੇਰੇ ਪੰਜਾਬ ਦੀ ਹੋਇਆ ਬਾਈ ਜੀ, ਹੋਸਟ ਦੇ ਸਿਰ ਤੇ ਹੈ ਗਿੱਲ ਸਾਹਿਬ ਇਹ। ਹੋਰ ਚਾਹੇ ਮਾਰਕਾ ਕੋਈ ਵੀ ਹੋਵੇ, ਤੁਸੀਂ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਔਰ ਕਹਿੰਦਾ ਰਹੂੰਗਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਬਾਅਦ ਇੱਕੋ ਹੀ ਚਿਹਰਾ ਸੁਣਨ ਨੂੰ ਮਿਲਿਆ ਬਾਈ ਜੀ, ਉਹ ਹੈ ਹਰਜੀਤ ਸਿੰਘ ਗਿੱਲ ਦਾ। ਨਹੀਂ, ਮੈਂ ਦੇਖਿਆ ਨਹੀਂ ਕਿ ਜੇ ਕਿਸੇ ਕੋਲ ਦੁੱਖ ਲੈ ਕੇ ਚਲੇ ਗਿਆ ਬੰਦਾ ਬਾਈ ਜੀ, ਤੁਸੀਂ ਉਹਦਾ ਹੱਲ ਕਰਦੇ ਹੋ। ਤੁਸੀਂ ਕਦੇ ਵੀ ਉਹਦਾ 에ਅਰ ਤੇ ਲਿਆ ਕੇ ਝੱਗਾ ਚੱਕ ਕੇ ਦਿਖਾਉਣ ਦੀ ਕੋਸ਼ਿਸ਼ ਕਿਸੇ ਨੂੰ ਨਹੀਂ ਕੀਤੀ। ਇਹ ਤੁਹਾਡੀ ਸਿਫਤ ਆ ਬਾਈ ਜੀ, ਤੁਹਾਡੇ ਪਰਿਵਾਰ ਦੇ ਵਿੱਚ ਮਹਾਰਾਜ ਵੱਲੋਂ ਇਹ ਤੁਹਾਡੇ ਸਿਫਤ ਤੁਹਾਨੂੰ ਮਿਲੀ ਆ, ਔਰ ਹਮੇਸ਼ਾ ਤੁਹਾਡੇ ਇੱਦਾਂ ਹੀ ਰਹਿਣੀ ਆ। ਇਹ ਸੱਚ ਆ। ਬਾਕੀ ਤੁਸੀਂ ਬਾਈ ਜੀ ਆਪਣਾ ਦੀਪੇ ਬਾਈ ਉਹਨਾਂ ਦੀ ਗੱਲ ਕੀਤੀ ਆ, ਸਾਡੇ ਤਾਂ ਰਿਲੇਸ਼ਨ ਚੋਂ ਆ, ਵਾਈਫ ਦੇ ਘਰਾਂ 'ਚ ਚਾਚਾ ਜੀ ਲੱਗਦੇ ਸੀਗੇ। ਨਹੀਂ ਤਾਂ ਬਾਈ ਕਿਸੇ ਨੂੰ ਕਹੋ ਉਹ ਦੀਪੇ ਉਹਨਾਂ ਨੂੰ ਉਹ ਦੀਪਾ ਮਾਣਾ, ਉਹ ਬਦਮਾਸ਼, ਉਹ ਬਾਈ ਜੀ ਜਿਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਕਾਰਜ ਕੀਤੇ ਨੇ ਉਹਨਾਂ ਬੰਦਿਆਂ ਨੇ, ਉਹਨਾਂ ਨੂੰ ਪਤਾ ਲੱਗਦਾ ਬਾਈ ਜੀ। ਪਰ ਉਹੀ ਗੱਲ ਆ ਜਾਂਦੀ ਹੈ ਨਾ, ਜਿਵੇਂ ਸਿਆਣੇ ਕਹਿੰਦੇ ਨੇ ਸ਼ੇਰ ਸ਼ੇਰਾਂ ਦੀ ਗੱਲ ਕਰਦੇ ਨੇ, ਝੋਟੇ ਝੋਟਿਆਂ ਦੇ ਰਹਿੰਦੇ ਨੇ ਬਾਈ ਜੀ। ਮਾਣੋ ਬਿੱਲੀਆਂ ਹੀ ਰਹਿੰਦੀਆਂ ਨੇ। ਤੁਸੀਂ ਬੁਲਾ ਕੇ ਕਦੇ ਕਿਸੇ ਕਾਲਰ ਦੀ ਬੇਇੱਜ਼ਤੀ ਨਹੀਂ ਕਰਦੇ ਗਿੱਲ ਸਾਹਿਬ। ਇਹ ਨਹੀਂ ਕਹਿੰਦੇ ਜਾ ਆਪਣੇ ਘਰ ਨੂੰ ਜਾ। ਇਹ ਤੁਹਾਡੇ ਮੂਹਰੇ ਸਿਰ ਝੁਕਦਾ ਗਿੱਲ ਸਾਹਿਬ। ਦਿਨ ਦੁੱਗਣੀ ਰਾਤ ਚੌਗਣੀ ਕਰੋ, ਮਹਾਰਾਜ ਕਿਰਪਾ ਕਰੇ ਬਾਈ ਜੀ। ਤੰਦਰੁਸਤ ਰਹੋ ਬਾਈ ਜੀ, ਸਤਿ ਸ਼੍ਰੀ ਅਕਾਲ ਸਾਹਿਬ। ਧੰਨਵਾਦ। ਯੁੱਗ ਪੁਰਸ਼ ਦਾ ਨਾਮ ਲਿਆ, ਮੈਂ ਉਹਨਾਂ ਦੇ ਪੈਰਾਂ ਦੀ ਖਾਕ ਨਹੀਂ, ਮਿੱਟੀ ਦੇ ਬਰਾਬਰ ਆ, ਮੇਰਾ ਕੁਛ ਵੀ ਨਹੀਂ ਉਹਨਾਂ ਨਾਲ। ਉਹ ਤਾਂ ਉਹੀ ਸਨ। ਸਦੀਆਂ ਬਾਅਦ ਇਹ ਜਿਹੇ ਯੋਧੇ ਜੰਮਦੇ ਆ। ਤੇ ਜਦ ਵੀ ਕੌਮ 'ਚ ਦੁੱਖ ਆਉਂਦਾ ਉਸੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਨੂੰ ਕੌਮ ਯਾਦ ਕਰਦੀ ਹੈ। ਉਹ ਯੁੱਗ ਪੁਰਸ਼ ਸਨ। ਬੜੀਆਂ ਗੱਲਾਂ ਚੱਲਦੀਆਂ, 5 ਸਾਲ 7 ਹੋਰ ਰਹਿ ਜਾਂਦੇ, ਇਸ ਤਰ੍ਹਾਂ ਨਹੀਂ ਰਹਿੰਦੇ ਹੁੰਦੇ। ਇਹ ਰੂਹਾਂ ਆਉਂਦੀਆਂ ਨੇ, ਕੌਮਾਂ ਨੂੰ ਜਗਾ ਕੇ ਤੁਰ ਜਾਂਦੀਆਂ ਨੇ। 100 ਸਾਲ ਬਾਅਦ ਕੋਈ ਹੋਰ ਆਜੂ। ਸੋ ਸੱਚ ਬੋਲਣਾ ਹੀ ਧਰਮ ਚਾਹੀਦਾ, ਮੇਰੇ ਖਿਆਲ ਸੱਚੇ ਧਰਮ ਚਾਹੀਦਾ। ਹੋਰ ਕੋਈ ਗੱਲ ਕਰਨ ਦੀ ਲੋੜ ਨਹੀਂ। ਡਬਲ ਗੱਲ ਕਾਹਨੂੰ ਕਰਨੀ ਆ? ਆਮ ਜ਼ਿੰਦਗੀ ਦੇ ਵਿੱਚ ਤੁਸੀਂ ਲੋਕਾਂ 'ਚ ਵਿਚਰੋ, ਮਿਲੋ, ਕਰੋ ਸਭ ਕੁਛ। ਪਰ ਜਦ ਤੁਸੀਂ ਆ ਕੇ ਬਹਿ ਗਏ ਇਸ ਮੰਚ ਤੇ, ਫਿਰ ਤਾਂ ਫਿਰ ਪੂਰਾ ਹੀ ਤੁਲਣਾ ਚਾਹੀਦਾ। ਇਹ ਆਪਾਂ ਕੋਸ਼ਿਸ਼ ਕਰਦੇ ਹਾਂ। ਤੋ 604 285 3600 ਉਹਦਾ ਉਧਰਲਾ ਔਨ 에ਅਰ ਨੰਬਰ ਹੈ। ਉਧਰ ਵੀ ਸ਼ਾਮਲ ਹੋਇਆ ਕਰਿਓ, ਇੱਧਰ ਵੀ ਸ਼ਾਮਲ ਹੋਇਆ ਕਰੋ। ਦੋਨੇ ਪਾਸੇ ਖਿਆਲ ਰੱਖਿਆ ਕਰੋ ਟਿਊਨ ਇਨ ਕਰਕੇ। 600 AM ਬਹੁਤ ਪਾਵਰਫੁਲ ਰੇਡੀਓ ਹੈ, ਜਿਹੜਾ ਤੁਹਾਡੇ ਟਿਊਨ ਇਨ ਦੇ ਨਾਲ ਤੁਹਾਨੂੰ ਸੁਣੂਗਾ। ਆਈਲੈਂਡ ਤੇ ਸਾਰੀ ਤੇ ਓਕਨਾਗਨ ਦੇ ਵਿੱਚ ਵਿਸਲਰ ਤੋਂ ਲੈ ਕੇ ਸਿਆਟਲ ਤੱਕ ਖੜਾਕ ਬਹਿਣਗੇ ਪੂਰੇ। ਤੇ ਬਹੁਤ ਵਧੀਆ ਉਹਨਾਂ ਨੇ ਇਹਦੇ ਤੇ ਕੰਮ ਕੀਤਾ, ਮਿਹਨਤ ਕੀਤੀ, ਔਰ ਬਿਲਕੁਲ ਲੇਟੈਸਟ ਇਕਵਿਪਮੈਂਟ, ਲੇਟੈਸਟ ਟਰਾਂਸਮੀਟਰ ਜਿਹੜੇ ਅੱਜ ਦੀ ਉਮਰ ਦੇ ਨੇ ਉਹ ਹੁਣ ਲਾਏ ਨੇ ਉਹਨਾਂ। ਜਿਹੜਾ ਆਪਣੀ ਮੈਨੇਜਮੈਂਟ ਨੇ ਮਿਹਨਤ ਬਹੁਤ ਕੀਤੀ, ਬਹੁਤ। ਔਰ 4 ਸਾਲ ਹੋ ਗਏ, 2016 ਦਾ ਰੇਡੀਓ ਅਵਾਰਡ ਹੋਇਆ 4 ਸਾਲ ਬਾਅਦ। ਕਿਉਂਕਿ ਜਦ ਸਮਾਂ ਆਉਣਾ, ਜਦ ਕੰਮ ਹੋਣਾ, ਜਦ ਹੀ ਹੋਣਾ।
ਇੱਧਰ ਆਪਣੀ ਵੰਨਗੀ ਆ ਰਹਿਣੀ ਹੈ ਜਿਹੜੀ ਤੁਸੀਂ ਸੁਣਦੇ ਹੋ, ਉਧਰ ਵੰਨਗੀ ਥੋੜੀ ਜਿਹੀ ਡਿਫਰੈਂਟ ਹੋਏਗੀ, ਪਰ ਹੋਸਟ ਤਾਂ ਹੋਸਟ ਹੀ ਹੁੰਦਾ, ਉਹ ਪ੍ਰੋਗਰਾਮ ਦੀ ਤਰਤੀਬ ਥੋੜੀ ਜਿਹੀ ਅਲੱਗ ਹੋਏਗੀ। ਸ਼ਾਹ ਮਹਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਬਹੁਤ ਬਹੁਤ ਵਧਾਈਆਂ। ਉਹ ਸ਼ਬਦ ਨਹੀਂ ਲੱਭ ਰਹੇ ਜਿਹਦੇ ਨਾਲ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰ ਕਰੀਏ ਤੇ ਤੁਹਾਡਾ ਧੰਨਵਾਦ ਕਰੀਏ। ਇਹ ਇੱਕ ਨਵੀਂ ਆਵਾਜ਼, ਨਵੀਂ ਤਾਂ ਨਹੀਂ ਕਹਿ ਸਕਦੇ, ਉਹ ਸਦੀਆਂ ਤੋਂ ਗੂੰਜਦੀ ਇੱਕ ਆਵਾਜ਼ ਫੇਰ ਤੁਸੀਂ ਲੈ ਆਂਦੀ ਹੈ ਤੇ ਇਹਦੇ ਵਿੱਚ ਜਿਹੜਾ ਸਾਡਾ ਸੱਚ ਦਾ ਬੋਲਬਾਲਾ ਉਹ ਹੋਰ ਬੁਲੰਦ ਹੋਏਗਾ। ਸੋ ਇਸ ਲਈ ਜਿੰਨੀ ਵੀ ਅਸੀਂ ਅਰਦਾਸ ਕਰ ਸਕੀਏ ਪ੍ਰਮਾਤਮਾ ਅੱਗੇ ਕਿ ਇਹ ਦਿਨ ਦੁੱਗਣੀ ਰਾਤ ਚੌਗੁਣੀ ਇਕੱਲੀ ਤਰੱਕੀ ਨਾ ਕਰੇ, ਸਗੋਂ ਇਸ ਸਾਰੀ ਦੁਨੀਆ ਨੂੰ ਉਸ ਸੱਚ ਦੇ ਨਾਲ ਜੋੜ ਲੇ। ਤੁਹਾਡੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਇੱਕ ਵਾਰ ਨਾ ਉਸ ਰੇਡੀਓ ਤੇ ਜੁੜਨ ਦਾ ਨੰਬਰ ਜ਼ਰੂਰ ਦੱਸ ਦਿਓ। ਹਾਂਜੀ, 604 285 3600 ਜੀ, 604 285 3600। 600 AM ਤੁਸੀਂ ਜਿਹੜਾ ਟਿਊਨ ਇਨ ਕਰ ਲਾਂ, ਜਿਵੇਂ ਹੁਣ 1550 ਤੇ ਉਹ 600 AM ਤੇ ਚੱਲਣਾ ਜੀ, 600 AM। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਬੁਲੰਦੀਆਂ ਤੇ ਪਹੁੰਚਾਵੇ। ਤੇ ਇਹ ਤੁਸੀਂ ਇਕੱਲੇ ਪੰਜਾਬ ਦੀ ਆਵਾਜ਼ ਨਹੀਂ, ਤੁਸੀਂ ਸਮੁੱਚੇ ਸਿੱਖ ਜਗਤ ਦੀ ਆਵਾਜ਼ ਹੋ, ਪੰਜਾਬੀ ਦੀ ਆਵਾਜ਼ ਹੋ, ਤੇ ਇਹਨੂੰ ਜਾਰੀ ਰੱਖੋ। ਅਸੀਂ ਸਾਰੇ ਇਹ ਕਾਮਨਾ ਕਰਦੇ ਹਾਂ ਤੇ ਤੁਹਾਡੇ ਨਾਲ ਰਹਾਂਗੇ ਜਦ ਤੱਕ ਵੀ ਸਾਹ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਹੋ, ਹਾਂ, ਧੰਨਵਾਦ ਬਹੁਤ ਬਹੁਤ। ਤੁਸੀਂ ਆਸ਼ੀਰਵਾਦ ਰੱਖਿਓ, ਥੈਂਕ ਯੂ। ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ। ਸਾਹਿਬ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 3। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ, ਗੁਰਫਤਿਹ। ਹਾਂਜੀ ਹਾਂਜੀ ਸਿੰਘ ਸਾਹਿਬ, 1844 247 1550 ਦਾ ਚੇਤੇ ਸੀ। ਹੁਣ ਜਿਹੜਾ 604 285 3600 285 ਇਹ ਵੀ ਹੁਣ ਚੇਤੇ ਹੋ ਜਾਊਗਾ ਤੇ ਬਹੁਤ ਖੁਸ਼ੀ ਹੋਈ। ਜਿੱਦਾਂ ਇਹ ਇੱਕ ਜਿੱਤੇ ਆ, ਉਦੋਂ ਮੈਨੂੰ ਯਾਦ ਆ ਜਦੋਂ ਬਜਾਏ ਕੋਸ਼ਿਸ਼ਾਂ ਹੋਈਆਂ ਇਹਨੂੰ ਬੰਦ ਕਰਾਉਣ ਦੀਆਂ, ਤਾਂ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਹੁਣ ਕਿੱਦਾਂ ਕੀ ਕਰਾਂਗੇ। ਪਰ ਚਲੋ ਇੱਕ ਖੁਸ਼ਖਬਰੀ ਆਈ ਹੈਗੀ ਆ, ਵਧੀਆ ਆ। ਤੇ ਜਿੱਦਾਂ ਵੀ ਹੋਸਟਾਂ ਦੀ ਲਾਈਨ ਅਪ ਵੀ ਬਹੁਤ ਸੋਹਣੀ ਹੈਗੀ ਆ। ਤੇ ਇਹਦੇ ਤੇ ਜਿੱਦਾਂ ਜਿਹੜੀ ਗੱਲ ਜਿੱਦਾਂ ਆਪਣੇ ਵੀਰ ਗੱਲ ਕਰਕੇ ਗਏ ਆ, ਇਹ ਰੇਡੀਓ ਤਾਂ ਹੋਰ ਵੀ ਬਥੇਰੇ ਚੱਲਦੇ ਆ। ਗੱਲ ਰੇਡੀਓ ਦੀ ਨਹੀਂ ਹੈਗੀ, ਗੱਲ ਰੇਡੀਓ ਤੇ ਬੈਠਾ ਕੌਣ ਆ, ਗੱਲ ਕੌਣ ਕਰਦਾ ਆ, ਉਹ ਮੈਟਰ ਕਰਦਾ ਆ। ਤੇ ਇਹ ਸਦਾ ਹੀ ਜਿਹੜੀ ਆ ਗੱਲ ਜਿਹੜੀ ਆ ਬਹੁਤ ਠੋਕ ਕੇ ਗੱਲ ਕੀਤੀ ਗਈ ਆ। ਜਾਣੀ ਕਿ ਹਰ ਇੱਕ ਨੂੰ ਮੌਕਾ ਦਿੱਤਾ ਗਿਆ। ਇਸ ਤਰ੍ਹਾਂ ਨਹੀਂ ਹੈਗਾ ਕੋਈ ਵਿਰੋਧੀ ਜੇ ਆਵਾਜ਼ ਸੁਰ ਵਾਲਾ ਹੈਗਾ ਆ ਤੇ ਉਹਨੂੰ ਬਿਲਕੁਲ ਹੀ ਨਕਾਰ ਦਿੱਤਾ ਗਿਆ। ਹਾਂ, ਇੱਕ ਦੁੱਕਾ ਇਹੋ ਜਿਹੀਆਂ ਹੁੰਦੀਆਂ ਗੱਲਾਂ, ਪਰ ਚਲੋ ਖਾਮੀ ਕਿਤੇ ਨਹੀਂ, ਪਰ ਮਾਣਿਆ, ਚਲੋ ਬਹੁਤ ਵਧੀਆ ਹੋਇਆ। ਤੇ ਇੱਕ ਮੈਂ ਜ਼ਰੂਰ ਬੇਨਤੀ ਹੋਰ ਕਰਨੀ ਆ, ਗੱਲ ਜਿਹੜੇ ਬੱਚੇ ਦੀ ਗੱਲ ਹੋ ਰਹੀ ਸੀ, ਸਾਨੂੰ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਜਿਹੜੇ ਉੱਥੋਂ ਲੂੰਗੜੇ ਆਏ ਹੋ ਆ, ਦੁੱਧ ਚੁੰਗਦੇ ਉੱਥੋਂ ਆਏ ਆ, ਉਹਨਾਂ ਦਾ ਕੋਈ ਨਹੀਂ ਹੈਗਾ। ਜੇ ਉਹਨਾਂ ਦਾ ਕੋਈ ਉਪਰਾਲਾ ਹੋ ਸਕਦਾ ਹੈ ਤਾਂ ਉਹਦੇ ਲਈ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਜੀ, ਤੁਹਾਡੀਆਂ ਕਾਲਸ ਲੈਣਾ ਹੋਰ, ਫਿਰ ਅਗਲੇ ਹਿੱਸੇ 'ਚ ਆਪਾਂ ਪ੍ਰੋਗਰਾਮ ਦੂਸਰਾ ਸ਼ੁਰੂ ਕਰਾਂਗੇ। ਧੰਨਵਾਦ ਜੀ ਸਾਰੇ ਜਿੰਨੇ ਵੀ ਸੁਨੇਹੇ ਭੇਜ ਰਹੇ ਹੋ। ਮੇਰੇ ਤੇ ਆਨਸਰ ਨਹੀਂ ਕਰ ਹੁੰਦਾ, ਮੈਂ ਕੋਸ਼ਿਸ਼ ਕਰਾਂਗਾ ਬਾਅਦ 'ਚ ਸਾਰੇ ਦੇਣ ਦੀ। ਜਵਾਕ ਅਰਜਨ ਸਿੰਘ ਸੰਘੇ ਹੋਣੀ ਖੁਸ਼ ਹੋਏ, ਕਹਿੰਦੇ ਹੁਣ ਗੱਲਬਾਤ ਬਣਿਆ ਕਰੂ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ ਜ਼ਿੰਦਾਬਾਦ। ਇਹ ਆਪਾਂ ਨਾਰਾ ਲਾਇਆ ਸੀ, ਹੁਣ ਲਾਇਆ ਕਰਾਂਗੇ। ਮਕੰਦ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਖੁਸ਼ਖਬਰੀ ਸੁਣ ਕੇ ਮਨ ਨੂੰ ਇੰਨੀ ਪ੍ਰਸੰਨਤਾ ਹੋਈ, ਕਿਉਂਕਿ ਮੈਂ ਇਹ ਸਮਝਦਾ ਕਿ ਅੱਜ ਦੇ ਜ਼ਮਾਨੇ 'ਚ ਇਹ ਸਾਡੇ ਰੇਡੀਓ ਪ੍ਰੋਗਰਾਮ ਹੈ, ਕੋਈ ਇਕੱਲੀ ਐਂਟਰਟੇਨਮੈਂਟ ਦਾ ਸਾਧਨ ਨਹੀਂ। ਇਹ ਲੋਕਾਂ ਦੀਆਂ ਜਾਇਜ਼ ਮੰਗਾਂ ਤੇ ਉਮੰਗਾਂ ਤੇ ਉਹਨਾਂ ਦੇ ਵਲਵਲਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਬਹੁਤ ਹੀ ਵੱਡਾ ਸਾਧਨ ਹੈ। ਕਮ ਸੇ ਕਮ ਤੁਹਾਡੇ ਵਰਗੇ ਹੋਸਟ ਜਿਹੜੇ ਲੋਕਾਂ ਦੇ ਮਸਲੇ ਆ, ਲੋਕ ਮਸਲਿਆਂ ਨੂੰ ਪ੍ਰਣਾਏ ਹੋਏ ਆ, ਜਿਨ੍ਹਾਂ ਦੇ ਦਿਲ ਦੇ ਵਿੱਚ ਆਪਣੀ ਕਮਿਊਨਿਟੀ ਲਈ, ਆਪਣੇ ਸਮਾਜ ਲਈ ਜਿੱਥੇ ਜੰਮੇ ਪਲੇ ਵੱਡੇ ਹੋਏ ਆ, ਉਹਨਾਂ ਲਈ ਜਿਹੜੇ ਹੋਸਟ ਦੇ ਦਿਲ 'ਚ ਦੁੱਖ ਹੋਵੇ, ਉਹਨੂੰ ਉਹਨਾਂ ਦੇ ਮਸਲਿਆਂ ਦੇ ਵੱਲ ਉਹਨਾਂ ਦੇ ਸਾਰਾ ਅਟਰੈਕਸ਼ਨ ਉੱਧਰ ਹੋਵੇ, ਉਹ ਬਹੁਤ ਵੱਡਾ ਹਿੱਸਾ ਪਾ ਸਕਦੇ। ਤੁਸੀਂ ਬਹੁਤ ਵੱਡਾ ਹਿੱਸਾ ਪਾ ਰਹੇ ਹੋ। ਹੁਣ ਸਾਨੂੰ ਇਹ ਕਿ ਹੋਰ ਟਾਈਮ ਵੱਧ ਮਿਲ ਜੂ ਤੇ ਜਿਹੜਾ ਅੱਗੇ ਇਹਨਾਂ ਦੇ ਨਾਲ ਅੱਗੇ ਵੀ ਉਹ ਸ਼ੇਰੇ ਪੰਜਾਬ ਦੇ ਪਹਿਲਾ ਹਿੱਸਾ ਲੈਂਦੇ ਰਹੇ ਆ, ਉਵੇਂ ਲੈਂਦੇ ਰਹੋਗੇ ਤੇ ਪ੍ਰਮਾਤਮਾ ਤੁਹਾਡੀ ਵੱਡੀ ਉਮਰ ਤੇ ਤੁਹਾਨੂੰ
ਇਹਦੇ ਨਾਲ ਹੀ ਹੋਰ ਬਲ ਬਖਸ਼ੇ ਕਿ ਤੁਸੀਂ ਆਪਣੀ ਕੌਮ ਦੀ, ਸਿੱਖ ਕੌਮ ਦੀ, ਪੰਜਾਬੀਆਂ ਦੀ, ਪੰਜਾਬੀ ਬੋਲੀ ਦੀ ਸੇਵਾ ਕਰ ਸਕੋ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਮਕਰਨ ਸਿੰਘ ਜੀ, ਤੁਸੀਂ ਵੱਡੇ ਹੋ ਗਿੱਲ ਸਾਹਿਬ, ਧੰਨਵਾਦ, ਆਸ਼ੀਰਵਾਦ ਰੱਖਿਓ ਜੀ। ਕਾਂਡੀ ਜੀ ਸੇਖੋ ਸਾਹਿਬ, ਲਾਈਨ ਨੰਬਰ 3। ਹੈਲੋ, ਸਤਿ ਸ੍ਰੀ ਅਕਾਲ ਜੀ। ਹੁਣ ਨਵੇਂ ਰੇਡੀਓ ਤੇ ਮੈਂ ਸੇਖੋਂ ਸਾਹਿਬ ਕਿਹਾ ਕਰਨਾ, ਮੈਂ ਆ ਨਾਂ ਨਹੀਂ ਲਿਆ ਕਰਨਾ ਉੱਧਰ। ਦੇਖੋ ਜੀ, ਤੁਸੀਂ ਮੇਰਾ ਨਾਂ ਕਾਹਦੇ ਖਰਾਬ ਕਰਦੇ, ਮਰਜ਼ੀ ਦਾ ਨਾਮ ਬਣਿਆ ਹੈ। ਹਾਂਜੀ, ਦੇਖੋ ਜੀ, ਗੱਲ ਇਹ ਆ ਬਈ ਇਹ ਜਿੱਦਾਂ ਵੀ ਵਧਾਈਆਂ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ। ਜਿੱਦਾਂ ਵੀ ਰੇਡੀਓ ਨੇ ਸਾਨੂੰ ਕਾਲਦਰਾਂ ਨੂੰ ਵੀ ਕੁਛ ਦੇਣ ਦਿੱਤੀ ਆ, ਸਾਡਾ ਵੀ ਕੁਛ ਫਰਜ਼ ਬਣਦਾ ਬਈ। ਬਹੁਤ ਜ਼ਿਆਦਾ ਸਾਨੂੰ ਤਾਂ ਬੋਲਣਾ ਸਿਖਾਇਆ ਰੇਡੀਓ ਨੇ ਸਾਨੂੰ। ਤੇ ਮੇਰੇ ਕੋਈ ਆਉਂਦਾ ਜਾਂਦਾ ਨਹੀਂ ਰਿਸ਼ਤੇਦਾਰ, ਸਾਰੇ ਕੁਛ ਆ। ਇਹ ਮੇਰਾ ਫਰੈਂਡ ਆ, ਨਾ ਕੋਈ ਜਿੱਦਾਂ ਵੀ ਫਰੈਂਡ ਪੱਕਾ ਹੀ ਬਣਿਆ ਕੋਈ, ਜਿੱਦਾਂ ਕਹ ਲਓ ਵੀ ਮੇਰੇ ਸਿਰ ਤੇ ਉਹ ਖੜਾ ਹੋ ਜਾਊ ਰਫਰ ਲੈ ਕੇ। ਇਸ ਕਰਕੇ ਰੇਡੀਓ ਜਿਹੜਾ ਮੇਰਾ ਬੈਸਟ ਫਰੈਂਡ ਆ। ਮੈਨੂੰ ਇਹਨੇ ਬਹੁਤ ਕੁਛ ਦਿੱਤਾ ਰੇਡੀਓ ਨੇ, ਜਿੱਦਾਂ ਵੀ ਬਹੁਤ ਜ਼ਿਆਦਾ ਬੈਸਟ ਫਰੈਂਡ ਆ। ਰਿਸ਼ਤੇਦਾਰ ਆਵੇ ਨਾ ਆਵੇ, ਭਰਾ ਭੈਣ ਆਉਣ ਨਾ ਆਉਣ, ਮੈਨੂੰ ਉਹਨਾਂ ਨਾਲ ਕੋਈ ਮਤਲਬ ਹੀ ਹੈ ਨਹੀਂ। ਉਹ ਤੇ ਉਹ ਮੈਨੂੰ ਰੋਕਦੇ ਹੁੰਦੇ ਆ ਕਿ ਤੁਸੀਂ ਵਿਚਾਰ ਕਾਹਦੇ ਰੱਖਦੇ ਆ ਤੁਸੀਂ। ਫਿਰ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਆ ਜਾਓ 2-4 ਘੰਟੇ ਮੇਰੇ ਨਿਭਾ ਦਿਓ, ਫੇਰ ਕੋਈ ਤਿਆਰ ਨਹੀਂ ਹੁੰਦਾ, ਦਿਹਾੜੀ ਭੰਨਣ ਨੂੰ ਕੋਈ ਤਿਆਰ ਨਹੀਂ। ਤਾਂ ਇਸ ਕਰਕੇ ਇਹ ਰੇਡੀਓ ਮੇਰਾ ਫਰੈਂਡ ਆ। ਬਾਕੀ ਮੇਰਾ ਨਸ਼ਾ ਵੀ ਕਹਿ ਲਓ, ਇੱਕ ਨਸ਼ਾ ਆ। ਕਈ ਡੋਜ਼ ਹੋਸਟ ਨੂੰ ਮੇਰੇ ਤੋਂ ਜ਼ਿਆਦਾ ਦੇ ਹੋ ਜਾਂਦੀ ਆ ਕਈ ਵਾਰੀ, ਤੇ ਹੋਸਟ ਭੜਕ ਜਾਂਦਾ, ਜਿੱਦਾਂ ਕਹਿ ਲਓ ਵੀ ਉਹ ਝੱਲ ਲੈਣਾ ਚਾਹੀਦਾ। ਬਾਕੀ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਤੁਹਾਡੀ ਟੀਮ ਬਹੁਤ ਵਧੀਆ ਬਣੀ ਆ, ਨਾ ਮੈਂ ਸੁਣ ਲਿਆ। ਤੇ ਜਿਹੜਾ ਹੁਣ ਇੱਕ ਪ੍ਰੋਗਰਾਮ ਕਰਕੇ ਚੱਲ ਗਿਆ ਤੇ ਦੂਜਾ ਉਹੀ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੇ, ਉਹ ਨਹੀਂ ਹੋਣਾ ਚਾਹੀਦਾ। ਤੇ ਉੱਤੇ ਜਿੱਦਾਂ ਸੁਭਾਗਾ ਫੇਰ ਦੇਣਾ, ਇੱਕ ਨੇ ਹਲ ਬਾਉਣਾ, ਦੂਜਾ ਸੁਭਾਗਾ ਫੇਰ ਜਾਵੇ, ਇਹ ਗੱਲ ਚੰਗੀ। ਉਹ ਹੋਰ ਕੋਈ ਟਾਕ ਸ਼ੋ ਲੈ ਆਵੇ, ਚੌਥੇ 5ਵੇਂ ਦਿਨ ਲੈ ਆਵੇ ਟਾਕ ਸ਼ੋ। ਹੁਣ ਇੱਕ ਦੇ ਜ਼ਿਆਦਾ ਕਾਲਰ ਆ ਗਿਆ 50-60, ਤੇ ਦੂਜੇ ਨੂੰ ਥੋੜ੍ਹਾ ਉਹ ਫਿਰ ਰਿਪੀਟਿੰਗ ਪ੍ਰੋਗਰਾਮ ਪੁੱਠਾ ਸ਼ੁਰੂ ਕਰ ਦੇਵੇ। ਉਹ ਕਈਆਂ ਰੇਡੀਓਆਂ ਤੇ ਇਦਾਂ ਚੱਲਦਾ ਆ। ਤੇ ਪਰ ਮੈਂ ਨਹੀਂ ਚਾਹੁੰਦਾ ਕਿ ਸ਼ੇਰੇ ਪੰਜਾਬ ਦਾ ਨਾਂ ਖਰਾਬ ਹੋਵੇ, ਤੁਹਾਡਾ ਆਪਸ ਵਿੱਚ ਭਿੜੋ ਤਾਂ ਬਾਅਦ ਸਾਹਿਬ ਨੂੰ ਤੁਸੀਂ ਪ੍ਰੋਬਲਮ 'ਚ ਪਾ ਦਿਓ। ਜਿੱਥੇ ਮੈਂ ਕੰਮ ਕਰਦਾ ਨਾ ਫਾਰਮ 'ਚ, ਤੇ ਆਪਾਂ ਡਰਾਈਵਰ ਕਈ ਵਾਰੀ ਲੜ ਪੈਂਦੇ ਇੱਕ ਦੂਜੇ ਦੇ ਨਾਲ, ਤਾਂ ਟੀਮ ਉਹਨੂੰ ਪ੍ਰੋਬਲਮ ਆਉਂਦੀ ਆ, ਮਾਲਕ ਟੈਨਸ਼ਨ 'ਚ ਰਹਿੰਦਾ, ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਉਹਨੂੰ ਫਿਰ ਗੋਲੀ ਖਾਣੀ ਪੈਂਦੀ ਆ। ਤਾਂ ਇਸ ਕਰਕੇ ਤੁਸੀਂ ਬਾਦ ਸਾਹਿਬ ਨੂੰ ਖੁਸ਼ ਰੱਖਿਓ, ਤੇ ਬਾਦ ਸਾਹਿਬ ਨੂੰ ਵੀ ਮੁਬਾਰਕਾਂ। ਤੇ ਮੈਂ ਤਾਂ ਹੁਣ ਜਿੰਨੇ ਆਪਣੇ ਫਰੈਂਡ ਆ ਨਾ, ਇੱਕ ਡੱਬਾ ਉਹਨਾਂ ਨੂੰ ਲੱਡੂਆਂ ਦਾ ਜ਼ਰੂਰ ਭੇਜੂਗਾ, ਕਿਉਂਕਿ ਕਲੀਅਰ ਆਵਾਜ਼ ਜਿਹੜੀ ਸਾਨੂੰ ਆਉਣੀ ਚਾਹੀਦੀ ਸੀ ਉਹ ਆ ਗਈ ਜੀ। ਤਾਂ ਇੰਨਾ ਕੁ ਖਿਆਲ ਰੱਖੋ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਜ਼ਰੂਰ, ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਅਮਰਜੀਤ ਸਿੰਘ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਭਾਜੀ, ਵਧਾਈਆਂ ਬਹੁਤ ਬਹੁਤ ਤੁਹਾਨੂੰ ਸ਼ੇਰੇ ਪੰਜਾਬ ਨੂੰ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ, ਸਭ ਠੀਕ ਠਾਕ? ਹਾਂਜੀ, ਗੁਰੂ ਕਿਰਪਾ ਜੀ, ਬਹੁਤ ਵਧੀਆ, ਬਹੁਤ ਵਧੀਆ। ਆਪਣੀ ਉਹ ਇੱਕ ਚੀਜ਼ ਹੋਰ ਨਾਲ ਲੈ ਕੇ ਆਇਆ, ਕਾਟੋ ਝਾਂਜਰਾਂ ਵਾਲੀ ਚਾਹੀਦੀ ਨਾਲ, ਜਦੋਂ ਚੜ੍ਹਦੀ ਆ ਕਿੱਕਰ ਤੇ ਵਾ ਨਜ਼ਾਰਾ ਆ ਜਾਂਦਾ ਸੁਣ ਕੇ। ਚੜਾਇਆ ਕਰਾਂਗੇ, ਫਿਕਰ ਨਾ ਕਰੋ ਤੁਸੀਂ, ਫਿਕਰ ਨਾ ਕਰੋ। ਚਲੋ, ਸਤਿ ਸ੍ਰੀ ਅਕਾਲ ਜੀ। ਧੰਨਵਾਦ। ਕਿੱਕਰ ਕਾਟੋ ਤੇ ਵੀ ਕਾਟੋ ਹੁਣ ਕਿੱਕਰਾਂ ਤੇ ਵੀ ਚੜੂ, ਗੁੱਲਾਂ ਤੇ ਬੱਕਰੀ ਵੀ ਚੜੂ, ਜਿਵੇਂ ਪਹਿਲਾਂ ਚੜਾਉਂਦੇ ਹੁੰਦੇ ਸੀ। ਹੁਣ ਤਾਂ ਬੱਸ ਚਲਾਈ ਆ 6 ਸਾਲ, ਬੱਸ ਤੋਂ ਬਾਹਰ ਬੈਠ ਕੇ, ਕੋਈ ਸਾਡੇ ਕੋਲ ਸੁੱਚ ਨਹੀਂ, ਕੋਈ ਕੰਟਰੋਲ ਨਹੀਂ ਸਾਡੇ ਕੋਲ, ਬੈਠੇ ਅਸੀਂ ਕਿਤੇ ਆ, ਕੰਟਰੋਲ ਸਾਡਾ ਕਿਤੇ ਆ। ਪਰ ਫੇਰ ਵੀ ਤੁਸੀਂ ਸਾਨੂੰ ਜਿਉਂਦੇ ਰੱਖਿਆ, ਤੁਹਾਡੇ ਅੱਗੇ ਹੱਥ ਸਿਰ ਝੁਕਦਾ ਸਦਾ। ਸਵਰਨ ਸਿੰਘ, ਲਾਈਨ ਨੰਬਰ। ਅਖੂਕ ਮਬਰੂਕ, ਸ਼ੁਕਰਾਨਾ ਗਜ਼ੀਰਨ। ਹਾਂਜੀ ਹਾਂਜੀ, ਹਾਂਜੀ, ਆਪਣੇ ਗਿੱਲ ਸਾਹਿਬ ਸੁਣ ਕੇ ਵਾਕਿਆ ਖੁਸ਼ੀ ਹੋਈ ਆ। ਤੇ ਹੁਣ ਇੰਨੀ ਬਾਤ ਖੁਸ਼ੀ ਆ ਕਿ ਤੁਹਾਡੇ ਨਾਲ ਬਿਤਾਉਣ ਦਾ ਇੱਕ ਘੰਟਾ ਸਾਨੂੰ ਹੋਰ ਜ਼ਿਆਦਾ ਮਿਲ ਗਿਆ। ਸਾਡਾ ਸਭ ਤੋਂ ਵੱਡਾ ਇਹ ਚੀਜ਼ ਹੈ ਜੀ। ਇਸ ਕਰਕੇ ਤੁਹਾਡੇ ਸਾਰੇ ਸਟਾਫ ਨੂੰ, ਸਾਰੀ ਟੀਮ ਨੂੰ ਵਧਾਈਆਂ, ਔਰ ਪਰਮਾਤਮਾ ਤੁਹਾਨੂੰ ਧੰਨਵਾਦ ਰੱਖੋ ਜੀ। ਧੰਨਵਾਦ ਚਾਲ ਸਾਹਿਬ, ਥੈਂਕ ਯੂ, ਸ਼ੁਕਰਾਨਾ ਗਜ਼ੀਰ, ਸ਼ੁਕਰਾਨਾ ਗਜ਼ੀਰ, ਥੈਂਕ ਯੂ। ਸਾਹਿਬ ਸਿੰਘ ਜੀ, ਲਾਈਨ ਨੰਬਰ 4। ਹੈਲੋ ਬੇਟਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੇਟਾ ਜੀ ਤੁਹਾਨੂੰ ਨਾ, ਜਾਣੀ ਇੱਕ ਤਾਂ ਹੁੰਦੀਆਂ ਨਾ ਵਧਾਈਆਂ, ਇੱਕ ਹੁੰਦੀਆਂ ਪਲੱਸ 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 ਜੀ। ਅੱਗੇ ਇੱਕ ਦਿਨ ਤੁਸੀਂ ਸਾਂਝੀ ਕੀਤੀ ਸੀ ਖਬਰ, ਮੈਨੂੰ ਤਾਂ ਪਤਾ ਉਹਦੀ ਮਤਲਬ ਭਾਲਦਾ ਹੀ 600 ਕਿਥੋਂ ਲੱਭੇ ਮੈਨੂੰ।
ਹਾਂ 600 AM ਅੱਜ ਲਾ ਲਓ। ਜਿਹੜੇ ਗੁਰਬਾਣੀ ਵਾਲੇ ਰੇਡੀਓ ਨੇ ਉਹਨਾਂ ਤੇ ਵੀ 600 AM ਬਹੁਤ ਬਹੁਤ ਕਲੀਨ ਚੱਲਦਾ। ਛੋਟੇ ਜਿਹੜੇ ਰੇਡੀਓ ਨੇ ਬਾਹਰ ਜਾਣਾ ਉਹਨੂੰ ਨਾਲ ਲੈ ਗਏ ਬਸ, ਹੁਣ ਉਹਦੇ ਤੇ ਬਹੁਤ ਕਲੀਅਰ। ਰਜੀਸ਼ ਇੱਕ ਮਿੰਟ, ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਤੁਸੀਂ ਰਾਤ ਨੂੰ ਕਿੰਨੇ ਵਜੇ ਕਰਦੇ ਹੋ ਰਿਲੇ ਦੁਬਾਰਾ ਪ੍ਰੋਗਰਾਮ? ਇਹ ਰਾਤ ਨੂੰ ਰਿਪੀਟ ਹੋਇਆ ਕਰੂਗਾ ਜੀ, ਜਿਵੇਂ ਪਹਿਲਾਂ 1550 ਤੇ ਹੁੰਦਾ। ਇਹ ਪ੍ਰੋਗਰਾਮ ਰਾਤ ਨੂੰ ਰਿਪੀਟ ਕਿਵੇਂ ਹੋਇਆ ਕਰਨਗੇ ਮੈਂ ਦੱਸਾਂਗਾ ਜੀ, ਪਰ 1550 ਵਾਲਾ ਰਾਤ ਨੂੰ ਹੁੰਦਾ। ਹਾਂਜੀ ਹਾਂਜੀ ਹਾਂਜੀ, ਜੇ ਕਿਤੇ ਮਤਲਬ ਨਾ ਸੁਣਿਆ ਜਾਵੇ ਪੁੱਤ ਫਿਰ ਸੁਣ ਸਕਦੇ ਅਸੀਂ? ਹਾਂਜੀ ਰਾਤ ਨੂੰ ਹੁੰਦਾ ਜੀ, 12 ਵਜੇ ਹੁੰਦਾ। ਤੇ ਪੁੱਤ ਦੁਬਾਰਾ ਫੇਰ ਤੁਹਾਨੂੰ ਬਹੁਤ 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 ਮੁਬਾਰਕਾਂ, ਤੇ ਫੇਰ ਕਿਸੇ ਦਿਨ ਹੋਰ ਗੱਲ ਕਰਾਂਗੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ, ਥੈਂਕ ਯੂ। ਹਾਲ ਪਰਿਵਾਰ ਵੱਲੋਂ ਵੀ ਸਾਰਿਆਂ ਦਾ ਧੰਨਵਾਦ। ਮੈਨੂੰ ਸੁਨੇਹਾ ਆਇਆ, ਸਾਰੇ ਪਰਿਵਾਰ ਨੇ ਫੇਰ ਸਾਨੂੰ ਸਾਰਿਆਂ ਨੂੰ ਕਿਹਾ। ਅਸੀਂ ਵੱਡਾ ਇਕੱਠ ਕਰਨਾ ਚਾਹੁੰਦੇ ਸੀ ਪਰ ਹੁਣ ਕੋਵਿਡ ਕਰਕੇ ਹੋ ਨਹੀਂ ਸਕਦਾ। ਕਿਰਪਾ ਰੱਖਿਓ, ਤੁਹਾਨੂੰ ਆਪਣਾ ਜਿਹੜਾ ਇਹ ਰੇਡੀਓ, ਤੁਹਾਡਾ ਆਪਣਾ ਰੇਡੀਓ ਦਾ ਮਾਣ ਅਸੀਂ ਪਹਿਲਾਂ ਸ਼ੇਰੇ ਪੰਜਾਬ ਤੇ ਦਿੱਤਾ, ਇਸ ਤਰ੍ਹਾਂ 1550 ਤੇ ਦਿੱਤਾ। ਦੇਖੋ ਘੰਟਿਆਂ ਬੱਧੀ ਬੋਲਣਾ ਬਹੁਤ ਪ੍ਰੈਸ਼ਰ ਹੁੰਦਾ ਹੈ। ਪ੍ਰੋਗਰਾਮ, ਕਾਲਰ, ਸੋਚਣਾ, ਬੋਲਣਾ, ਐਡਵਰਟਾਈਜ਼ਮੈਂਟ, ਫੋਨ, ਫੇਸਬੁੱਕ ਤੇ ਬਹੁਤ ਕੁਛ ਹੁੰਦਾ। ਉਹ 'ਚ ਕਿਤੇ ਨਾ ਕਿਤੇ ਕਈ ਵਾਰ ਕੁਛ ਗਲਤੀ ਵੀ ਕਿਸੇ ਹੋਸਟ ਤੋਂ ਹੋ ਜਾਂਦੀ। ਹਾਂ, ਹੋਸਟ ਜੇ ਗਲਤੀ ਮੰਨਦਾ ਤਾਂ ਮਾਫੀ ਮਿਲ ਸਕਦੀ। ਜੇ ਹੋਸਟ ਹੈਂਕੜ 'ਚ ਆਵੇ ਮੈਂ ਮਾਫ ਨਹੀਂ ਮੰਗਣੀ, ਫਿਰ ਕੋਈ। ਮੈਂ ਅਕਸਰ ਤੁਹਾਨੂੰ ਕਹਿ ਦਿੰਦਾ ਵੀ ਜੇ ਕਿਸੇ ਨੂੰ ਬੋਲਿਆ ਗਿਆ ਹੋਵੇ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਤਾਂ ਮਾਫੀ, ਕਿਉਂਕਿ ਕਹਾਣੀ ਹੈ ਨਹੀਂ। ਜੇ ਤੁਸੀਂ ਹੈ ਨਹੀਂ ਤਾਂ ਸਾਨੂੰ ਕਿਹਨੇ ਸੁਣਨਾ? ਕੰਧਾਂ ਨੂੰ ਥੋੜਾ ਅਸੀਂ ਸੁਣਾਉਣਾ। ਰੇਟਿੰਗ ਆ ਜਿਹੜੀ, ਉਹ ਰੇਟਿੰਗ ਤੁਸੀਂ ਹੋ। ਜੇ ਮਤਲਬ ਬੰਦਾ ਬੈਠੇ ਹੋਸਟ ਤੇ ਸ਼ੋਅ ਸ਼ੁਰੂ ਹੋਵੇ ਤੇ ਸਰਵਰ ਆਨਲਾਈਨ ਵਾਲਾ 1550 AM ਤੇ ਕਹੇ ਵੀ ਛੱਡ ਦੇ, ਹੁਣ ਮੈਨੂੰ ਛੱਡ ਦੇ, ਮਿੰਟ ਹੈ, ਮਾੜਾ ਜਿਹਾ ਨਰਮ ਕਰ ਲੈ। ਮੈਨੇਜਰ ਬ੍ਰਿਜਟ ਫੋਨ ਕਰਕੇ ਕਹੇ ਵੀ ਆਰ ਗੋਇੰਗ ਟੂ ਸ਼ਟ ਡਾਊਨ ਐਵਰੀਥਿੰਗ, ਥੋੜਾ ਜਿਹਾ ਸਲੋ ਕਰ ਲੈ, ਲਾਲ ਤੇ ਗਈਆਂ ਸੂਈਆਂ, ਫਿਰ ਸਵਾਦ ਹੈ। ਨਹੀਂ ਗੱਲ ਬਣਦੀ। ਤੇ ਉਹ ਸਮਾਂ ਹੀ ਲੱਗਦਾ 11 ਵਰੇ ਹੋ ਗਏ, ਹੌਲੀ 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 ਇਸ ਤਰ੍ਹਾਂ ਹੀ। ਤੇ ਫਿਰ ਜਿੱਡੀ ਵੀ TC ਆ ਉਹ ਉੱਥੇ ਜਾ ਕੇ ਬਰਕਰਾਰ ਆਪਣੇ ਆਪ ਨੂੰ ਕਰਨਾ, ਉਹ ਬਹੁਤ ਕੰਮ ਹੈ। ਸਿੰਦਰ ਕੌਰ ਜੀ, ਲਾਈਨ ਨੰਬਰ 5। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ, ਤੰਦਰੁਸਤੀ ਬਖਸ਼ੇ। ਇਸੇ ਤਰ੍ਹਾਂ ਰੌਣਕ ਲਾਏ ਰੱਖਿਓ। ਮੈਨੂੰ ਤੇ ਕਾਫੀ ਚਿਰ ਤੋਂ ਮੈਂ ਵੀਰ ਜੀ ਕੀਤਾ ਹੀ ਨਹੀਂ, ਢਿੱਲਵੱਟ ਰਹਿਣ ਕਰਕੇ ਜੀ 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 ਫੋਨ। ਤੇ ਧੰਨਵਾਦ ਬਹੁਤ। ਅੱਜ ਤੁਹਾਡੀ ਖੁਸ਼ਖਬਰੀ ਸੁਣੀ ਆ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਤੁਹਾਨੂੰ। ਤੇ ਇੱਧਰ ਨਹੀਂ ਛੱਡਣਾ ਵੀਰ ਜੀ, ਉਹ ਇੱਧਰ ਵੀ ਨਹੀਂ ਛੱਡਣਾ। ਨਾ ਜੀ, ਇੱਧਰ 12 ਤੋਂ 2 ਵਜੇ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਰਹੂੰਗਾ। ਉੱਧਰ 9 ਤੋਂ 11 ਸਾਰੇ ਸ਼ੋਅ ਬਹੁਤ ਵਧੀਆ ਨੇ। ਸਵੇਰ ਤੋਂ 6 ਵਜੇ ਤੋਂ, ਹਾਂਜੀ 6 ਵਜੇ ਤੋਂ ਲੈ ਕੇ ਸਵੇਰ ਤੋਂ ਡਾਕਟਰ ਪੁਰੇਵਾਲ ਤੋਂ ਲੈ ਕੇ 600 AM ਤੁਸੀਂ ਲਾਇਓ ਸੋਮਵਾਰ ਨੂੰ, ਫਿਰ ਤੁਹਾਨੂੰ ਪਤਾ ਲੱਗੂ ਹੋਸਟ ਕੀ ਨੇ ਤੇ ਕੀ ਗੱਲ ਚੱਲ। ਧੰਨਵਾਦ ਬਹੁਤ ਬਹੁਤ, ਜਿਉਂਦੇ ਵਸਦੇ ਰਹੋ। ਧੰਨਵਾਦ। ਭੁੱਲਰ ਸਾਹਿਬ ਸਾਡੇ ਕਾਲਜ ਦੇ ਦੋਸਤ ਨੇ, ਬੋਇੰਗ 'ਚ ਕੰਮ ਕਰਦੇ ਨੇ। ਧੀ ਰਾਣੀ ਸੀਰਤ ਕੌਰ ਦਾ ਟੂਰਨਾਮੈਂਟ ਹੈ ਬਾਸਕਟਬਾਲ ਦਾ, ਉੱਥੇ ਲੈ ਕੇ ਚੱਲੇ ਨੇ। ਜਿਉਂਦੇ ਵਸਦੇ ਰਹੋ। ਧੀਆਂ ਦਾ ਬਹੁਤ ਮਨ ਦੇ ਵਿੱਚ ਮਲਾਲ ਹੈ, ਮੈਨੂੰ ਬੜਾ ਮਾਣ ਹੁੰਦਾ ਮੈਨੂੰ ਵੀ ਬੱਚੀਆਂ ਸਾਡੀਆਂ ਨਾ ਸਿਰੇ ਤੇ ਰਹਿਣ ਬਸ। ਪ੍ਰੋਗਰਾਮ ਫੇਰ ਦੱਸ ਦੇਵਾਂ ਜੀ, ਸਿੰਦਰਪੁਰੇਵਾਲ ਹੋਣੀ 6 ਤੋਂ 9 ਵਜੇ ਤੱਕ, ਮੈਂ 9 ਤੋਂ 11 ਤੱਕ, 11 ਤੋਂ 1 ਤੱਕ ਨਿੰਮੀ ਡੌਲਾ ਜੀ, ਨਵਜੋਤ ਢਿੱਲੋਂ ਦੀ ਜੀ ਰੋਸ਼ਨੀ 1 ਤੋਂ 3, ਨਿੰਮੀ ਡੌਲਾ ਜੀ ਦਾ ਦੇਸੀ ਗੱਲਾਂ, ਦੇਸੀ ਗਾਣੇ ਤੁਸੀਂ ਬਹੁਤ ਪਸੰਦ ਕੀਤਾ ਸ਼ੇਰੇ ਪੰਜਾਬ ਤੇ। ਜਸਵੀਰ ਰਮਾਣਾ 3 ਤੋਂ 5, 5 ਤੋਂ 8 ਪਾਲ ਬਰਾੜ। 600 AM ਸਿਆਟਲ ਇਹ ਟਿਊਨ ਇਨ ਤੇ ਸੁਣੋ ਸਕਦੇ ਹੋ ਤੁਸੀਂ। ਵਿਸਲਰ, ਸਕੋਮਿਸ਼ ਟਿਊਨ ਇਨ ਤੇ, ਆਈਲੈਂਡ ਸਾਰਾ ਟਿਊਨ ਇਨ ਤੇ ਹੋਪ, ਐਬਸਫੋਰਡ, ਮੇਪਲ ਰਿਜ, ਮਿਸ਼ਨ, ਕੁਕਿਟਲਮ, ਪੋਰਟ ਕੁਕਿਟਲਮ, ਸਾਰਾ ਲੋਅਰ ਮੇਨਲੈਂਡ, ਫਰੇਜ਼ਰ ਵੈਲੀ, ਕਿਸੇ ਵੀ ਪਹਾੜੀ ਦੇ ਕਿਸੇ ਕੁੰਦਰੇ ਹੋ ਤੁਸੀਂ, ਕਿਤੇ ਬੈਠੇ ਹੋ, 600 AM ਬਹੁਤ ਕਲੀਅਰ ਚੱਲੂਗਾ। ਸਿਆਟਲ, ਕੈਂਟ ਤੱਕ, ਵਾਸ਼ਿੰਗਟਨ ਤੱਕ ਬਿਲਕੁਲ ਬਹੁਤ ਕਲੀਅਰ ਚੱਲਦਾ ਹੈ। ਓਲੰਪੀਆ ਤੱਕ ਚੈੱਕ ਕੀਤਾ ਇਸ ਨੂੰ, ਡਰਾਈਵਰਾਂ ਨੇ, ਵੀਰਾਂ ਨੇ ਸਾਰਾ ਕੁਝ ਦੱਸਿਆ। ਓਕਨਾਗਨ ਤੱਕ 1550 ਦੀ ਐਸਓਐਸ ਦੇ ਵਿੱਚ ਚੱਲਦਾ। ਕਲੋਨਾ ਕੈਮਲੂਪਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਸੋਮਵਾਰ ਨੂੰ ਜਦ ਇਸ ਨੇ ਚੱਲਣਾ। ਤੇ ਨਹੀਂ ਘਰੇ ਬੈਠੇ ਹੋ, ਫੇਸਬੁੱਕ ਤੇ ਲਾ ਲਓ ਲਾਈਵ, ਲਾ ਲਓ YouTube ਤੇ ਲਾਈਵ ਲਾ ਲਓ,
ਸਾਰੇ ਪ੍ਰੋਗਰਾਮ YouTube Facebook ਤੇ ਲਾਈਵ ਚੱਲਣਗੇ ਤੇ ਉਹ ਨਾਲ ਐਪ ਹੈ ਜਿਹੜਾ ਸ਼ੇਰੇ ਪੰਜਾਬ ਦਾ ਸ਼ੁਰੂ ਹੋ ਜਾਣਾ। ਲਿਸਨ ਲਾਈਨ ਵੀ ਸ਼ੁਰੂ ਹੋਣੀ ਹੈ, ਆ ਵੀ ਤੁਹਾਨੂੰ ਦੱਸਦਾ, ਤੇ ਤੁਸੀਂ ਫੋਨ ਕਰਕੇ ਵੀ ਸੁਣ ਸਕਦੇ ਹੋ। ਉਹ ਵੀ ਅਗਲੇ ਵੀਕ 'ਚ ਤੁਹਾਨੂੰ ਲਾਈਨ ਦੱਸ ਦੇਣੀ ਹੈ। ਦੁਨੀਆ 'ਚ ਜਿੱਥੇ ਬੈਠੇ ਹੋ 1-800 ਨੰਬਰ ਹੋਊਗਾ, ਉਹਦੇ ਤੇ ਟਿਊਨ ਇਨ ਕਰਕੇ ਉਹ ਵੀ ਕਰ ਦਿਓ। ਜਿਹੜੀਆਂ ਕਮੀਆਂ ਸੀ ਇਹਦੇ 'ਚ ਉਹ ਸਾਰੀਆਂ ਉੱਥੇ ਪੂਰੀਆਂ ਕੀਤੀਆਂ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਟੀਲ ਏਜ ਕੰਸਟਰਕਸ਼ਨ ਵਾਲੇ ਰਾਜਦੀਪ ਸਿੰਘ। 604-418-1515 6044181515 ਯੂਨਿਟ 13 124 84 82 ਐਵਨਿਊ ਆਫਿਸ ਹੈ। ਸਟੀਲ ਏਜ ਕੰਸਟਰਕਸ਼ਨ ਤੁਸੀਂ ਕੋਈ ਕਿਸੇ ਕਿਸਮ ਦਾ ਰੈਸਟੋਰੈਂਟ ਬਣਾਉਣਾ, ਮੈਡੀਕਲ ਬਿਲਡਿੰਗ, ਡਾਕਟਰ ਬਿਲਡਿੰਗ ਬਣਾਉਣੀ ਹੈ ਤਾਂ ਸਟੀਲ ਸਟੱਡ ਦੀ ਫਰੇਮ ਹੈਗਾ। ਰਾਜਦੀਪ ਸਿੰਘ ਉਹਨਾਂ ਦਾ ਬਹੁਤ ਤਜਰਬਾ। 604-418-1515। ਵੋਟਾਂ ਬਾਰੇ ਗੱਲ ਕਰਾਂ, ਵੋਟਾਂ ਆ ਗਈਆਂ। ਕੱਲ ਵਿਲਕਿੰਸਨ ਤੇ ਉਣੀ ਤੇ ਹਾਰਗਨ ਉਣੀ ਦੋਨੇ ਸਰੀ ਦੇ ਵਿੱਚ ਸੀ। ਸਰੀ ਦੀ ਪੁਲਿਸ ਬਾਰੇ ਗੱਲਾਂ ਬਾਤਾਂ ਦੋਨਾਂ ਨੇ ਕੀਤੀਆਂ। ਵਿਲਕਿੰਸਨ ਉਹਨਾਂ ਨੇ ਤਾਂ ਕਹਿ ਦਿੱਤਾ, ਕਹਿੰਦਾ ਵੀ ਮੈਂ ਦੁਬਾਰਾ ਇਸ ਦੀ ਜੇ ਮੇਰੀ ਸਰਕਾਰ ਬਣ ਗਈ ਦੁਬਾਰਾ ਇਸ ਦੀ ਮੈਂ ਜਿਹੜੀ ਇਸ ਤੇ ਦੁਬਾਰਾ ਸਰਚ ਕਰਾਵਾਂਗਾ ਜਾਂ ਮੈਂ ਦੁਬਾਰਾ ਇਹਦਾ ਵਿਸ਼ਲੇਸ਼ਣ ਕਰਾਂਗਾ ਵੀ ਇਹ ਕੀ ਹੈ, ਇਹ ਕਿਵੇਂ ਹੈ, ਕੀ ਇਹਦੇ ਵਿੱਚ ਹੋ ਸਕਦਾ ਹੈ, ਇਹ ਉਹਨਾਂ ਨੇ ਕਿਹਾ। ਤੇ ਨਾਲ ਹਾਰਗਨ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਇਹ ਮੈਂ ਇਹਦੇ ਵਿੱਚ ਕੋਈ ਮੇਰੀ ਦਖਲਅੰਦਾਜ਼ੀ ਨਹੀਂ ਹੋਣੀ, ਇਹ ਸਿਟੀ ਦਾ ਕੰਮ ਆ। ਪਰ ਸਿਟੀ ਨੇ ਇਹ ਕੰਮ ਜਿਹੜਾ ਪੁੱਠਾ ਤੋੜ ਲਿਆ। ਉਹਨਾਂ ਨੇ ਜਿਹੜਾ ਕਹਿੰਦੇ ਭੂੰਡਾਂ ਦੇ ਖੱਖਰ 'ਚ ਹੱਥ ਪਾ ਲਿਆ। ਤੇ ਇਹ ਪੁਲਿਸ ਬਦਲੀ ਦੀ ਜਿਹੜੀ ਗੱਲ ਕਰਕੇ ਉਹਨਾਂ ਨੇ ਇਹ ਹਾਰਨਟ ਜਿਹੜਾ ਕਹਿੰਦੇ ਨੇ, ਇੱਕ ਵਾਰ ਡਾਇਨ ਵਾਰਸ ਨੇ ਵੀ ਕਿਹਾ ਸੀ, ਇਹ ਇਹਨਾਂ ਦਾ ਸਲੈਂਗ ਹੈ। ਜਦ ਵੀ ਡਾਇਨ ਵਾਰਸ ਨੂੰ ਵੀ ਬੜਾ ਔਖਾ ਹੋਇਆ ਸੀ ਉਹ ਦਿਨਾਂ ਦੇ ਵਿੱਚ। ਤੇ ਹੁਣ ਉਹ ਪੁਰਾਣੇ ਚਿਹਰੇ ਲਿਆ ਕੇ ਨਾ ਹੁਣ ਸਰੀ ਦੀ ਜਿਹੜੀ ਸਿਆਸਤ ਦੀ ਕਿੱਲਾਂ ਚੱਲ ਰਹੀਆਂ ਨੇ, ਜੀ ਅਸੀਂ ਪੋਲ ਕਰਾ ਲਈ, ਸਾਡੀ ਪੋਲ ਹੈ ਡਾਇਨ ਵਾਰਸ ਤੇ 53% ਤੇ ਹੈ, ਉਹਦੇ ਬਾਅਦ 30% ਤੇ 23% ਤੇ ਇਹਦੇ 'ਚ ਮੇਅਰ ਹੈ। ਜੇ ਫਿਰ ਡਾਇਨ ਵਾਰਸ ਦਾ ਐਡਾ ਕੰਮ ਸੀ, ਡਾਇਨ ਵਾਰਸ ਗਈ ਕਿਉਂ ਫਿਰ? ਲੜਦੀ ਤਾਂ ਸੀ ਚੋਣ, ਛੱਡਿਆ ਕਿਉਂ ਫਿਰ? ਉਹ ਜੀ MP ਬਣਨਾ, ਫਿਰ MP ਤੋਂ ਬਾਅਦ ਮੈਂ ਇੱਥੇ ਸੂਬੇ ਦੇ 'ਚ ਲਿਬਰਲ ਦੀ ਲੀਡਰ ਬਣਨਾ, ਹੁਣ ਮੈਂ ਫਿਰ ਮੇਅਰ ਬਣਨਾ। ਇਹ ਜਿਹੜੀਆਂ ਪੋਲਾਂ ਸ਼ੋਲਾਂ ਹੁੰਦੀਆਂ ਨੇ ਨਾ, ਇਹ ਕਿਸੇ ਨੂੰ ਲਿਆਉਣ ਤੋਂ ਪਹਿਲਾਂ ਤਾਂ ਜਿਹੜਾ ਪੱਧਰਾ ਕਰ ਦਿੰਦੇ ਨੇ ਰਾਹ, ਇਹਨਾਂ ਪੋਲਾਂ ਨੂੰ ਕੋਈ ਨਹੀਂ ਪੁੱਛਦਾ। ਇਹ ਵੀ ਗੱਲ ਖਾਸ ਖਿਆਲ ਰੱਖਿਓ। ਦੂਸਰਾ, ਇਹਨਾਂ ਵੋਟਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਮਾਜ ਸੇਵੀ ਪੁਨਰ ਵਿਚਾਰ ਕਰਾਂਗੇ। ਐਂਡਰਿਊ ਵਿਲਕਿੰਸਨ ਨੇ ਕਿਹਾ ਵੀ ਇਹ ਜਿਹੜੀ ਪੁਲਿਸ ਦੀ, ਇਹ ਪੁਲਿਸ ਲਈ ਲੋਕਾਂ ਨੇ ਵੋਟਾਂ ਪਾਈਆਂ ਤੇ ਲੋਕ ਜਿਵੇਂ ਸਰੀ ਦੇ ਚਾਹੁੰਦੇ ਆ ਉਹ ਸਾਰਿਆਂ ਦੇ ਸਾਹਮਣੇ ਆ। ਇਹ ਲੀਡਰ ਇਸ ਚੀਜ਼ ਤੋਂ ਬਾਹਰ ਰਹਿਣ, ਇਹਨਾਂ ਦੀ ਚੰਗਾ। ਦੂਸਰਾ, ਇਹਨਾਂ ਵੋਟਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਭਾਈਚਾਰੇ ਦੇ ਨਾਂ ਤੇ ਬਣੀਆਂ ਤੇ ਸਰਕਾਰ ਤੋਂ ਫੰਡਿੰਗ ਲੈ ਕੇ ਬਣੀਆਂ ਨੇ, ਉਹਨਾਂ ਨੂੰ ਇਹਦੇ ਵਿੱਚ ਕਿਸੇ ਵੀ ਉਮੀਦਵਾਰ ਦੇ ਹੱਕ 'ਚ ਨਹੀਂ ਭੁਗਤਣਾ ਚਾਹੀਦਾ। ਇਹ ਗੱਲਾਂ ਮੀਡੀਆ 'ਚ ਬਾਹਰ ਆ ਰਹੇ ਨੇ ਵੀ ਫਲਾਣੀ ਸੰਸਥਾ ਇਹਦੀ ਮਦਦ ਕਰਦੀ ਹੈ, ਇਹਦੀ ਮਦਦ ਕਰਦੀ ਹੈ, ਫਲਾਣੇ ਦਾ ਰਿਸ਼ਤੇਦਾਰ ਉੱਥੇ ਆ, ਉਹਦਾ ਰਿਸ਼ਤੇਦਾਰ ਉੱਥੇ। ਇਹ ਨਹੀਂ ਹੋਣੀ ਚਾਹੀਦੀ ਗੱਲ। ਜੇ ਤੁਸੀਂ ਮਿਲੀਅਨਸ ਆਫ ਡਾਲਰ ਕਮਿਊਨਿਟੀ ਤੋਂ ਲੈਣੇ ਨੇ, ਤੁਸੀਂ ਨਿਊਟਰਲ ਰਹੋ। ਨਿਊਟਰਲ ਦਾ ਵੀ ਇਹ ਵੀ ਨਹੀਂ ਹੈ ਵੀ ਤੁਸੀਂ ਉੱਥੇ ਚਲੋ ਉਹ ਦਫ਼ਤਰ 'ਚ ਹੀ ਕਰਦੇ, ਰਾਤ 8 ਨੇ ਜਦ ਦਫ਼ਤਰ 'ਚ ਛੁੱਟੀ ਹੋਈ ਡਾਇਰੈਕਟਰ ਤੁਰੇ ਫਿਰਨ ਘਰੋਂ ਘਰੀ, ਇਹ ਨਾ ਕੰਮ ਕਰਿਓ। ਇਸ ਗੱਲ ਤੋਂ ਬਚਿਓ। ਪਹਿਲਾਂ ਵੀ ਹੋਇਆ ਇਹ, ਪਹਿਲਾਂ ਮੇਰੀਆਂ ਚੋਣਾਂ ਦੇ ਵਿੱਚ ਵੀ ਇਹ ਪਤਾ ਲੱਗਿਆ ਵੀ ਵੋਟਾਂ ਅੰਦਰ ਬਿਠਾ ਕੇ ਬਜ਼ੁਰਗਾਂ ਤੋਂ ਆਪ ਟਿਕ ਮਾਰਕ ਕਰਕੇ ਪਵਾ ਦਿੰਦੇ ਨੇ ਲੋਕ। ਇਹ ਨਹੀਂ ਗੱਲ ਹੋਣੀ ਚਾਹੀਦੀ। ਇਹ ਗੱਲ ਮੂਲੋਂ ਹੀ ਗਲਤ ਹੈ। ਉਹ ਇਹ ਗੱਲ ਦਾ ਖਿਆਲ ਰਹੇ, ਸਿੱਧੀ ਲੜੋ, ਆਪਣੇ ਮੁੱਦਿਆਂ ਤੇ ਲੜੋ, ਆਪਣੇ ਵਿਅਕਤੀਤਵ ਤੇ ਲੜੋ, ਆਪਣੀ ਕੈਂਡੀਡੇਸੀ ਤੇ ਲੜੋ, ਫਿਰ ਸਵਾਦ ਹੈ। ਇਹ ਨਾ ਕਰੋ ਬਈ ਅਸੀਂ ਕਿਸੇ ਸੰਸਥਾ ਦਾ ਫਾਇਦਾ ਲੈ ਲਈਏ, ਅਸੀਂ ਉਹਦਾ ਸਿਸਟਮ ਵਰਤ ਲਈਏ। ਦੇਖੋ ਰੁਕਣਾ ਤਾਂ ਹੈ ਨਹੀਂ, ਇਹ ਤਾਂ ਪਤਾ ਵੀ ਕਿਹਦੀਆਂ ਜੜ੍ਹਾਂ ਕਿੱਥੇ ਨੇ, ਕਿਹਦਾ ਬੰਦਾ ਕਿੱਥੇ ਬੈਠੇ, ਤਾਂ ਸਭ ਨੂੰ ਪਤਾ ਹੈ। ਪਰ ਫੇਰ ਵੀ ਬਚਿਓ ਇਸ ਗੱਲ ਤੋਂ। ਔਰ ਸੂਬਾ ਸਰਕਾਰ ਜਿਹੜੀ ਕਿਸੇ ਦੀ ਹੋਵੇ, ਜਦੋਂ ਫੰਡਿੰਗ ਕਰਦੀ ਹੈ, ਲਿਬਰਲ ਹੋਵੇ, NDP ਹੋਵੇ, ਫੰਡਿੰਗ ਲੋਕਾਂ ਕਰਕੇ ਹੁੰਦੀ ਹੈ, ਲੋਕਾਂ ਕਰਕੇ। ਲੋਕ ਸਰੀ ਦੇ ਜੇ ਸਾਡੇ ਨਾਂ ਤੇ ਪੰਜਾਬੀਆਂ ਦੇ ਸਿੱਖਾਂ ਦੇ ਬਣੀਆਂ, ਸਾਡੇ ਕਰਕੇ ਫੰਡਿੰਗ ਆ। ਜੇ ਉਹ ਸੰਸਥਾ ਕਿਸੇ ਉਮੀਦਵਾਰ ਦੇ ਹੱਕ 'ਚ ਖੜਦੀ ਹੈ, ਕਿਸੇ ਉਮੀਦਵਾਰ ਦੇ ਨਾਲ ਜਾਂਦੀ ਹੈ, ਉਹ ਮਾੜੀ ਗੱਲ ਹੈ। ਤੇ ਇੱਕ ਸਾਰੇ ਵੋਟਰਾਂ ਨੂੰ ਮੈਂ ਬੇਨਤੀ ਕਰਦਾ, ਅਸੀਂ ਸਵੇਰ ਤੋਂ ਲੱਗਣਾ ਹੁਣ ਸਾਰਿਆਂ ਨੇ,
ਸੁਣ ਲਓ, ਸਾਰਿਆਂ ਦੀ ਸੁਣ ਲਓ, ਪਰ ਉਹਦੇ ਵਿੱਚੋਂ ਗੱਲ ਉਹਦੇ ਤੇ ਗੌਰ ਕਰਿਓ ਜਿਹੜੀ ਗੱਲ ਸਹੀ ਹੋਵੇ। ਜੇ ਕੋਈ ਸਾਡਾ ਹੋਸਟ ਕਿਸੇ ਵੱਲ ਭੁਗਤਦਾ, ਸਿੱਧੇ ਜਾਂ ਸਿੱਧੇ, ਕਈਆਂ ਨੂੰ ਆਦਤ ਹੈ ਇੱਥੇ ਲੂੰਬੜ ਗਿਰਦੀ ਦੀ ਨਾ, ਉਹ ਗੱਲ ਘੁਮਾ ਕੇ ਸੁਣਾਉਂਦੇ ਆ, ਸੁਣਾਉਂਦੇ ਵੀ ਗੱਲ। ਇੱਕ ਜਦ ਅੰਗਰੇਜ਼ੀ ਬੋਲ ਕੇ ਕੋਈ ਵੀ ਲੀਡਰ ਗਿਆ, ਉਹਦਾ ਤਰਜਮਾ ਅਸੀਂ ਪੰਜਾਬੀ 'ਚ ਕਰਦੇ ਹਾਂ ਤੇ ਤਰਜਮਾ ਸੁਣਦੇ ਨੇ। ਜਦ ਉਹਨਾਂ ਨੂੰ ਗੱਲ 'ਚ ਪਤਾ ਲੱਗੇ ਵੀ ਇਹ ਗਲਤ ਤਰਜਮਾ ਕਰ ਗਿਆ, ਆਉਣੇ ਔਰ ਜਾ ਕੇ ਬੰਦੇ ਨੂੰ ਰੋਕੋ, ਹੋਸਟ ਨੂੰ, ਵੀ ਤੂੰ ਆਹ ਗਲਤ ਤਰਜਮਾ ਕਰਕੇ ਗਿਆ, ਆਹ ਨਹੀਂ ਕਹਿ ਕੇ ਗਿਆ ਫਲਾਣਾ ਬੰਦਾ। ਕਿਉਂਕਿ ਇਹ ਬਹੁਤ ਇਹ ਜ਼ਿਆਦਾ ਰੇਡੀਓ ਜਿਹੜਾ ਸ਼ੁਰੂ ਹੋਇਆ ਨਾ, ਜਦ ਹੀ ਇਹ ਬਦਮਾਸ਼ੀ ਹੈ ਵੀ ਮੂਹਰੇ ਵੀ ਨਹੀਂ ਆਉਣਾ, ਮਨੂਆ ਬਣ ਕੇ ਹੱਥ ਜੇ ਜੋੜੀ ਜਾਣੇ, ਨਾਲੇ ਕੰਮ ਕਰੀ ਜਾਣਾ ਸਾਰਾ। ਅੰਦਰ ਬਹਿ ਕੇ ਗੱਲਾਂ ਕਰ ਲੈਣੀਆਂ, ਅੰਦਰ ਬਹਿ ਕੇ ਡੀਲ ਕਰ ਲੈਣੀ, ਬਾਹਰ ਕੁਛ ਕਹੀ ਜਾਣਾ, ਤੇਰੇ ਨਾਲ ਵੀ ਆ, ਮੈਂ ਤੇਰੇ ਨਾਲ ਵੀ ਆ, ਖੜਨਾ ਕਿਸੇ ਨਾਲ, ਨਾਲੇ ਉਹ ਗੱਲ ਨਿਕਲ ਗਈ। ਹੁਣ ਇਹ ਇੱਟਾਂ ਉੱਟਾਂ ਅਗਲੇ ਖੂਹ 'ਚ ਸਿੱਟਣ ਲੱਗ ਗਏ। ਮੈਂ ਕੱਲ ਵੀ ਕਿਹਾ ਸੀ, ਸਾਡਾ ਕਿਹਾ ਹੁੰਦਾ ਫਾਈਨਲ, ਇਹ ਮਨ 'ਚ ਵਹਿਮ ਹੁੰਦਾ। ਜੇ ਮੈਂ ਕਹਾ ਵੀ ਮੇਰੇ ਕਹੇ ਹੀ ਫਾਈਨਲ ਹੁੰਦਾ, ਇਹ ਨਹੀਂ ਹੁੰਦੀ ਗੱਲ। ਹਾਂ, ਕਈ ਵਾਰ ਕੁਛ ਕਰਕੇ ਜਦ ਦਿਖਾਇਆ ਹੁੰਦਾ, ਫਿਰ ਕਮਿਊਨਿਟੀ ਕਹਿੰਦੀ ਆ ਵੀ ਹਾਂ ਇਹ ਗੱਲਾਂ ਹੁੰਦੀਆਂ। ਜਦ ਲਿਬਰਲਸ ਦੀਆਂ ਪਿਛਲੀਆਂ ਸਰਕਾਰਾਂ ਲਗਾਤਾਰ ਗੋਰਡਨ ਕੈਂਬਲ ਤੇ ਕ੍ਰਿਸਟੀ ਕਲਾਸ ਨੇ ਮਰਜ਼ੀਆਂ ਕਰ ਕਰਕੇ ਸਾਰੇ ਦੇਸ਼ ਸੂਬੇ ਦੀ ਜ਼ਮੀਨ ਵੇਚਤੀ, ਸ਼ਹਿਰ ਦੇ ਹਸਪਤਾਲ ਦੀ ਜ਼ਮੀਨ ਵੇਚਤੀ। 2017 ਦੇ ਵਿੱਚ ਆਪਾਂ ਫਿਰ ਲੋਕਾਂ ਨੂੰ ਦੱਸਿਆ ਸੀ ਵੀ ਆਹ ਇਸ਼ੂ ਨੇ, ਇਹਨਾਂ ਦੇ ਵੋਟਾਂ ਪੈਣੀਆਂ ਚਾਹੀਦੀਆਂ ਨੇ, ਤੇ ਵੋਟਾਂ ਪਾ ਕੇ ਜਿੱਤੇ ਸੀ NDP ਦੇ ML। ਹੁਣ ਵੀ ਜਿਹੜੇ ਇਸ਼ੂ ਨੇ, ਜੇ NDP ਨੇ ਗਲਤ ਕੀਤਾ ਉਹ ਵੀ ਦੱਸਣਾ, ਜੇ ਲਿਬਰਲ ਨੇ ਗਲਤ ਕੀਤਾ ਉਹ ਵੀ ਦੱਸਣਾ। ਫਿਰ ਤੁਸੀਂ ਕੈਂਡੀਡੇਟ ਸਾਹਮਣੇ ਖੜਾ ਕਰਨਾ, ਕੀ ਰੈਕਡ ਹੈ ਕੈਂਡੀਡੇਟ ਦਾ, ਇਹ ਕੈਂਡੀਡੇਟ ਨੇ ਕਮਿਊਨਿਟੀ 'ਚ ਕੀ ਕੀਤਾ, ਇਹਨੇ ਗ੍ਰਾਸ ਰੂਟ ਤੇ ਕੀ ਕੰਮ ਕੀਤਾ, ਇਹਨੇ ਗਲਤ ਕੀ ਕੀਤਾ, ਇਹਨੇ ਮਾੜਾ ਕੀ ਕੀਤਾ, ਇਹਦੇ ਨਾਲ ਇਹਦਾ ਟੋਲਾ ਕੌਣ ਹੈ, ਕੌਣ ਨੇ ਇਹਦੇ ਪਿੱਛੇ ਬੰਦੇ, ਕੀ ਇਹ ਆਪਣੀ ਕੰਸਟੀਚੁਐਂਸੀ ਦੇ ਵਿੱਚ ਹੀ ਕੰਮ ਕਰਦਾ ਹੈ ਜਾਂ ਇਹ ਸਾਰੇ ਸਰੀ ਦਾ ਠੇਕਾ ਲਈ ਬੈਠਾ। ਦੂਜੀ ਅਧਿਕਾਰ ਖੇਤਰ ਤੋਂ ਬਾਹਰ ਲਏ ਕੌਂਸਲਰ ਨੇ, MP ਨੇ, ਉਹ ਜਿਹੜੇ ਕਿੰਗ ਮੇਕਰ ਨੇ ਵੀ ਸਾਡੀ ਕਹੀ ਹੋਣੀ ਹੈ, ਉਹਨਾਂ ਨੂੰ ਵੀ ਤੁਸੀਂ ਕਾਇਮ ਕਰਕੇ ਰਹੋ। ਹਾਂ, ਕੁਝ ਕੁ ਸਰੀ ਦੀਆਂ ਸੀਟਾਂ ਨੇ ਜਿੱਥੇ ਲਿਬਰਲ ਨੇ ਬੰਦੇ ਖੜਾਏ ਨੇ, ਜਿੱਥੇ ਸ਼ਾਰਟ ਜਿਹੜੀਆਂ ਸੀਟਾਂ ਨੇ NDP ਦੀਆਂ, ਉੱਥੇ ਤਾਂ ਉਹ ਇੱਕ ਕਿਸਮ ਦੀ ਇਹੀ ਹੁੰਦੀ ਹੈ ਵੀ ਚੱਲ ਕੋਈ ਨਹੀਂ ਖੜਦਾ, ਇਹਨੂੰ ਖੜਾ। ਉੱਥੇ ਕੈਂਡੀਡੇਟਾਂ ਨੂੰ ਚਾਹੀਦਾ ਵੀ ਯਾਰ ਮੈਂ ਕਿਉਂ ਬੱਲੀ ਦਾ ਬੱਕਰਾ ਮੈਨੂੰ ਬਣਾਉਂਦੇ, ਤੁਸੀਂ ਕਿਉਂ ਖੜੇ ਬੰਦਾ। ਪਤਾ ਉਸ ਸਮੇਂ ਮਨ ਕੀ ਬਣਾਉਂਦੇ ਹੁੰਦੇ ਨੇ, ਚੱਲ ਨੌ ਹੀ ਆਜੂ ਬਾਹਰ, ਨੌ ਇਸ ਤਰ੍ਹਾਂ ਨਹੀਂ ਆਉਂਦੇ, ਚੈਲੰਜਸ ਲੈਣੇ ਪੈਂਦੇ ਨੇ। ਇਸ ਤੇ ਕਈ ਵਾਰ ਕੋਈ ਖੜਦਾ ਨਹੀਂ ਹੁੰਦਾ। ਹਾਂ, ਉੱਥੇ ਖੜੋ, ਪਰ ਉਦੋਂ ਪਹਿਲਾਂ ਕਮਿਊਨਿਟੀ 'ਚ ਤੁਹਾਨੂੰ ਲੋਕ ਜਾਣਨ ਤਾਂ ਸਹੀ। ਜੇ ਹੁਣ ਅੱਜ 9 ਦਾ ਸਾਨੂੰ ਪਤਾ ਲੱਗੂਗਾ ਵੀ ਆ ਫਲਾਣਾ ਬੰਦਾ, ਪਹਿਲਾਂ 9 ਨਹੀਂ ਸੁਣਿਆ ਕਦੇ, ਉਹਦੀ ਵਿਨਿੰਗ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ। ਇਹ ਕਈ ਵਾਰ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਨੇ, ਬੰਦੇ ਦੀ ਰਾਜਸੀ ਉਹਨੂੰ ਖੁਦਕੁਸ਼ੀ ਕਹਿੰਦੇ ਨੇ ਵੀ ਐਡੀ ਸੋਲਿਡ ਸੀਟ ਤੇ ਮੂਹਰੇ ਕੋਈ ਹੋਰ ਖੜਾ ਦੇਣਾ, ਕਿਉਂਕਿ ਉਸ ਕੰਸਟੀਚੁਐਂਸੀ ਦੇ ਵਿੱਚ ਇੱਕ ਕਿਸਮ ਦੇ ਲੋਕ ਰਹਿੰਦੇ ਨੇ ਜਿਹੜੇ ਇੱਕ ਪਾਰਟੀ ਨੂੰ ਜਿਤਾਉਂਦੇ ਨੇ। ਕੋਈ ਖੜਾ ਦੋ ਉੱਥੇ ਬੰਦੇ ਦਾ ਵਿਅਕਤੀਤਵ ਨਹੀਂ ਹੈ, ਉੱਥੇ ਲੋਕਾਂ ਦਾ ਡੈਮੋਗ੍ਰਾਫਿਕ ਕਿਹੜੇ ਬੰਦੇ ਰਹਿੰਦੇ ਨੇ ਵੋਟਾਂ ਪਾ ਜਾਣ। ਪਰ ਉੱਥੇ ਜਿੱਥੇ ਪਤਾ ਹੋਵੇ ਬਈ ਬਿਲਕੁਲ ਹੀ ਸਾਡੇ ਕੋਲ ਚਾਂਸ ਨਹੀਂ ਹੈ, ਉੱਥੇ ਤਾਂ ਫਿਰ ਮਾੜੀ ਹੈ, ਉਹਦੇ ਵਿੱਚ ਕੀ ਖੱਟਣਾ ਉਹਦੇ ਵਿੱਚ। ਉਹ ਇਹ ਰਾਜਨੀਤੀ ਦੀਆਂ ਗੱਲਾਂ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ, ਜਿਹੜੀਆਂ NGO ਨੇ, ਜਿਹੜੀਆਂ ਸਰਕਾਰ ਤੋਂ ਕਿਸੇ ਨਾ ਕਿਸੇ ਤਰੀਕੇ ਤੋਂ ਫੈਡਰਲ ਜਾਂ ਪ੍ਰੋਵਿੰਸ਼ੀਅਲ ਫੰਡਿੰਗ ਲੈਂਦੀਆਂ ਨੇ, ਜੇ ਤੁਸੀਂ ਕਿਸੇ ਵੀ ਉਮੀਦਵਾਰ ਨਾਲ ਭੁਗਤੇ ਤੇ ਤੁਹਾਡਾ ਬਾਹਰ ਪਤਾ ਲੱਗਿਆ, ਤੁਹਾਡੀ ਗੱਲ ਇਸ ਲੋਕ ਸੱਤ ਦੇ ਵਿੱਚ ਠੋਕ ਕੇ ਹੋਣੀ ਹੈ, 9 ਦੇ ਨਾਲ। ਫਿਰ ਕੱਲ ਨੂੰ ਨਾ ਕਿਹੋ, ਆਪਣਾ ਪੜ੍ਹਿਆ ਵਿਚਾਰ ਲਿਓ, ਆਪਣਾ ਕੰਮ ਆਪਣੇ ਤੱਕ ਰੱਖੋ। ਮੈਂ ਆਪਣੀ ਇਲੈਕਸ਼ਨ 'ਚ ਵੇਖਿਆ ਵੀ ਕੀ ਕਰਦੇ ਨੇ ਲੋਕ, ਇਸ ਤਰ੍ਹਾਂ ਕਿਸੇ ਨਾਲ ਜਾ ਕੇ ਭੁਗਤਦੇ ਨੇ ਸਿਰਫ ਫੰਡਿੰਗ ਲਈ, 4 ਪੈਸਿਆਂ ਲਈ। ਸੋ ਇਹ ਨਹੀਂ ਕਰਨੀ। ਜੇ ਸਾਡੇ ਭਾਈਚਾਰੇ ਦੇ ਸਿਰਾਂ ਤੋਂ NGO ਬਣਾਈ ਆ, NGO ਵਾਲੇ ਕੰਮ ਕਰੋ, ਪੋਸਟਾਂ ਪਾ ਕੇ ਤੇ ਦਿਖਾ ਕੇ ਅਸੀਂ ਆਹ ਕਰਦੇ ਹਾਂ, ਕੱਦੂ 'ਚ ਤੀਰ, ਆਹ ਕੱਦੂ ਬਿੰਨਤਾ, ਮੈਂ ਆਹ ਕੱਦੂ ਬੰਨਤਾ, ਇਹ ਨਹੀਂ ਬਿੰਨੇ ਜਾਂਦੇ। ਕੰਮ ਕਰੋ ਤੇ ਕੰਮ ਦਾ ਭਾਈਚਾਰਾ ਮਾਣ ਕਰੇ। ਭਾਈਚਾਰੇ ਨੇ ਸੰਸਥਾਵਾਂ ਬਣਾ ਕੇ ਦਿੱਤੀਆਂ। ਇਹ ਕੋਈ ਉਮੀਦਵਾਰ ਵੀ ਕਦੇ ਵੀ ਸੰਸਥਾ ਨੂੰ ਕਿਸੇ ਨੂੰ ਉਹ ਜਿਹੀ ਜਗ੍ਹਾ ਤੇ ਨਾ ਖੜਾਵੇ ਵੀ ਮੇਰੀ ਮਦਦ ਕਰੋ, ਕਿਉਂਕਿ ਉਹ ਮਦਦ ਕਰਨ ਦੇ ਕਾਬਿਲ ਨਹੀਂ ਤੇ ਨਾ ਹੀ ਉਹ ਕਰ ਸਕਦੇ ਨੇ ਬਾਈ ਲਾਅ। ਘਰ ਤੇ ਮਕਾਨ ਤੇ ਘਰ ਦਾ ਕੀ ਫਰਕ ਹੈ? ਹਾਊਸ ਤੇ ਹੋਮ ਕੀ ਨੇ? ਮਕਾਨ ਇਹ ਹੈ ਜਿਹਦੇ 4 ਕੰਧਾਂ ਹੈ, ਦਰਵਾਜ਼ੇ, ਬਾਰੀਆਂ ਤੇ ਉੱਪਰ ਛੱਤ ਹੈ। ਘਰ ਉਹ ਆ ਜਿਹਦੇ ਤੇ ਬੰਦੇ ਵਸਦੇ ਆ। ਫਰਕ ਇੰਨਾ ਹੀ ਹੈ। ਘਰ 'ਚ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਇੱਕ
ਸ਼ਬਦ ਕਿ ਤੁਹਾਡੇ ਮਕਾਨ ਨੂੰ ਕਿਹੜੀ ਚੀਜ਼ ਘਰ ਬਣਾਉਂਦੀ ਹੈ। ਬੜੀਆਂ ਗੱਲਾਂ ਬਹੁਤ ਨੇ, ਕਈਆਂ ਨੂੰ ਤਾਂ ਇਹ ਹੈ ਵੀ ਘਰ ਸਾਫ਼, ਵੈਕਿਊਮ, ਮਿਸਟ, ਡਿਫਿਊਜ਼ਰ ਚੱਲਦੇ ਹੋਣ, ਐਸੈਂਸ਼ੀਅਲ ਆਇਲ ਲਵੈਂਡਰ ਦਾ ਪਾ ਕੇ ਭਾਫਾਂ ਨਿਕਲਦੀਆਂ ਹੋਣ, ਹਰ ਚੀਜ਼ ਸੈੱਟ ਖੂੰਜੇ 'ਚ, ਇੱਥੇ ਬੁੱਕੇ ਪਿਆ, ਇੱਥੇ ਰਾਤ ਦੀ ਰਾਣੀ ਮਹਿਕਦੀ ਹੈ, ਇੱਥੇ ਡਾਈਨਿੰਗ ਟੇਬਲ ਤੇ ਸਮਾਨ ਪਿਆ, ਬਜ਼ੁਰਗਾਂ ਦੇ ਰੂਮ ਇੱਥੇ ਨੇ, ਸਿਟਿੰਗ ਉਹਨਾਂ ਦੀ ਹੈ, ਬੈਡਰੂਮ ਦੇ ਵਿੱਚ ਇੱਥੇ ਸਿਟਿੰਗ ਰੂਮ ਹੈ। ਕੋਈ ਪੱਤੇ ਤੋਂ ਇੱਧਰ ਵੀ ਪੱਤਾ ਹਿੱਲ ਗਿਆ, ਘਰ ਦੇ ਵਿੱਚ ਭੁਚਾਲ ਆਊ। ਸਫੇਰੇ ਸਾਫ਼, ਮੋਪ ਫਿਰੇ, ਜੁੱਤੀ ਲਾ ਕੇ। ਪਿੰਡਾਂ 'ਚ ਨਾ ਸਾਡੇ ਇੱਕ ਘਰ ਸੀ, ਸਾਡੀ ਭੂਆ ਦਾ ਪਿੰਡ ਰਹਿੰਦੀ ਸੀ ਉਹ, ਹੁਣ ਟੋਰਾਂਟੋ ਨੇ। ਜੇ ਉਹਦੇ ਘਰੇ ਜਾਣਾ ਨਾ ਅਸੀਂ, ਭੂਆ ਸਾਡੇ ਪੈਰ ਲਾ, ਆ ਜੁੱਤੀ ਲਾ ਕੇ ਆ, ਚੱਲ ਉਧਰ ਨਲਕੇ ਤੇ ਪਹਿਲਾਂ ਪੈਰ ਧੋ। ਮੈਂ ਕਿਹਾ ਅੰਦਰ ਖੰਡ ਪਾਠ ਖੁੱਲਿਆ, ਤੂੰ ਸਾਡੇ ਪੈਰ ਹੀ ਦੇਖੀ ਜਾਂਦੀ ਆ। ਭੂਆ ਜੇ ਭੂਆ ਨੇ ਹੋਣਾ ਤਾਂ ਗਾਹਾਂ ਬੋਬੋ ਬੈਠੀ ਹੋਣੀ। ਉਹਨੇ ਵਰਦੀ ਸਾਰ ਮੈਂ ਮੱਥਾ ਟੇਕਣਾ, ਉਹਨੇ ਮੇਰੇ ਪਹਿਲਾਂ ਪੈਰਾਂ ਵੱਲ ਦੇਖਣਾ, ਧੁੱਦੜ ਚੋਂ ਆਇਆ ਜਾਂ ਧੋ ਕੇ ਆ ਪੈਰ। ਉਹ ਮੈਂ ਕਿਹਾ ਅੰਦਰ ਕੀ ਹੈ? ਅੰਦਰ ਬਾਬਾ ਜੀ ਦਾ ਰੂਮ ਹੈ ਸਾਡੇ ਇੱਕ, ਸੰਤ ਰਾੜੇ ਵਾਲਿਆਂ ਦੀ ਫੋਟੋ ਲਾਈ ਹੁੰਦੀ ਉਹਨਾਂ ਦੇ ਚਿੱਟੇ ਮੇਜ਼ ਪੋਸਟ ਤੇ ਰੱਖ ਕੇ, ਤੇ ਅੰਦਰ ਸਾਫ਼ ਐਨ ਫਰਸ਼। ਜਦ ਕਿੱਥੇ ਮਾਰਬਲ ਕਲੇਜੀ ਲਾਉਂਦੇ ਸੀ ਪਿੰਡਾਂ ਦੇ ਵਿੱਚ, ਕਲੇਜੀ ਉਹ ਬਹੁਤ ਚਿਰ ਹਾਲੇ ਵੀ ਉਹਦੇ ਮੋਢਾ ਤੇ ਉਹ ਕਾਲਾ ਪੱਥਰ ਕਿਤੇ ਕਾਲਾ ਚਿੱਟਾ, ਉਹਨੂੰ ਕਲੇਜੀ ਲਿਖਦੇ ਨੇ, ਬੱਕਰੇ ਦੀ ਕਲੇਜੀ ਦੇ ਨਾਲ ਮਾਰਬਲ ਕਲੇਜੀ। ਕਹਿੰਦੇ ਹੁੰਦੀ ਕਰੇਜੀ ਹੁੰਦੀ, ਉਹ ਕਰੇਜੀ ਨੂੰ ਕਲੇਜੀ, ਕਰੇਜੀ ਸ਼ਬਦ ਇੱਥੋਂ ਲੈ ਲਿਆ ਵੀ ਕਰੇਜ਼ੀਨੈਸ ਆ, ਵੀ ਬਹੁਤ ਅਲੱਗ-ਅਲੱਗ ਕਿਸਮ ਦੇ ਪੱਥਰ ਨੇ। ਕਲੇਜੀ ਸਾਡੇ ਮਾਰਬਲ ਕਲੇਜੀ ਲਾਈ ਹੋਈ ਅੰਦਰ, ਧੂਫ ਹੋਣੀ, ਦੇਵ ਦਰਸ਼ਨ ਧੂਫ ਧੁੱਖ ਰਹੀ ਹੈ, ਅੰਦਰ ਮੱਛਰ ਨਹੀਂ, ਮੱਖੀ ਨਹੀਂ, ਪਰਦੇ ਬੰਦ ਨੇ, ਠੰਡਾ ਯੱਖ ਕਮਰਾ, ਅੰਦਰ ਬਹਿਣਾ ਬਹਿ ਰਹਿਣ ਦੇ ਯਾਰ, ਇਹਦੇ ਨਾਲ ਤਾਂ ਬਾਹਰ ਹੀ ਚੰਗਾ, ਪਿੱਪਲ ਥੱਲੇ ਮੰਜਾ ਡਾਹਣਾ। ਘਰਾਂ ਦੇ ਵਿੱਚ ਵੀ ਜਿਹੜੇ ਘਰ ਨੇ, ਘਰ ਦੇ ਵਿੱਚ ਕਈ ਹੁਣ ਆਪਾਂ ਆਹ ਬਣਾਉਂਦੇ ਆ ਜਿਹੜੀ ਸਪਾਈਸ ਕਿਚਨ, ਸਮੈਲ ਤੋਂ ਯਾਰ ਘਰ 'ਚ ਖਾਣੇ ਦੀ ਸਮੈਲ ਆਉਂਦੀ ਹੈ। ਘਰ ਦੇ ਕਿਸੇ ਖੂੰਜੇ ਦੇ ਵਿੱਚ ਜਿਹੜਾ ਜਰਾਬਾਂ ਦਾ ਜੋੜਾ ਪਿਆ ਹੋਵੇ, ਸੋਫਾ ਦੇ ਉੱਪਰ ਕੰਬਲ ਪਿਆ ਹੋਵੇ, ਕਿਤਾਬਾਂ ਮੈਗਜ਼ੀਨ ਥੋੜੇ ਬਹੁਤੇ, ਇੱਧਰ ਜੈਕਟ ਕੋਈ ਤੁਰਿਆ ਜਾਂਦਾ ਖੂੰਜੇ ਸਿੜ ਜਵੇ, ਕੌਫੀ ਦਾ ਕੱਪ ਇੱਧਰ ਉੱਧਰ ਪਿਆ ਹੋਵੇ ਬੈੱਡ ਦੇ ਪਰਲੇ ਬੰਨੇ, ਤੇ ਇਹ ਤਾਂ ਹੈ ਬਹੁਤ ਕੋਜੀਐਸਟ ਜਿਹੀਆਂ ਚੀਜ਼ਾਂ। ਤੇ ਜਿੱਥੇ ਹੁਣ ਜਵਾਕਾਂ ਦੇ ਹੱਥ ਹੋਣ, ਪੈਰਾਂ ਦੇ ਨਿਸ਼ਾਨ ਹੋਣ ਤਾਜ਼ੇ ਮੁੱਪ ਫੇਰੇ ਤੇ ਡੌਗ ਦਾ ਹੰਚੋ ਦਾ ਐਨ ਚੰਡਿਆ ਹੋਇਆ ਜਿਹੜਾ ਕਢਾਉਣੇ ਦਾ ਪੀਸ ਆ ਉਹ ਕਿਤੇ ਸੋਫੇ ਥੱਲੇ ਹੋਵੇ, ਤੇ ਸੋਫੇ ਦੇ ਥੱਲੇ ਨਾਲ ਹੀ ਬੈਠਾ ਹੋਵੇ, ਝਾਕਦਾ ਹੋਵੇ ਬਿੰਗਾ ਹੋ ਕੇ, ਓਏ ਆ ਜਾ ਬਾਹਰ, ਕਹਿਣਾ ਮੈਂ ਤਾਂ ਇੱਥੇ ਪੈ। ਤੇ ਜੰਕ ਡਰਾਇਰ ਫੁੱਲ ਹੋਵੇ, ਲਾਉਂਡਰੀ ਦੇ ਵਿੱਚ ਕੱਪੜੇ ਕੁਰਸੀ ਆਪਣੇ ਬਾਹਰ ਨਿਕਲਦੇ ਰਹੇ ਹੋਣ, ਤੇ ਉਹਦੇ ਬਾਅਦ ਮੈਸੀ ਜਿਹਾ ਵੀ ਹੋਵੇ, ਤੇ ਨਾਲ ਘਰ ਦੇ ਵਿੱਚ ਫੇਵਰਟ ਸਮੈਲ ਆਵੇ, ਕਿਤੋਂ ਸੋਪ ਦੀ ਆਵੇ, ਕਿਤੋਂ ਮੋਮਬੱਤੀ ਦੀ ਸੈਂਟਡ ਦੀ ਆਵੇ, ਤੇ ਕਿਤੇ ਡਿਫਿਊਜ਼ਰ ਚੱਲਦਾ ਹੋਵੇ ਲਵੈਂਡਰ ਪਾ ਕੇ, ਹਸਬੈਂਡ ਜਾਂ ਘਰ ਵਾਲੀ ਨੇ ਮਾੜਾ ਜਿਹਾ ਹਸਬੈਂਡ ਨੇ ਕਲੋਨ ਛਿੜਕਿਆ ਹੋਵੇ ਤੇ ਲਪਟ ਆਵੇ, ਘਰ ਵਾਲੀ ਨੇ ਪਰਫਿਊਮ ਛਿੜਕਿਆ ਹੋਵੇ ਤਾਂ ਲਪਟ ਆਵੇ, ਤੇ ਤਾਜ਼ੀ ਜਿਹੜੀਆਂ ਕੁੱਕੀਆਂ ਬੇਕ ਹੋਈਆਂ ਹੋਣ ਉਹਦਾ, ਤੇ ਮੰਮਾ ਦੀ ਬਣਾਈ ਹੋਈ ਮਾਂ ਦੀ ਜਿਹੜੀ ਆ ਸਰੋਂ ਦੇ ਤੇਲ ਦੇ ਵਿੱਚ ਤੜਕ ਕੇ ਬੇਬੇ ਦੇ ਕਰੇਲੇ ਮਹਿਕਣ, ਸਰਦਾਰਨੀ ਦੇ ਬਿਸਕੁਟ ਰਾੜੇ ਹੋਣ, ਤੇ ਆਲੂਆਂ ਦੇ ਪਰੌਂਠੇ ਨੂੰ ਘਿਓ ਲੱਗਿਆ ਹੋਵੇ, ਹਰੀਆਂ ਮਿਰਚਾਂ ਜਾਂ ਜੀਭ ਚਾਉਣ ਦਹੀਂ ਦੇ ਨਾਲ, ਆ ਗੁੜ ਦਿਓ ਐ ਹੋਵੇ ਘਰ 'ਚ। ਇਹਨੂੰ ਘਰ ਕਹਿੰਦੇ ਨੇ। ਬਾਰਬੀਕਿਊ ਦੇ ਬਾਹਰਲੇ ਬੰਨੇ ਬਾਰਬੀਕਿਊ ਚੱਲੇ, ਥੱਲੇ ਯਾਰ ਦੋਸਤ ਬੈਠ ਕੇ ਐਨ ਜਾਂ ਟਿੱਕੀ ਰਾਤ 11 ਵਜੇ ਟੱਬਰ ਸੌਂ ਜਵੇ, ਲਲਕਰਾ ਮਾਰੇ, ਉਹ ਰੋਟੀ ਨਹੀਂ ਆਈ ਮੇਰੀ, ਇਹਨੂੰ ਘਰ ਕਹਿੰਦੇ। ਐਤਵਾਰ ਨੂੰ ਬਾਹਰ ਬੰਦਾ ਬੈਠੇ ਟਮਾਟਰਾਂ ਤੇ ਦੇਖੇ ਤੇ ਬਾਹਰ ਵੈਕਿਊਮ ਕਰੇ ਤੇ ਜੇ ਵੋ, ਇਹ ਜਿਹੇ ਘਰ ਦਾ ਇਹਨੂੰ ਘਰ ਕਹਿੰਦੇ। ਜਵਾਕ ਬੈਠੇ, ਜਵਾਕ ਭੱਜ ਕੇ ਆ ਕੇ ਛਾਲ ਮਾਰੇ, ਤੇ ਤੁਹਾਡੇ ਡੌਗ ਦੇ ਵਾਲ ਹੋਣ ਉਹ ਇਕੱਠੇ ਹੋਣ, ਇਹਨੂੰ ਘਰ ਕਹਿੰਦੇ ਨੇ। ਜਿਹੜਾ ਘਰ ਸਦਾ ਹੀ ਸਾਫ਼ ਹੈ, ਆਹ ਹੋ ਗਿਆ ਇੱਥੇ ਨਹੀਂ ਰੱਖੋ, ਉੱਥੇ ਨਹੀਂ ਰੱਖੋ, ਇੱਥੇ ਨਹੀਂ ਰੱਖੋ, ਆਹ ਨਹੀਂ ਕਰੋ, ਆਹ ਨਹੀਂ, ਉਹਨੂੰ ਘਰ ਨਹੀਂ ਕਹਿੰਦੇ। ਸਭ ਤੋਂ ਵੱਡੀ ਗੱਲ, ਘਰ ਦੇ ਵਿੱਚ ਘਰ ਦਾ ਜੀ ਕੋਈ ਅੰਦਰ ਵੜੇ, ਜਿਹੜੇ ਘਰ 'ਚ ਪਹਿਲਾਂ ਬੈਠੇ ਨੇ ਉਹ ਗ੍ਰੀਟ ਕਰਨ ਲਈ ਉਹਨੂੰ ਬੈਠੇ, ਆ ਜਾ ਪੁੱਤ, ਬੈਠ ਪੁੱਤ, ਦੱਸ ਪੁੱਤ ਕੀ ਪੀਣਾ, ਦੱਸ ਤੈਨੂੰ ਮੈਂ ਕੀ ਬਣਾ ਕੇ ਦੇਵਾਂ, ਲਾ ਦੇ ਜਾਕਟ, ਬੈਠ ਮੇਰਾ ਪੁੱਤ। ਬੰਦਾ ਆਉਂਦਾ, ਘਰ ਵਾਲੀ ਕੰਮ ਤੋਂ ਪਹਿਲਾਂ ਆ ਗਈ, ਦੱਸੋ ਸਰਦਾਰ ਜੀ, ਬੈਠੋ ਕੀ ਪੀਣਾ, ਕਿਵੇਂ ਰਿਹਾ ਤੁਹਾਡਾ ਦਿਨ। ਬੰਦਾ ਘਰੇ ਆ, ਵਾਈਫ ਕੰਮ ਤੋਂ ਆਈ ਆ, ਉਹਦਾ ਫੜ ਕੇ ਕੋਟ ਲਾ ਦੇਵੇ ਮੋਰਾਂ ਤੋਂ, ਟੰਗ ਦੇਵੇ, ਬੈਠ ਸਰਦਾਰ ਜੀ, ਦੱਸ ਕਿਵੇਂ ਰਿਹਾ ਦਿਨ, ਟ੍ਰੈਫਿਕ ਤਾਂ ਨਹੀਂ ਕੋਈ ਤੰਗੀ ਹੋਈ, ਕੋਈ ਮੁਸ਼ਕਿਲ ਤਾਂ ਨਹੀਂ ਹੋਈ, ਜਵਾਕ ਆ ਕੇ ਛਾਲ ਮਾਰਨ ਉੱਪਰ,
ਜਿਹੜੇ ਘਰ ਦੇ ਵਿੱਚ ਕਿਸੇ ਘਰ ਦੇ ਜੀ ਆਏ ਦਾ ਪਤਾ ਨਹੀਂ, ਜਾਂ ਜਿਹੜੇ ਘਰ ਚੋਂ ਘਰ ਦੇ ਜੀ ਗਏ ਦਾ ਪਤਾ ਨਹੀਂ, ਉਹ ਘਰ ਨਹੀਂ, ਉਹ ਘਰ ਦੇ ਵਿੱਚ ਜਿੰਨ ਭੂਤ ਰਹਿੰਦੇ ਆ, ਉਹ ਮਕਾਨ ਹੈ। ਘਰ ਸਕੁਅਰ ਫੁਟੇਜ, ਮਹਿੰਗਾ ਫਰਨੀਚਰ, ਮਹਿੰਗੀ ਗਰੋਸਰੀ, ਮਹਿੰਗੇ ਟੀਵੀ, ਮਹਿੰਗੇ ਸੋਫੇ, ਉਹਨਾਂ ਦਾ ਘਰ ਨਹੀਂ ਹੈ। ਘਰ ਜਿੱਥੇ ਪਰਿਵਾਰ ਵਸਦਾ, ਜਿੱਥੇ ਪਿਆਰ ਦੀਆਂ ਤਰੰਗਾਂ ਜਾਂਦੀਆਂ ਨੇ। ਜਿਹੜੇ ਘਰ ਦੇ ਵਿੱਚ ਕਲੇਸ਼ ਹੈ, ਜਿਹਦੇ ਘਰ ਦੇ ਵਿੱਚ ਮਰਦ ਤੇ ਇਸਤਰੀ ਦਾ ਮੂੰਹ ਵੱਟਿਆ ਰਹਿੰਦਾ ਹੈ, ਜਿਹੜੇ ਘਰ 'ਚ ਜਵਾਕਾਂ ਦੀ ਪਰਵਰਿਸ਼ ਉਸ ਸਮੇਂ ਹੋਈ ਹੈ ਵੀ ਜਵਾਕਾਂ ਦੇ ਸਾਹਮਣੇ ਮਾਪੇ ਲੜਦੇ ਆ, ਉਹ ਜਵਾਕ ਉਹ ਘਰ ਨਹੀਂ ਹੈ, ਉਹ ਮਕਾਨ ਹੈ, ਉਹ ਘਰ ਨਹੀਂ ਹੈ, ਉਹ ਹਾਊਸ ਹੈ, ਉਹ ਹੋਮ ਨਹੀਂ ਹੈ। ਸੋ ਉਸ ਨੂੰ ਵਧੀਆ ਬਣਾਉਣ ਦੇ ਲਈ ਇਨਪੁੱਟ ਹੈ, ਔਰ ਉਹ ਸਾਰੇ ਟੱਬਰ ਨਾਲ ਰਲ ਕੇ ਬਣਾਉਣਾ। ਕਿਸੇ 'ਚ ਕੋਈ ਗੁਣ ਨੇ, ਕਿਸੇ 'ਚ ਕੋਈ ਗੁਣ ਨੇ, ਉਹ ਸੰਪੂਰਨ ਹੈ। ਉਹਦੇ 'ਚ ਐਂ ਹੋਵੇ ਵੀ ਟੁੱਟਿਆ ਹਾਰਿਆ 100 ਸਿਆਪਿਆਂ ਦੇ ਸਿਆਪੇ 'ਚੋਂ ਨਿਕਲ ਕੇ ਜਦ ਘਰ ਦਾ ਦਰਵਾਜ਼ਾ ਬੜੇ ਬੰਦਾ, ਉਹ ਕਹੇ ਸ਼ੁਕਰ ਆ ਯਾਰ ਮਸਾਂ ਘਰੇ ਬੜੇ ਆ। ਇਹ ਕਹਿੰਦੇ ਹੁੰਦੇ ਸੀ ਆਪਾਂ ਪਿੰਡਾਂ 'ਚ, ਆਪਣੇ ਮਾਪੇ। ਸਾਡੇ ਕੱਚਿਆਂ ਘਰਾਂ 'ਚ, ਕੱਚਿਆਂ ਸਾਡੇ ਚੁਬਾਰਿਆਂ ਦੇ ਵਿੱਚ, 4-4 ਖਣਾਂ ਦੇ ਚੁਬਾਰਿਆਂ ਦੇ ਵਿੱਚ ਜਦ ਸਾਈਕਲ ਪਿਓ ਦਾ ਦੇਖਦੇ, ਅਸੀਂ ਦਰਵਾਜ਼ੇ ਕੋਲੋਂ ਸਾਈਕਲ ਫੜ ਕੇ ਲਿਓ, ਸਾਡਾ ਪਿਤਾ ਜੀ ਆਉਂਦਾ, ਸਾਈਕਲ ਫੜ ਕੇ ਲਿਆਉਂਦੇ। ਅਸੀਂ ਆਪਣੇ ਮਾਸਟਰਾਂ ਦੇ ਸਾਈਕਲ ਫੜ ਕੇ ਲਿਆਉਂਦੇ। ਫਿਰ ਉਹਨਾਂ ਸਾਈਕਲਾਂ ਤੋਂ ਅਸੀਂ ਮੋਟਰਸਾਈਕਲਾਂ ਤੇ ਚੜ੍ਹੇ ਤੇ ਰਾਮੂ ਨੂੰ ਪਤਾ ਹੁੰਦਾ ਵੀ ਬੁਲਟ ਦਾ ਹੁਣ ਖੜਕਾ ਹੋ ਗਿਆ, ਹੁਣ ਆ ਗਿਆ ਸਰਦਾਰ। ਜਿਵੇਂ ਘੋੜੇ ਤੋਂ ਲੱਤ ਲਾ ਕੇ ਉੱਤਰੀ ਦੀ, ਰਾਮੂ ਨੇ ਮੋਟਰਸਾਈਕਲ ਫੜਨਾ ਤੇ ਲੱਤ ਲਾ ਕੇ ਬੰਦੇ ਉੱਤਰਦੇ ਰਹੇ। ਉਹ ਐਂ ਲਾ ਦਿਓ ਇੱਥੇ ਸਟੈਂਡ, ਸਵੇਰੇ ਲਾ ਦਾਂਗੇ। ਕਈ ਇਹੋ ਜਿਹੇ ਵਿਗੜੇ ਹੁੰਦੇ। ਮਤਲਬ ਉਹ ਜਿਹੜਾ ਕੁਛ ਸੀ ਉਹ ਘਰ ਸੀ, ਉਹਦੇ 'ਚ ਏਅਰ ਕੰਡੀਸ਼ਨ ਨਹੀਂ ਸੀ, ਉਹਦੇ ਵਿੱਚ ਇਹੋ ਜਿਹੀਆਂ ਸਹੂਲਤਾਂ ਨਹੀਂ ਸੀ, ਉਹਨਾਂ 'ਚ ਕਰੌਕਰੀਆਂ ਨਹੀਂ ਸੀ, ਉਹਦੇ ਚਾਈਨਾ ਕੈਬਨਿਟ ਨਹੀਂ ਸੀ ਹੈ, ਉਹਦੇ 'ਚ ਸਭ ਕੁਛ ਮਤਲਬ ਬਹੁਤ। ਇੱਥੇ ਤਾਂ ਹੁਣ ਅਸੀਂ ਤਾਂ ਇਹ ਤਾਂ ਅਸੀਂ ਦਿਖਾ ਰਹੇ ਹਾਂ, ਸਾਡੇ ਕੋਲ ਆ, ਸਾਡੇ ਕੋਲ ਆ, ਸਾਡੇ ਕੋਲ ਆ, ਇਹ 'ਚ ਕੁਛ ਨਹੀਂ ਹੈ। ਘਰ ਨੂੰ ਘਰ ਬਣਾਓ। ਜੇ ਘਰ 'ਚ ਪਿਆਰ ਹੈ ਨਹੀਂ ਸਰਦਾਰੋ ਤੇ ਸਰਦਾਰਨੀ ਜੀ, ਉਹ ਘਰ ਨਹੀਂ ਹੈ। ਘਰ ਦੇ ਵਿੱਚ ਕਲੇਸ਼, ਇੱਕ ਜਗ੍ਹਾ ਤੁਸੀਂ ਰਹਿੰਦੇ ਹੋ, ਘਰ ਦੇ ਵਿੱਚ ਤੁਸੀਂ ਆਪਸ ਵਿੱਚ ਲੜਦੇ ਹੋ ਜਾਂ ਤੁਹਾਡੇ ਜਵਾਕਾਂ ਨਾਲ ਤੁਸੀਂ ਲੜਦੇ ਹੋ, ਉਹਨੂੰ ਘਰ ਕਹਿੰਦੇ ਹੋ ਤੁਸੀਂ? ਉਹ ਘਰ ਨਹੀਂ ਹੈ, ਉਹ ਨਰਕ ਹੈ, ਨਰਕ। ਜਿਹੜੇ ਘਰ 'ਚ ਪਿਆਰ ਹੈ ਨਹੀਂ, ਭੁੱਖੇ ਸੌਂ ਜਾਓ, ਬੜਾ ਹੋਵੇ ਛੋਟਾ ਹੋਵੇ, ਬੇਸਮੈਂਟ ਹੋ, ਐਟਲੀਸਟ ਪਿਆਰ ਤਾਂ ਉਹ ਘਰ 'ਚ ਹੋਵੇ। ਉਹ 'ਚ ਜੇ ਇੱਕ ਬੰਦਾ ਕਹਿੰਦਾ ਨਹੀਂ ਦੂਜੇ ਦੀ ਗਲਤੀ ਹੈ, ਗਲਤੀ ਦੋਨਾਂ ਦੀ ਹੈ, ਉਹਦੇ 'ਚ ਇੱਕ ਬੰਦੇ ਦੀ ਗਲਤੀ ਨਹੀਂ ਹੈ। ਪਰ ਕਿਸੇ ਇਨਸਾਨ ਦੇ ਵਿੱਚ ਇਹ ਹੁੰਦਾ ਵੀ ਉਹ ਕਿਸੇ ਲੈਵਲ ਤੇ ਜਾ ਕੇ ਤਾਂ ਖੁਸ਼ ਹੋਵੇ। ਕਈਆਂ ਦੀ ਜ਼ਿੰਦਗੀ 'ਚ ਖੁਸ਼ੀ ਉਹ ਹੈ, ਤੁਸੀਂ ਕੁਛ ਕਰ ਲਓ, you do whatever you want to do, you do your max, ਪਰ ਉਹ ਬੰਦੇ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ। ਬਦਕਿਸਮਤੀ ਆ ਉਹ ਘਰ। ਬਹੁਤ ਵੱਡਾ ਲੇਖ ਅੱਜ ਮੈਂ ਪੜ੍ਹ ਰਿਹਾ ਸੀ ਤੇ ਨਾਲ ਨਿਊਯਾਰਕ ਯੂਨੀਵਰਸਿਟੀ ਦੀ ਜਿਹੜੀ ਸਟੈਨਹਾਰਟ ਨਿਊਜ਼ ਹੈ, NYU ਦੀ, ਉਹਨਾਂ ਨੇ ਸਟੱਡੀ ਕੀਤੀ ਹੈ ਵੀ ਜਿਹੜੇ ਘਰਾਂ 'ਚ ਕਲੇਸ਼ ਮਾਪਿਆਂ ਦਾ ਬੱਚਿਆਂ ਦੇ ਸਾਹਮਣੇ ਹੁੰਦਾ, ਬੱਚੇ ਪੂਰੀ ਜ਼ਿੰਦਗੀ 'ਚ ਕਦੇ ਸੰਪੂਰਨ ਨਹੀਂ ਹੋ ਸਕਦੇ। ਜਿੱਥੇ ਘਰ 'ਚ ਬਹਿ ਕੇ ਮਾਪੇ ਪੁੱਠੀਆਂ ਗੱਲ ਕਰਦੇ ਨੇ, ਦੂਜੇ ਧਰਮ ਨੂੰ ਗਾਲਾਂ ਕੱਢਦੇ ਨੇ, ਦੂਜੇ ਬੰਦੇ ਨੂੰ ਗਾਲਾਂ ਕੱਢਦੇ ਨੇ, ਜਦ ਤੁਸੀਂ ਇੱਥੇ ਬੈਠ ਕੇ ਆਪਣੇ ਘਰਾਂ 'ਚ ਕਰਦੇ ਨਾ ਧੀਆਂ ਪੁੱਤਾਂ ਨਾਲ, ਰਹਿਣ ਦੇ ਮਲਵਈਆਂ ਦੇ ਨਹੀਂ ਤੈਨੂੰ ਵਿਆਹੁਣਾ, ਰਹਿਣ ਦੇ ਦੁਆਬੀਆਂ ਦੇ ਨਹੀਂ ਤੈਨੂੰ ਵਿਆਹੁਣਾ, ਉਹ ਵੱਡ ਫਾਹਾ ਮਾਝੇ ਵਾਲੇ ਦੇ ਨਹੀਂ ਵਿਆਹੁਣਾ, ਤੁਸੀਂ ਜਲੂਸ ਕਢਾ ਰਹੇ ਹੁੰਦੇ ਉਸ ਸਮੇਂ। ਜਿੱਦਣ ਸਾਹਮਣੇ ਜਿਨ੍ਹਾਂ ਨੂੰ ਤੁਸੀਂ ਗਾਲਾਂ ਕੱਢਦੇ ਤੇ ਉਹ ਕੁੜਮ ਬਣ ਕੇ ਖੜਾ ਹੁੰਦਾ, ਫਿਰ ਜਵਾਕ ਤੁਹਾਡੇ ਵੱਲ ਝਾਕਦੇ ਵੀ ਹੁਣ ਬਾਪੂ ਦੱਸ ਆਉਣਾ ਮੂੰਹ 'ਚ ਲੱਡੂ। ਸੋ ਇਹ ਗੰਦ ਹੈ ਜਿਹੜਾ ਜਵਾਕਾਂ ਦੇ ਸਾਹਮਣੇ ਕਾਸਟ ਦੀ ਗੱਲ ਕਰਨੀ, ਧਰਮ ਦੀ ਗੱਲ ਕਰਨੀ, ਇਲਾਕੇ ਦੀ ਗੱਲ ਕਰਨੀ, ਇਹ ਕਦੇ ਵੀ ਨਾ ਕਰੋ। ਬਹੁਤ ਵਧੀਆ ਇੱਕ ਜਿਹੜੇ ਐਕਚੁਅਲੀ ਲੋਇਰ ਨੇ, ਲੋਇਰ ਤੋਂ ਬਾਅਦ ਹੋਮ ਡਿਜ਼ਾਈਨਿੰਗ ਦਾ ਉਹ ਕੰਮ ਕਰਦੇ ਨੇ, ਕੇਟ ਉਹਨਾਂ ਦਾ ਨਾਮ ਹੈ, ਸਨੋਮਾ ਕਾਉਂਟੀ 'ਚ ਰਹਿੰਦੇ ਨੇ ਅਮਰੀਕਾ 'ਚ। ਮੈਂ ਉਹਨਾਂ ਨੂੰ ਫੋਲੋ ਕਰਦਾ, ਬਹੁਤ ਵਧੀਆ ਲਿਖਦੇ ਨੇ ਉਹ, ਹੋਮ ਸਵੀਟ ਹੋਮ। ਉਹਨਾਂ ਨੇ ਅੱਜ ਇੱਕ ਬਹੁਤ ਵਧੀਆ ਆਰਟੀਕਲ ਲਿਖਿਆ। ਮਤਲਬ ਮੈਂ ਹੈਰਾਨ ਆ ਯਾਰ ਵੀ ਲੋਕ ਕਿਵੇਂ ਲਿਖਦੇ। ਤੇ ਇਸਨੇ ਕੇਟ ਰੇਲਰ ਇਸ ਦਾ ਨਾਮ ਹੈ, ਲੋਅਰ ਸੀ ਤੇ ਹੁਣ ਉਹ ਵਾਈਨ ਕੰਟਰੀ ਦੇ ਵਿੱਚ ਕਾਉਂਟੀ 'ਚ ਰਹਿ ਰਹੀ ਹੈ, ਵਾਈਨ ਕੰਟਰੀ। ਤੇ ਘਰ ਡਿਜ਼ਾਈਨ ਕਿਵੇਂ ਕਰੋ, ਕਹਿੰਦੀ ਇਹ ਮੇਰੇ ਪਰਦੇ ਡਿਜ਼ਾਈਨ ਕੀਤੇ, ਕੁਛ ਨਹੀਂ ਹੈ ਜੇ ਤੁਹਾਡੇ ਘਰ 'ਚ ਪਿਆਰ ਨਹੀਂ। ਇੱਕ ਡਿਜ਼ਾਈਨਰ ਨੇ ਲਿਖਿਆ ਅੱਜ, ਬਹੁਤ ਖੁੱਲ੍ਹਾ ਬਲੌਗ। तो मैं वो पढ़ के तुहाडे सन्मुख होया। परम मित्र ने सर जगदीप सिंह बराड़ विनीपैग रहिंदे है ते सर जगदीप सिंह ते सर कुलविंदर कौर बराड़, उन्हां दे पुत्र साडे भतीज हशनप्रीत सिंह बराड़ दा अज 9वां जन्मदिन है। बहुत बहुत बधाइयां बराड़ परिवार नूं, जिंदे वसदे रहो।
ਕਿੱਥੇ ਬੈਠੇ ਨੇ 2 ਘੰਟੇ ਦਾ ਫਰਕ ਹੈ। ਪ੍ਰੋਗਰਾਮ ਤੋਂ 5 ਮਿੰਟ ਪਹਿਲਾਂ ਮੈਸੇਜ ਆਉਣਾ ਹੀ ਆਉਣਾ, ਬਾਈ ਜੀ ਤਿਆਰ ਬੈਠੇ ਆ। ਇਹੀ ਪਿਆਰ ਹੈ, ਹੋਰ ਕੁਝ ਨਹੀਂ ਹੈ, ਕੱਖ ਨਹੀਂ ਹੈ। ਤੇ ਗੁਰੂ ਕਿਰਪਾ ਕਰੇ। ਤੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ। ਤੇ ਸਮਾਂ ਅੱਜ ਘੱਟ ਗਿਆ, ਤੁਹਾਨੂੰ ਸੁਣਾਉਣੀ ਨਹੀਂ ਸੀ। ਕੱਲ੍ਹ ਨੂੰ ਮੇਰਾ ਹਾਂ ਸੱਚ, ਕੱਲ੍ਹ ਨੂੰ ਤਾਂ ਭਾਈ ਗੱਲ ਆਪਾਂ ਜਾਗੋ ਦੀ ਕੀਤੀ ਹੋਈ ਹੈ। ਕੱਲ੍ਹ ਨੂੰ ਜਾਗੋ ਸੁਣਾਉਣੀ ਆ, ਜਾਗੋ ਦੀ ਉਹ ਗੱਲ ਕਰਨੀ ਆ। ਕੱਲ੍ਹ ਟਰੈਕਟਾਂ ਦੀ ਗੱਲ ਫੇਰ ਕੱਲ੍ਹ, ਟਰੈਕਟਾਂ ਦੀ ਪਹਿਲਾਂ ਕਰ ਲਾਂਗੇ, ਕਿਹੜਾ ਕੋਈ ਲੈਣਾ ਕਿਸ ਤੋਂ ਮੰਗਣ ਜਾਣਾ ਆਪਾਂ ਕਿਤੇ। ਜਾਗੋ ਹਰਦੇਵ ਦਲਗੀਰ ਦੀ ਸੁਣਾ ਕੇ ਤੇ ਜਾਗੋ ਦਾ ਫਿਰ ਤੁਹਾਡੇ ਨਾਲ ਗੱਲਾਂ ਕਰੋ, ਬਤਾਰੂ ਵਾਂਗੂ ਜਿਹੜੀਆਂ ਬਰ ਬਰ ਹੁੰਦਾ ਹੈ, ਕੱਲ੍ਹ ਨੂੰ ਕਰਾਵਾਂਗੇ। ਫਿਰ ਟੌਪ ਲਾਈਨ ਫਲੋਰਿੰਗ 2 ਸਟੋਰ 12950। ਤਾਂ ਹੀ ਆਹ ਸਰੀਰ ਤੇ ਤਾਂ ਪੈਣਾ ਲੋਟ ਬਹੁਤ। ਆਹ ਜਿਹੜਾ 2 ਘੰਟੇ ਦਾ ਸਵਾਦ ਆ ਇਹ ਉੱਧਰ ਜਾਂਦਾ ਰਹਿਣਾ ਸੀ। ਉੱਧਰ ਤਾਂ ਖਰੇ ਮੂੰਹ ਮੀਚ ਕੇ ਬੁਲਾਉਣ, ਸਰਕਾਰਾਂ ਸੁਣਦੀਆਂ ਨੇ, ਬਸ ਸੁਣੀ ਜਾਵੇ ਸਰਕਾਰਾਂ। ਜਿਹੜੀ ਗੱਲ ਕਰਨੀ ਆ ਉਹ ਤਾਂ ਕਰਨੀ ਹੋਇਆ ਹੈ ਬਈ। ਫਿਰ ਫਾਇਦਾ ਕੀ ਆ ਰੇਡੀਓ ਦਾ ਜੇ ਗੱਲੇ ਦੀ ਤੁਸੀਂ ਮੈਨੂੰ ਕਰਨ ਦੇਣੀ। ਇੱਕ ਦਿਨ ਹੋ ਗਈ ਸੀ ਗੱਲ ਮਾਲਕਾਂ ਨਾਲ, ਕਰ ਲਿਆ ਕਰੀ, ਤੈਨੂੰ ਕੋਈ ਨਹੀਂ ਰੋਕਦਾ, ਕਰ ਲਿਆ ਕਰੀ। ਜਿਹਦੇ ਮੇਰੀ ਵੋਟ ਬਹੁਤ ਵੱਡੀ ਹੈ, ਬਜ਼ੁਰਗ ਨਾਲ ਬੈਠੇ ਕਹਿੰਦਾ ਕਰ ਲਿਆ ਕਰੀ ਅਰਜੀਤ ਸਰ, ਕੋਈ ਪ੍ਰੋਬਲਮ ਨਹੀਂ। ਐਂ ਕਰੀ ਦਾ ਕੰਮ। ਟੌਪ ਲਾਈਨ ਫਲੋਰਿੰਗ 604-590 ਧੰਨੇ ਦੇ ਨੱਕੇ ਤਾਂ ਉੱਪਰ ਵਾਲਾ ਹੀ ਮੋੜਦਾ, ਇੱਥੇ ਖੜਦੀ ਹੈ ਗੱਲ ਆ ਕੇ। ਇਹ ਸੀ ਅੱਜ ਦਾ ਪ੍ਰੋਗਰਾਮ। ਧੰਨਵਾਦ। ਉਹ ਕਹਿੰਦਾ ਹੱਟ ਤੇ ਨਾ ਚੜੀ, ਉਹ ਕਹਿੰਦਾ ਘੱਟ ਨਾ ਤੋਲੀ। ਬਾਈ ਰਣਜੀਤ ਸਿੰਘ ਢਿੱਲੋਂ ਸੋ ਇਸ ਤੋਂ ਕਹਿੰਦੇ ਸ਼ੁਕਰਾ ਸਾਡੇ ਜਿੰਦਾਬਾਦ ਦਾ ਨਾਅਰਾ ਤਾਂ ਆਊ, ਪਰ ਕਹਿੰਦੇ ਹੌਲੀ ਵੱਜਿਆ। ਕੋਈ ਨਾ, ਵਧੀਆ ਵੀ ਵਜਾ ਦਿਆ ਕਰਾਂਗੇ। ਰੱਬ ਰਾਖਾ। ਅਖੀਰ 'ਚ ਅੱਜ ਦੇ ਮਾਹੌਲ ਵਰਗਾ ਗੀਤ ਸਤਿੰਦਰ ਸਰਤਾਜ ਦਾ। ਕੱਲ੍ਹ ਨੂੰ 11 ਵਜੇ ਮੁੜਦਾ ਤੇ ਸੋਮਵਾਰ ਨੂੰ ਹੋ ਜਾਓ ਕਾਇਮ ਫਿਰ AM 600 ਤੇ। ਜ਼ਿੰਦਾਬਾਦ ਜ਼ਿੰਦਾਬਾਦ ਹੋਊਗੀ। ਰੱਬ ਰਾਖਾ। ਧੰਨਵਾਦ।